ਤੁਸੀਂ ਸੁਣ ਰਹੇ ਹੋ ਮੈਕਸਿਮ ਗੋਰਕੀ ਦੀ ਕਿਤਾਬ ਮਾਂ ਦਾ 23ਵਾਂ ਅੰਕ। ਬਸੰਤ ਆ ਗਈ ਅਤੇ ਬਰਫ਼ ਪਿਘਲ ਗਈ। ਹੇਠੋਂ ਚਿੱਕੜ ਅਤੇ ਕਾਲਖ ਨਿਕਲ ਆਏ। ਹਰ ਲੰਘਦੇ ਦਿਨ ਚਿੱਕੜ ਵਧੇਰੇ ਦਿਸਣ ਲੱਗ ਪਿਆ। ਬਸਤੀ ਵਧੇਰੇ ਖੁੱਥੜ ਅਤੇ ਗੰਦੀ ਲੱਗਣ ਲੱਗ ਪਈ। ਦਿਨੇ ਛੱਤਾਂ ਤੋਂ ਪਾਣੀ ਤ੍ਰਿਪ-ਤ੍ਰਿਪ ਕਰਦਾ ਤੇ ਮਕਾਨਾਂ ਦੀਆਂ ਭੂਰੀਆਂ ਕੰਧਾਂ ਵਿੱਚੋਂ ਗਿੱਲ ਪਸੀਨੇ ਵਾਂਗ ਬਾਹਰ ਨਿਕਲਦੀ। ਪਰ ਰਾਤੀ ਹਜੇ ਵੀ ਕਕਰੋਟੇ ਨਿੰਮੀ ਚਿੱਟੀ ਲਿਸ਼ਕ ਮਾਰਦੇ। ਸੂਰਜ ਅਸਮਾਨ ਵਿੱਚ ਵਧੇਰੇ ਸਮਾਂ ਠਹਿਰਦਾ ਅਤੇ ਜਿੱਲਣ ਵਿੱਚ ਚੱਲ ਰਹੇ ਤਾਰੇ ਹੁਣ ਉੱਕਾ ਹੀ ਸਪਸ਼ਟ ਹੋ ਗਏ ਸਨ। ਮਈ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਇਸ ਤਿਉਹਾਰ ਦੀ ਮਹੱਤਤਾ ਦੱਸਦੇ ਇਸ਼ਤਿਹਾਰ ਕਾਰਖਾਨੇ ਅਤੇ ਬਸਤੀ ਵਿੱਚ ਖਿੰਡਾਏ ਗਏ। ਇੱਥੋਂ ਤੱਕ ਕਿ ਜਵਾਨ ਲੋਕ ਵੀ ਜਿਨ੍ਹਾਂ ਉੱਤੇ ਪ੍ਰਚਾਰ ਦਾ ਅਸਰ ਨਹੀਂ ਸੀ ਹੋਇਆ, ਇਹਨਾਂ ਨੂੰ ਪੜ੍ਹਦੇ ਹੋਏ ਕਹਿਣ ਲੱਗੇ, ਸਾਨੂੰ ਤਿਆਰੀ ਕਰਨੀ ਹੀ ਪਵੇਗੀ, ਸਮਾਂ ਆ ਗਿਆ। ਵੈਸਵੋ ਸਚੀਕੋਵ ਨੇ ਸੁੱਕੀ ਜਿਹੀ ਮੁਸਕਾਨ ਨਾਲ ਕਿਹਾ, ਬੜਾ ਚਿਰ ਲੁਕਣ ਮੀਟੀ ਖੇਡ ਲਈ। ਫਿਓਦੋਰ ਮਾਜੀਨ ਸਭ ਤੋਂ ਵੱਧ ਉਤਸ਼ਾਹਿਤ ਸੀ। ਉਹ ਤਾਂ ਪਿੰਜਰੇ ਵਿੱਚ ਡੱਕੇ ਕਿਸੇ ਚੰਡੋਲ ਜਿਹਾ ਸੀ। ਉਹ ਇੰਨਾ ਪਤਲਾ ਹੋ ਗਿਆ ਸੀ ਅਤੇ ਉਹਦੀ ਗੱਲਬਾਤ ਅਤੇ ਹਰਕਤਾਂ ਇੰਨੀਆਂ ਘਬਰਾਹਟ ਨਾਲ ਥਰਥਰਾਉਂਦੀਆਂ। ਚੁਪੀਤਾ ਯਾਕੋਵ ਸਮੋਵ, ਜਿਹੜਾ ਆਪਣੀ ਉਮਰ ਲਈ ਬਹੁਤ ਗੰਭੀਰ ਸੀ, ਸਦਾ ਉਹਦੇ ਨਾਲ ਹੁੰਦਾ। ਯਾਕੋਵ ਹੁਣ ਸ਼ਹਿਰ ਵਿੱਚ ਕੰਮ ਕਰਦਾ ਸੀ। ਸਮੋਇਲੋਵ, ਜਿਸ ਦੇ ਵਾਲਾਂ ਦਾ ਰੰਗ ਜੇਲ੍ਹ ਵਿੱਚ ਰਹਿਣ ਸਮੇਂ ਹੋਰ ਵੀ ਲਾਲ ਹੋ ਗਿਆ ਜਾਪਦਾ ਸੀ, ਅਤੇ ਵਾਸਲੀ ਗੁਸੇਵ, ਬੂਕਿਨ, ਦਰਾਗੂਨੋਵ ਅਤੇ ਕੁਝ ਹੋਰ ਇਸ ਗੱਲ ਉੱਤੇ ਜ਼ੋਰ ਦੇ ਰਹੇ ਸਨ ਕਿ ਹਥਿਆਰਬੰਦ ਮੁਜ਼ਾਹਰਾ ਕੀਤਾ ਜਾਵੇ, ਪਰ ਪਾਵੇਲ ਖੁਖੋਲ ਸਮੋਵ ਅਤੇ ਕੁਝ ਹੋਰਨਾਂ ਨੇ ਇਸ ਉੱਤੇ ਇਤਰਾਜ਼ ਕੀਤਾ। ਯੈਗੋਰ ਨੇ, ਜਿਹੜਾ ਸਦਾ ਵਾਂਗ ਥੱਕਿਆ ਹੋਇਆ, ਹੱਫਿਆ ਅਤੇ ਸਾਰਾ ਪਸੀਨੋ ਪਸੀਨਾ ਹੋਇਆ ਸੀ, ਉਹਨਾਂ ਦੀਆਂ ਦਲੀਲਾਂ ਦਾ ਠੱਠਾ ਉਡਾ ਦਿੱਤਾ। ਅਜੋਕੀ ਸਮਾਜੀ ਪ੍ਰਣਾਲੀ ਨੂੰ ਬਦਲਣ ਦੇ ਸਾਡੇ ਯਤਨ ਸੱਚਮੁੱਚ ਸ਼ਾਨਦਾਰ ਹਨ ਸਾਥੀਓ, ਪਰ ਆਪਣੀ ਜਿੱਤ ਨੂੰ ਨੇੜੇ ਲਿਆਉਣ ਲਈ ਇਹ ਜ਼ਰੂਰੀ ਹੈ ਕਿ ਮੈਂ ਬੂਟਾਂ ਦਾ ਇੱਕ ਨਵਾਂ ਜੋੜਾ ਖਰੀਦਾਂ। ਮੇਰੇ ਗਾਲੋਸ਼ੀਆਂ ਦੀ ਹਾਲਤ ਵੀ ਅਜਿਹੀ ਹੋ ਗਈ ਹੈ ਕਿ ਉਹਨਾਂ ਦੀ ਮੁਰੰਮਤ ਨਹੀਂ ਹੋ ਸਕਦੀ ਅਤੇ ਰੋਜ਼ ਮੇਰੇ ਪੈਰ ਗਿੱਲੇ ਹੋ ਜਾਂਦੇ ਨੇ। ਮੇਰੀ ਉਦੋਂ ਤੱਕ ਧਰਤੀ ਦੀ ਗੋਦ ਵਿੱਚ ਜਾ ਲੇਟਣ ਦੀ ਕੋਈ ਇੱਛਾ ਨਹੀਂ ਜਦੋਂ ਤੱਕ ਅਸੀਂ ਪੁਰਾਣੀ ਪ੍ਰਣਾਲੀ ਨੂੰ ਖੁੱਲ੍ਹ ਕੇ ਅਤੇ ਬੇਕਿਰਕੀ ਨਾਲ ਭੰਡ ਨਹੀਂ ਦਿੰਦੇ, ਅਤੇ ਇਸੇ ਲਈ ਮੈਂ ਸਾਥੀ ਸਮੋਇਲੋਵ ਦੀ ਇਹ ਤਜਵੀਜ਼ ਰੱਦ ਕਰਦਾ ਹਾਂ ਕਿ ਅਸੀਂ ਹਥਿਆਰਬੰਦ ਮੁਜ਼ਾਹਰਾ ਕਰੀਏ, ਅਤੇ ਇਹਦੇ ਮੁਕਾਬਲੇ ਉੱਤੇ ਆਪਣੀ ਤਜਵੀਜ਼ ਪੇਸ਼ ਕਰਦਾ ਹਾਂ ਕਿ ਮੈਨੂੰ ਬੂਟਾਂ ਦਾ ਇੱਕ ਨਵਾਂ ਜੋੜਾ ਲੈ ਦਿੱਤਾ ਜਾਵੇ, ਕਿਉਂਕਿ ਇਹ ਮੇਰਾ ਡੂੰਘਾ ਨਿਸ਼ਚਾ ਹੈ ਕਿ ਅਜਿਹਾ ਕਦਮ ਪਹਿਲੇ ਦਰਜੇ ਦੇ ਹੰਗਾਮੇ ਨਾਲੋਂ ਸੋਸ਼ਲਿਜ਼ਮ ਦੀ ਜਿੱਤ ਨੂੰ ਨੇੜੇ ਲਿਆਉਣ ਵਿੱਚ ਵਧੇਰੇ ਸਹਾਈ ਹੋ ਸਕਦਾ ਹੈ। ਅਜਿਹੀ ਹੀ ਲੱਛੇਦਾਰ ਬੋਲੀ ਵਿੱਚ ਉਹਨੇ ਕਿਰਤੀਆਂ ਨੂੰ ਦੱਸਿਆ ਕਿ ਹੋਰਨਾਂ ਦੇਸ਼ਾਂ ਵਿੱਚ ਲੋਕ ਕਿਵੇਂ ਆਪਣੀਆਂ ਜ਼ਿੰਦਗੀਆਂ ਸੁਖਾਲੀਆਂ ਬਣਾਉਣ ਲਈ ਘੋਲ ਕਰ ਰਹੇ ਹਨ। ਮਾਂ ਨੂੰ ਉਹਦੀਆਂ ਤਕਰੀਰਾਂ ਸੁਣਨੀਆਂ ਚੰਗੀਆਂ ਲੱਗਦੀਆਂ ਅਤੇ ਉਹਦੇ ਉੱਤੇ ਅਜੀਬ ਪ੍ਰਭਾਵ ਪੈਂਦਾ। ਉਹਨੂੰ ਜਾਪਦਾ ਕਿ ਲੋਕਾਂ ਦੇ ਸਭ ਤੋਂ ਖੋਰੀ ਦੁਸ਼ਮਣ, ਜਿਹੜੇ ਸਭ ਤੋਂ ਵੱਧ ਵਾਰ ਉਹਨੂੰ ਧੋਖਾ ਦਿੰਦੇ ਅਤੇ ਉਹਨਾਂ ਉੱਤੇ ਸਭ ਤੋਂ ਵੱਧ ਜ਼ੁਲਮ ਕਰਦੇ, ਮੋਟੇ ਲਾਲ ਮੂੰਹੇ ਨਿੱਕੇ ਲੋਕ ਸਨ, ਕਮੀਨੇ, ਲਾਲਚੀ, ਖਚਰੇ ਅਤੇ ਜ਼ਾਲਮ। ਜਦੋਂ ਉਹਨਾਂ ਦੇ ਆਪਣੇ ਦੇਸ਼ ਦਾ ਜ਼ਾਰ ਉਹਨਾਂ ਨੂੰ ਸਖਤ ਤੰਗ ਕਰਦਾ ਤਾਂ ਉਹ ਆਮ ਲੋਕਾਂ ਨੂੰ ਉਹਦੇ ਖਹਿੜੇ ਪਾ ਦਿੰਦੇ, ਅਤੇ ਜਦੋਂ ਲੋਕ ਆਪਣੇ ਹਾਕਮ ਦਾ ਤਖਤਾ ਉਲਟਾ ਦਿੰਦੇ ਤਾਂ ਇਹ ਨਿੱਕੇ ਲੋਕ ਧੋਖੇ ਨਾਲ ਸੱਤਾ ਹਥਿਆ ਲੈਂਦੇ, ਲੋਕਾਂ ਨੂੰ ਉਹਨਾਂ ਦੇ ਘੁਰਨਿਆਂ ਵਿੱਚ ਧੱਕ ਦਿੰਦੇ, ਜਾਂ ਜੇ ਉਹ ਮੁਕਾਬਲਾ ਕਰਦੇ ਤਾਂ ਉਹਨਾਂ ਵਿੱਚੋਂ ਸੈਂਕੜੇ ਹਜ਼ਾਰਾਂ ਨੂੰ ਕਤਲ ਕਰ ਦਿੰਦੇ। ਇੱਕ ਵਾਰ ਮਾਂ ਨੇ ਅੱਤ ਦੀ ਦਲੇਰੀ ਕਰਕੇ ਯੈਗੋਰ ਨੂੰ ਉਹ ਦ੍ਰਿਸ਼ ਦੱਸਿਆ ਜਿਹੜਾ ਇਹ ਤਕਰੀਰਾਂ ਉਹਦੇ ਮਨ ਵਿੱਚ ਉਭਾਰਦੀਆਂ ਸਨ। ਕੀ ਇਹ ਅਜਿਹਾ ਹੀ ਹੈ ਯੈਗੋਰ ਇਵਾਨੋਵਿਚ? ਉਹਨੇ ਸ਼ਰਮਾਕਲ ਜਿਹੀ ਮੁਸਕਾਨ ਨਾਲ ਪੁੱਛਿਆ। ਉਹ ਖਿੜਕੇ ਹੱਸ ਪਿਆ, ਆਪਣੀ ਅੱਖਾਂ ਮਟਕਾਉਂਦੇ ਅਤੇ ਛਾਤੀ ਮਲ ਕੇ ਸਾਹ ਲੈਣ ਦਾ ਯਤਨ ਕਰਦੇ ਹੋਏ। ਮਾਂ, ਐਨ ਇਹੋ ਗੱਲ ਹੈ। ਤੂੰ ਇਤਿਹਾਸ ਦਾ ਤੱਤ ਸਮਝ ਲਿਆ। ਕਿਧਰੇ ਕਿਧਰੇ ਕੁਝ ਸਜਾਵਟ ਏ, ਕਿਧਰੇ ਪਿਛੋਕੜ ਵਿੱਚ ਕੁਝ ਖੂਬਸੂਰਤ ਉਨਾਈ ਕੀਤੀ ਹੋਈ ਹੈ, ਪਰ ਤੱਤ ਸਭ ਆਪੋ ਆਪਣੀ ਥਾਂ ਠੀਕ ਹੈ। ਇਹ ਮੋਟੇ ਨਿੱਕੇ ਲੋਕ ਹੀ ਨੇ ਜਿਹੜੇ ਸਭ ਤੋਂ ਵੱਡੇ ਗੁਨਾਹਗਾਰ ਅਤੇ ਲੋਕਾਂ ਦਾ ਖੂਨ ਚੂਸਦੇ ਸਭ ਤੋਂ ਵੱਧ ਜ਼ਹਿਰੀਲੇ ਪਰਜੀਵੀ ਨੇ। ਫਰਾਂਸੀਸੀਆਂ ਨੇ ਉਹਨਾਂ ਨੂੰ ਠੀਕ ਹੀ ਬੁਰਜੂਆਂ ਕਿਹਾ। ਯਾਦ ਰੱਖੀ ਮਾਂ, ਬੁਰਜੂਆਂ, ਕਿਉਂਕਿ ਉਹ ਬੂਰ ਹੀ ਹਨ। ਉਹ ਸਾਨੂੰ ਸਭ ਨੂੰ ਚਿੱਥ ਰਹੇ ਹਨ ਤੇ ਸਾਡਾ ਖੂਨ ਪੀ ਰਹੇ ਨੇ। ਤੇਰਾ ਮਤਲਬ ਹੈ ਅਮੀਰ ਅਜਿਹਾ ਕਰਦੇ ਨੇ? ਮਾਂ ਨੇ ਪੁੱਛਿਆ। ਹਾਂ, ਇਹ ਉਹਨਾਂ ਦੀ ਬਦਕਿਸਮਤੀ ਹੈ ਕਿ ਉਹ ਅਮੀਰ ਨੇ। ਜੇ ਤੁਸੀਂ ਕਿਸੇ ਬੱਚੇ ਦੇ ਖਾਣੇ ਵਿੱਚ ਤਾਂਬਾ ਪਾਈ ਜਾਓ ਤਾਂ ਉਹਦਾ ਵਾਧਾ ਰੁਕ ਜਾਂਦਾ ਹੈ ਤੇ ਉਹ ਗਿੱਠ ਮੁੱਠੀਆ ਬਣ ਜਾਂਦਾ ਹੈ, ਪਰ ਜੇ ਤੁਸੀਂ ਕਿਸੇ ਬੰਦੇ ਨੂੰ ਸੋਨੇ ਦਾ ਜ਼ਹਿਰ ਦਿਓ ਤਾਂ ਉਹਦੀ ਰੂਹ ਦਾ ਵਾਧਾ ਰੁਕ ਜਾਂਦਾ ਹੈ। ਉਹ ਨਿੱਕੀ ਤੇ ਨੀਰਸ ਤੇ ਬੇਜਾਨ ਹੋ ਜਾਂਦੀ ਹੈ। ਰਬੜ ਦੇ ਉਹਨਾਂ ਨਿੱਕੇ ਗੇਂਦਾਂ ਵਾਂਗ ਜਿਹੜੇ ਬੱਚੇ 5 ਕੋਪੀਕਾਂ ਦੇ ਮੁੱਲ ਲੈਂਦੇ ਨੇ।
ਇੱਕ ਦਿਨ ਜਦੋਂ ਉਹ ਯੈਗੋਰ ਦੀਆਂ ਗੱਲਾਂ ਕਰ ਰਹੇ ਸਨ ਤਾਂ ਪਾਵੇਲ ਨੇ ਕਿਹਾ, ਆਂਦਰੇਈ, ਸੱਚ ਤਾਂ ਇਹ ਹੈ ਕਿ ਜਿਹੜੇ ਲੋਕ ਸਭ ਤੋਂ ਵੱਧ ਠੱਠਾ ਕਰਦੇ ਨੇ ਆਮ ਤੌਰ ਤੇ ਉਹ ਉਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸਭ ਤੋਂ ਵੱਧ ਦੁੱਖ ਹੁੰਦਾ ਹੈ। ਖਖੋਲ ਨੇ ਜਵਾਬ ਦੇਣ ਤੋਂ ਪਹਿਲਾਂ ਸੋਚਿਆ ਤੇ ਆਪਣੀਆਂ ਅੱਖਾਂ ਸੰਗੋੜੀਆਂ। ਜੇ ਤੇਰੀ ਗੱਲ ਠੀਕ ਹੈ ਤਾਂ ਸਾਰੇ ਰੂਸ ਦੇ ਹੱਸ-ਹੱਸ ਕੇ ਮਰ ਜਾਣ ਦੀ ਆਸ ਕੀਤੀ ਜਾ ਸਕਦੀ ਹੈ। ਇੱਕ ਦਿਨ ਨਤਾਸ਼ਾ ਆਈ। ਉਹ ਵੀ ਕੈਦ ਰਹੀ ਸੀ, ਪਰ ਕਿਸੇ ਹੋਰ ਸ਼ਹਿਰ ਵਿੱਚ। ਇਸ ਅਨੁਭਵ ਨੇ ਉਹਨੂੰ ਉੱਕਾ ਹੀ ਤਬਦੀਲ ਨਹੀਂ ਸੀ ਕੀਤਾ। ਮਾਂ ਨੇ ਵੇਖਿਆ ਕਿ ਜਦੋਂ ਉਹ ਉੱਥੇ ਹੁੰਦੀ ਤਾਂ ਖਖੋਲ ਵਧੇਰੇ ਹਸਮੁਖ ਹੋ ਜਾਂਦਾ, ਠੱਠੇ ਕਰਦਾ ਅਤੇ ਸਾਰਾ ਸਮਾਂ ਆਪਣੇ ਨਿੱਕੇ-ਨਿੱਕੇ ਖੋਰ ਨਾਲ ਸਭਨਾਂ ਨੂੰ ਤੰਗ ਕਰਦਾ ਰਹਿੰਦਾ। ਉਹਨੂੰ ਖੁਸ਼ੀ ਨਾਲ ਹਸਾਉਂਦਾ ਰਹਿੰਦਾ, ਪਰ ਜਦੋਂ ਨਤਾਸ਼ਾ ਚਲੀ ਜਾਂਦੀ ਤਾਂ ਉਹ ਅਨੰਤ ਉਦਾਸ ਸੀਟੀਆਂ ਮਾਰਨ ਲੱਗ ਪੈਂਦਾ ਅਤੇ ਬਹੁਤ ਸਮਾਂ ਖੁਸਾ-ਖੁਸਾ ਕਮਰੇ ਵਿੱਚ ਪੈਰ ਘਸੀਟਣ ਲੱਗ ਪੈਂਦਾ। ਸਾਸ਼ਾ ਕਦੀ-ਕਦੀ ਥੋੜੇ ਸਮੇਂ ਲਈ ਆਉਂਦੀ। ਉਹਨੇ ਸਦਾ ਘੂਰੀ ਵੱਟੀ ਹੁੰਦੀ ਅਤੇ ਉਹਨੂੰ ਸਦਾ ਕਾਹਲ ਹੁੰਦੀ। ਪਤਾ ਨਹੀਂ ਕਿਉਂ ਉਹ ਵਧੇਰੇ ਹੱਡਲ ਅਤੇ ਚਿੜਚਿੜੀ ਹੁੰਦੀ ਜਾ ਰਹੀ ਸੀ। ਇੱਕ ਵਾਰ ਜਦੋਂ ਪਾਵੇਲ ਲਾਂਘੇ ਵਿੱਚ ਉਹਨੂੰ ਵਿਦਿਆ ਕਰਨ ਗਿਆ ਤਾਂ ਉਹ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਅਤੇ ਮਾਂ ਦੇ ਕੰਨੀ ਉਹਨਾਂ ਦੀ ਤਿੱਖੀ-ਤਿੱਖੀ ਗੱਲਬਾਤ ਪਈ। ਤੂੰ ਝੰਡਾ ਚੁੱਕੇਂਗਾ? ਕੁੜੀ ਨੇ ਠਰੰਬੇ ਨਾਲ ਪੁੱਛਿਆ। ਹਾਂ। ਇਹ ਅਖੀਰੀ ਫੈਸਲਾ ਏ? ਹਾਂ, ਇਹ ਮੇਰੇ ਲਈ ਮਾਣ ਦੀ ਗੱਲ ਹੈ। ਸੋ ਇਹ ਜੇਲੀ ਮੁੜਨ ਦੀ ਤਿਆਰੀ ਏ? ਪਾਵੇਲ ਨੇ ਕੋਈ ਜਵਾਬ ਨਾ ਦਿੱਤਾ। ਕੀ ਤੂੰ? ਕੁੜੀ ਨੇ ਗੱਲ ਸ਼ੁਰੂ ਕੀਤੀ ਪਰ ਵਿੱਚੇ ਰੁਕ ਗਈ। ਕੀ? ਪਾਵੇਲ ਨੇ ਪੁੱਛਿਆ। ਇਹ ਕੰਮ ਕਿਸੇ ਹੋਰ ਨੂੰ ਨਹੀਂ ਦੇ ਸਕਦਾ? ਨਹੀਂ, ਪਾਵੇਲ ਨੇ ਉੱਚੀ ਜਿਹੇ ਕਿਹਾ। ਵਿਚਾਰ ਲੈ, ਤੇਰਾ ਇੰਨਾ ਰਸੂਖ ਹੈ, ਸਾਰੇ ਤੈਨੂੰ ਚੰਗਾ ਸਮਝਦੇ ਨੇ, ਤੂੰ ਅਤੇ ਆਂਦਰੇਈ ਸਭ ਤੋਂ ਵੱਧ ਹਰਮਨ ਪਿਆਰੇ ਹੋ। ਜਰਾ ਵਿਚਾਰ, ਤੁਸੀਂ ਇੱਥੇ ਕਿੰਨਾ ਚੰਗਾ ਕੰਮ ਕਰ ਸਕਦੇ ਹੋ, ਪਰ ਜੇ ਤੂੰ ਝੰਡਾ ਚੁੱਕਿਆ ਤਾਂ ਉਹ ਤੈਨੂੰ ਜਲਾਵਤਨ ਕਰ ਦੇਣਗੇ, ਬਹੁਤ ਦੂਰ ਅਤੇ ਲੰਮੇ ਸਮੇਂ ਲਈ। ਮਾਂ ਨੂੰ ਕੁੜੀ ਦੇ ਬੋਲ ਵਿੱਚ ਡਰ ਅਤੇ ਸਹਿਕ ਦੀਆਂ ਜਾਨੀਆਂ ਪਛਾਣੀਆਂ ਭਾਵਨਾਵਾਂ ਦਸੀਆਂ। ਸਾਸ਼ਾ ਦੀ ਗੱਲ ਉਹਦੇ ਦਿਲ ਉੱਤੇ ਬਰਫੀਲੇ ਪਾਣੀ ਦੇ ਵੱਡੇ ਤੁਮਕਿਆਂ ਵਾਂਗ ਪਈ। ਮੈਂ ਆਪਣਾ ਮਨ ਬਣਾ ਲਿਆ, ਪਾਵੇਲ ਨੇ ਕਿਹਾ। ਕੁਝ ਵੀ ਹੁਣ ਮੇਰਾ ਮਨ ਤਬਦੀਲ ਨਹੀਂ ਕਰ ਸਕਦਾ। ਜੇ ਮੈਂ ਕਹਾਂ ਤਾਂ ਵੀ ਨਹੀਂ। ਅਚਾਨਕ ਪਾਵੇਲ ਦੀ ਆਵਾਜ਼ ਤਿੱਖੀ ਅਤੇ ਖਰਵੀ ਹੋ ਗਈ। ਤੇਰਾ ਇਹ ਕਹਿਣ ਦਾ ਕੋਈ ਮਤਲਬ ਨਹੀਂ, ਤੈਨੂੰ ਕੋਈ ਹੱਕ ਨਹੀਂ। ਮੈਂ ਵੀ ਤਾਂ ਇਨਸਾਨ ਹੀ ਹਾਂ, ਸਾਸ਼ਾ ਨੇ ਨਰਮੀ ਨਾਲ ਕਿਹਾ। ਬੜੀ ਚੰਗੀ ਇਨਸਾਨ, ਪਾਵੇਲ ਨੇ ਵੀ ਉਸੇ ਨਰਮੀ ਨਾਲ ਕਿਹਾ, ਪਰ ਕਿਸੇ ਅਜੀਬ ਢੰਗ ਨਾਲ, ਜਿਵੇਂ ਉਹਦਾ ਗੱਚ ਭਰ ਆਇਆ ਹੋਵੇ। ਤੇ ਅਜਿਹੀ ਇਨਸਾਨ ਜਿਹੜੀ ਮੈਨੂੰ ਬਹੁਤ ਪਿਆਰੀ ਹੈ ਅਤੇ ਇਸੇ ਲਈ ਤੈਨੂੰ ਅਜਿਹੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ। ਰੱਬ ਰਾਖਾ, ਕੁੜੀ ਨੇ ਕਿਹਾ। ਉਹਦੀਆਂ ਅੱਡੀਆਂ ਦੀ ਖੜਖੜ ਤੋਂ ਮਾਂ ਨੇ ਅੰਦਾਜ਼ਾ ਲਾਇਆ ਕਿ ਹੌਲੀ-ਹੌਲੀ ਟੁਰਦੀ ਉਹ ਲਗਭਗ ਦੌੜ ਹੀ ਪਈ ਹੈ। ਪਾਵੇਲ ਉਹਦੇ ਪਿੱਛੇ-ਪਿੱਛੇ ਵਿਹੜੇ ਵਿੱਚ ਗਿਆ। ਮਾਂ ਦਾ ਦਿਲ ਭਾਰੇ ਅਤੇ ਲੰਘਦੇ ਡਰ ਨਾਲ ਸੁੰਗੜ ਗਿਆ। ਉਹਨੂੰ ਇਹ ਤਾਂ ਸਮਝ ਨਾ ਆਈ ਕਿ ਉਹ ਕੀ ਗੱਲਬਾਤ ਕਰਦੇ ਨੇ, ਪਰ ਉਹ ਇਹ ਸਮਝ ਗਈ ਕਿ ਕੋਈ ਬੜੀ ਵੱਡੀ ਮੁਸੀਬਤ ਉਹਦੇ ਸਿਰ ਪੈਣ ਵਾਲੀ ਹੈ। ਉਹ ਕੀ ਕਰਨ ਦੀ ਸੋਚ ਰਿਹਾ? ਮਾਂ ਨੇ ਸੋਚਿਆ। ਪਾਵੇਲ ਆਂਦਰਾਈ ਦੇ ਨਾਲ ਅੰਦਰ ਆਇਆ। ਉਹ ਈਸਾਈ, ਉਹਦਾ ਅਸੀਂ ਕੀ ਕਰੀਏ? ਖਖੋਲ ਨੇ ਸਿਰ ਹਿਲਾਉਂਦੇ ਹੋਏ ਕਿਹਾ। ਅਸੀਂ ਉਹਨੂੰ ਤਾੜਨਾ ਦਈਏ ਕਿ ਉਹ ਇਹ ਕੰਮ ਛੱਡ ਦੇਵੇ, ਪਾਵੇਲ ਨੇ ਘੂਰੀ ਵੱਟ ਕੇ ਕਿਹਾ। ਪਾਵੇਲ, ਤੇਰੀ ਕੀ ਕਰਨ ਦੀ ਸਲਾਹ ਹੈ? ਉਹਦੀ ਮਾਂ ਨੇ ਸਿਰ ਨੀਵਾਂ ਸੁੱਟਦੇ ਹੋਏ ਪੁੱਛਿਆ। ਕਦੋਂ? ਹੁਣ? ਨਹੀਂ, 1 ਮਈ ਨੂੰ। ਓ, ਪਾਵੇਲ ਨੇ ਆਪਣੀ ਆਵਾਜ਼ ਨੀਵੀਂ ਕਰਦੇ ਹੋਏ ਕਿਹਾ। ਮੈਂ ਜਲੂਸ ਦੇ ਅੱਗੇ-ਅੱਗੇ ਸਾਰਾ ਝੰਡਾ ਚੁੱਕਾਂਗਾ। ਮੇਰਾ ਖਿਆਲ ਹੈ ਇਸ ਗੱਲ ਲਈ ਉਹ ਮੈਨੂੰ ਮੁੜ ਜੇਲ੍ਹ ਵਿੱਚ ਸੁੱਟ ਦੇਣਗੇ। ਮਾਂ ਦੀਆਂ ਅੱਖਾਂ ਸੜਨ ਲੱਗ ਪਈਆਂ ਤੇ ਉਹਦਾ ਮੂੰਹ ਸੁੱਕ ਗਿਆ। ਪਾਵੇਲ ਨੇ ਉਹਦਾ ਹੱਥ ਫੜਿਆ ਤੇ ਉਹਨੂੰ ਪਲੋਸਿਆ। ਇਹ ਮੈਨੂੰ ਕਰਨਾ ਹੀ ਪਵੇਗਾ, ਸਮਝਣ ਦੀ ਕੋਸ਼ਿਸ਼ ਕਰ ਮਾਂ। ਮੈਂ ਤਾਂ ਕੁਝ ਨਹੀਂ ਕਿਹਾ, ਮਾਂ ਨੇ ਹੌਲੀ-ਹੌਲੀ ਆਪਣਾ ਸਿਰ ਚੁੱਕਦੇ ਹੋਏ ਜਵਾਬ ਦਿੱਤਾ। ਪਰ ਉਹਦੀਆਂ ਅੱਖਾਂ ਦਾ ਮੇਲ ਪਾਵੇਲ ਦੀਆਂ ਅੱਖਾਂ ਦੀ ਜ਼ਿੱਦੀ ਚਮਕ ਨਾਲ ਹੋਇਆ ਅਤੇ ਉਹਨੇ ਫਿਰ ਨੀਵੀਂ ਪਾ ਲਈ। ਉਹਨੇ ਹੌਂਕਾ ਭਰਿਆ ਤੇ ਮਾਂ ਦਾ ਹੱਥ ਛੱਡ ਦਿੱਤਾ। ਤੈਨੂੰ ਤਾਂ ਪਰੇਸ਼ਾਨ ਹੋਣ ਦੀ ਥਾਂ ਖੁਸ਼ ਹੋਣਾ ਚਾਹੀਦਾ ਹੈ, ਉਹਨੇ ਗਿਲਾ ਕਰਦੇ ਢੰਗ ਨਾਲ ਕਿਹਾ। ਅਜਿਹੀਆਂ ਮਾਵਾਂ ਕਦੋਂ ਹੋਣਗੀਆਂ ਜਿਹੜੀਆਂ ਹੱਸਦੀਆਂ-ਹੱਸਦੀਆਂ ਆਪਣੇ ਪੁੱਤਰਾਂ ਨੂੰ ਮਰਨ ਲਈ ਭੇਜਣਗੀਆਂ? ਖਖੋਲ ਬੁੜਬੁੜਾਇਆ। ਲਾਰਡ ਮੇਅਰ ਆਇਆ, ਨੱਕ ਅਸਮਾਨੇ ਚੜਾਇਆ। ਮੈਂ ਤਾਂ ਕੁਝ ਵੀ ਨਹੀਂ ਕਿਹਾ। ਕੁਝ ਕਿਹਾ? ਮਾਂ ਨੇ ਆਪਣੀ ਗੱਲ ਦੁਹਰਾਈ। ਮੈਂ ਤੇਰੇ ਰਾਹ ਵਿੱਚ ਰੋੜਾ ਨਹੀਂ ਬਣਾਂਗੀ, ਪਰ ਮੇਰੇ ਲਈ ਇਹ ਔਖੀ ਗੱਲ ਹੈ। ਮਾਂ ਜੋ ਹੋਈ, ਮੇਰੇ ਵੱਸ ਦੀ ਗੱਲ ਨਹੀਂ। ਉਹ ਮਾਂ ਤੋਂ ਪਰੇ ਹੋ ਗਿਆ ਤੇ ਉਹਦੀ ਅਗਲੀ ਗੱਲ ਉਹਨੂੰ ਡੰਗ ਵਾਂਗ ਚੁਭੀ। ਅਜਿਹਾ ਪਿਆਰ ਵੀ ਹੁੰਦਾ ਹੈ ਜਿਹੜੇ ਬੰਦੇ ਨੂੰ ਉਸ ਤਰ੍ਹਾਂ ਜਿਉਣੋਂ ਰੋਕਦਾ ਜਿਸ ਤਰ੍ਹਾਂ ਉਹ ਜਿਉਣਾ ਚਾਹੁੰਦਾ ਹੈ। ਇਹ ਨਾ ਕਹੋ ਪਾਸ਼ਾ, ਮਾਂ ਨੇ ਕੰਬ ਕੇ ਕਿਹਾ। ਇਸ ਗੱਲੋਂ ਡਰਦੀ ਨੇ ਕਿ ਮਤੇ ਉਹ ਉਹਦਾ ਦਿਲ ਦਿਖਾਉਣ ਵਾਲੀ ਕੋਈ ਹੋਰ ਗੱਲ ਕਹਿ ਦੇਵੇ। ਮੈਂ ਸਮਝਦੀ ਹਾਂ ਤੂੰ ਹੋਰ ਕੁਝ ਕਰ ਹੀ ਨਹੀਂ ਸਕਦਾ ਆਪਣੇ ਸਾਥੀਆਂ ਦੀ ਖਾਤਰ। ਉਹਨਾਂ ਖਾਤਰ ਨਹੀਂ, ਆਪਣੀ ਖਾਤਰ, ਉਹਨੇ ਸੁਧਾਈ ਕੀਤੀ।
ਆਂਦਰੇਈ ਦਰਵਾਜ਼ੇ ਵਿੱਚ ਆਇਆ, ਜਿਹੜਾ ਉਹਦੇ ਲਈ ਨੀਵਾਂ ਸੀ, ਸੋ ਉਹ ਆਪਣੇ ਗੋਡੇ ਅਜੀਬ ਤਰ੍ਹਾਂ ਮੋੜ ਕੇ ਖੜਾ ਸੀ। ਇੱਕ ਮੋਢਾ ਦਰਵਾਜ਼ੇ ਦੀ ਇੱਕ ਬਾਹੀ ਨਾਲ ਲੱਗਾ। ਉਹਨੇ ਸਿਰ ਅਤੇ ਦੂਜਾ ਮੋਢਾ ਅੱਗੇ ਵੱਲ ਵਧਾਇਆ ਹੋਇਆ ਸੀ। ਮਹਾਰਾਜ, ਇਹ ਵਿਚਾਰ ਤਿਆਗ ਦੇਣਾ ਕੋਈ ਮਾੜੀ ਗੱਲ ਨਹੀਂ ਹੋਵੇਗੀ, ਉਹਨੇ ਆਪਣੀਆਂ ਉੱਭਰਵੀਆਂ ਅੱਖਾਂ ਪਾਵੇਲ ਦੇ ਮੂੰਹ ਉੱਤੇ ਗੜਦੇ ਹੋਏ ਉਦਾਸ ਢੰਗ ਨਾਲ ਕਿਹਾ। ਉਹ ਕਿਸੇ ਚਟਾਨ ਦੀ ਤਰੇੜ ਵਿੱਚੋਂ ਝਾਕਦਾ ਕਿਰਲਾ ਜਾਪਦਾ ਸੀ। ਮਾਂ ਫੁੱਟ ਹੀ ਪੈਣ ਵਾਲੀ ਸੀ। ਹਾਏ ਰੱਬਾ, ਮੈਂ ਤਾਂ ਭੁੱਲ ਹੀ ਗਈ ਸਾਂ। ਉਹ ਬੁੜਬੁੜਾਈ ਤੇ ਦਰਵਾਜ਼ੇ ਵੱਲ ਵਧੀ ਤਾਂ ਜੋ ਉਹਦਾ ਪੁੱਤਰ ਉਹਨੂੰ ਰੋਂਦਿਆਂ ਨਾ ਵੇਖ ਸਕੇ। ਬਾਹਰ ਜਾ ਕੇ ਉਹ ਇੱਕ ਨੁਕਰੇ ਗੁੱਛਾ ਮੁੱਛਾ ਹੋ ਗਈ ਅਤੇ ਗੁੱਸੇ ਕਾਰਨ ਬੇਆਵਾਜ਼ ਸਿਸਕੀਆਂ ਲੈਂਦੀ ਰਹੀ, ਜਿਹੜੀਆਂ ਇਉਂ ਕਮਜ਼ੋਰ ਕਰਨ ਵਾਲੀਆਂ ਸਨ ਜਿਵੇਂ ਉਹਦੇ ਹੰਝੂਆਂ ਨਾਲ ਉਹਦੇ ਦਿਲ ਵਿੱਚੋਂ ਲਹੂ ਵਗ ਰਿਹਾ ਹੋਵੇ। ਅੱਧ ਖੁੱਲੇ ਦਰਵਾਜ਼ੇ ਵਿੱਚੋਂ ਉਹ ਉਹਨਾਂ ਨੂੰ ਨਿੰਮੀ ਆਵਾਜ਼ ਵਿੱਚ ਬਹਿਸਦਿਆਂ ਸੁਣ ਸਕਦੀ ਸੀ। ਤੇਰੀ ਨੀਅਤ ਕੀ ਹੈ? ਉਹਨੂੰ ਦੁਖੀ ਕਰਕੇ ਤੈਨੂੰ ਸਵਾਦ ਆਉਂਦਾ ਹੈ? ਖਖੋਲ ਨੇ ਪੁੱਛਿਆ। ਤੈਨੂੰ ਇਹ ਕਹਿਣ ਦਾ ਕੋਈ ਹੱਕ ਨਹੀਂ, ਪਾਵੇਲ ਕੂਕਿਆ। ਜੇ ਮੈਂ ਆਪਣਾ ਮੂੰਹ ਬੰਦ ਰੱਖਾਂ ਤੇ ਤੈਨੂੰ ਉੱਲੂ ਬੰਨ ਦੇਵਾਂ ਤਾਂ ਮੈਂ ਵਾਹਵਾ ਦੋਸਤ ਹੋਵਾਂਗਾ। ਤੂੰ ਇਹ ਕਿਉਂ ਕਿਹਾ? ਤੂੰ ਵੇਖਦਾ ਨਹੀਂ ਕੀ ਹੋ ਰਿਹਾ ਹੈ? ਸਾਨੂੰ ਦ੍ਰਿੜ ਹੋਣਾ ਚਾਹੀਦਾ ਹੈ ਅਤੇ ਹਾਂ ਜਾਂ ਨਾ ਕਹਿਣ ਨੂੰ ਡਰਨਾ ਨਹੀਂ ਚਾਹੀਦਾ। ਮਾਂ ਨੂੰ, ਹਰ ਇੱਕ ਨੂੰ, ਮੈਨੂੰ ਅਜਿਹੇ ਪਿਆਰ ਜਾਂ ਮਿੱਤਰਤਾ ਦੀ ਲੋੜ ਨਹੀਂ ਜਿਹੜਾ ਮੇਰੀਆਂ ਲੱਤਾਂ ਨੂੰ ਚਿੰਬੜਿਆ ਰਹੇ ਅਤੇ ਮੈਨੂੰ ਰੋਕੀ ਰੱਖੇ। ਬੜਾ ਸੂਰਮਾ ਏ, ਜਾ ਤੇ ਜਾ ਕੇ ਨੱਕ ਪੂੰਝ। ਇਹ ਗੱਲ ਸਾਸ਼ਾ ਨੂੰ ਕਹੀ। ਅਜਿਹੀਆਂ ਗੱਲਾਂ ਲਈ ਉਹ ਠੀਕ ਹੈ। ਉਹਨੂੰ ਤਾਂ ਮੈਂ ਪਹਿਲਾਂ ਹੀ ਦੱਸ ਦਿੱਤਾ ਹੈ। ਉਹ ਨਹੀਂ, ਤੂੰ ਨਹੀਂ ਦੱਸਿਆ। ਤੂੰ ਉਹਦੇ ਨਾਲ ਨਰਮੀ ਨਾਲ ਪਿਆਰ ਕਰਨ ਦੇ ਢੰਗ ਨਾਲ ਗੱਲ ਕੀਤੀ। ਭਾਵੇਂ ਮੈਂ ਗੱਲਬਾਤ ਨਹੀਂ ਸੁਣੀ, ਪਰ ਮੈਨੂੰ ਪਤਾ ਹੈ ਤੂੰ ਅਜਿਹਾ ਕੀਤਾ। ਪਰ ਆਪਣੀ ਮਾਂ ਦੇ ਸਾਹਮਣੇ ਤੈਨੂੰ ਵੱਡਾ ਸੂਰਮਾ ਬਣਨ ਦੀ ਲੋੜ ਸੀ। ਜੇ ਤੂੰ ਪੁੱਛਦਾ ਹੀ ਏ ਤਾਂ ਤੇਰੀ ਸਾਰੀ ਆਕੜ ਇੱਕ ਉਂਗਲ ਦੇ ਕੜਾਕੇ ਦੇ ਮੁੱਲ ਦੀ ਨਹੀਂ। ਪੈਲਾਗੀਆਂ ਨੇ ਕਾਲੀ ਕਾਲੀ ਅਥਰੂ ਪੂੰਝੇ। ਉਹਨੂੰ ਡਰ ਸੀ ਕਿ ਖਗੋਲ ਕੋਈ ਬਹੁਤ ਖਰਵੀ ਗੱਲ ਕਹਿ ਦੇਵੇਗਾ, ਸੋ ਉਹਨੇ ਕਾਹਲ ਨਾਲ ਦਰਵਾਜ਼ਾ ਖੋਲ੍ਹਿਆ ਤੇ ਰਸੋਈ ਵਿੱਚ ਦਾਖਲ ਹੋਈ। ਪਰ ਕਿੰਨੀ ਠੰਡ ਹੈ, ਉਹਨੇ ਉੱਚੀ ਆਵਾਜ਼ ਵਿੱਚ ਕਿਹਾ। ਉਹਦੀ ਆਵਾਜ਼ ਡਰ ਅਤੇ ਦੁੱਖ ਕਾਰਨ ਕੰਬ ਰਹੀ ਸੀ। ਕੌਣ ਕਹਿ ਸਕਦਾ ਬਸੰਤ ਆ ਗਈ ਹੈ? ਉਹਨੇ ਦੂਜੇ ਕਮਰੇ ਵਿਚਲੀਆਂ ਆਵਾਜ਼ਾਂ ਨੂੰ ਡੁਬਾਉਣ ਦਾ ਯਤਨ ਕਰਦੇ ਹੋਏ ਚੀਜ਼ਾਂ ਨੂੰ ਬੇਮਤਲਬ ਇੱਧਰ ਉੱਧਰ ਕੀਤਾ। ਸਭ ਕੁਝ ਤਬਦੀਲ ਹੋ ਗਿਆ, ਉਹ ਬੋਲਦੀ ਗਈ, ਹੋਰ ਵੀ ਉੱਚੀ ਆਵਾਜ਼ ਵਿੱਚ। ਲੋਕ ਵਧੇਰੇ ਤੱਤੇ ਹੁੰਦੇ ਜਾਂਦੇ ਨੇ ਤੇ ਮੌਸਮ ਵਧੇਰੇ ਠੰਡਾ। ਪਹਿਲਾਂ ਇੰਨੀ ਦਿਨੀ ਗਰਮੀ ਹੋ ਜਾਂਦੀ ਸੀ, ਧੁੱਪ ਤੇ ਖਰਾ ਆਸਮਾਨ। ਆਵਾਜ਼ਾਂ ਰੁਕ ਗਈਆਂ। ਉਹ ਰਸੋਈ ਦੇ ਵਿਚਕਾਰ ਖੜੀ ਸੁਣਦੀ ਰਹੀ। ਸੁਣਿਆ ਈ? ਖਖੋਲ ਨੇ ਹੌਲੇ ਜਿਹੇ ਕਿਹਾ। ਤੇਰੇ ਤੇ ਰੱਬ ਦੀ ਮਾਰ ਹਜੇ ਵੀ ਸਮਝ ਜਾ, ਉਹਦੇ ਵਿੱਚ ਤੇਰੇ ਨਾਲੋਂ ਵਧੇਰੇ ਸਿਆਣਪ ਹੈ। ਚਾਹ ਪੀਵੀਏ? ਮਾਂ ਨੇ ਕੰਬਦੀ ਆਵਾਜ਼ ਵਿੱਚ ਕਿਹਾ। ਕਾਂਬੇ ਦੀ ਵਿਆਖਿਆ ਕਰਨ ਲਈ ਉਹਨੇ ਕਾਹਲ ਨਾਲ ਕਿਹਾ, ਰੱਬ ਦੀ ਸਹੁੰ, ਮੈਂ ਤਾਂ ਉੱਕਾ ਹੀ ਯੱਕ ਹੋ ਗਈ ਵਾਂ। ਪਾਵੇਲ ਹੌਲੀ ਹੌਲੀ ਮਾਂ ਕੋਲ ਗਿਆ। ਉਹਨੇ ਨੀਵੀਂ ਪਾਈ ਹੋਈ ਸੀ ਅਤੇ ਉਹਦੇ ਬੁੱਲ੍ਹਾਂ ਉੱਤੇ ਇੱਕ ਦੋਸ਼ੀ ਮੁਸਕਾਨ ਖੇਡ ਰਹੀ ਸੀ। ਮਾਂ, ਮੈਨੂੰ ਮਾਫ ਕਰ ਦੇ, ਮੈਂ ਤਾਂ ਹਜੇ ਅੱਲੜ ਵਾਂ ਤੇ ਵਲੱਲਾ। ਮੈਨੂੰ ਤੰਗ ਨਾ ਕਰ। ਉਹ ਪਾਵੇਲ ਦਾ ਸਿਰ ਛਾਤੀ ਨਾਲ ਲਾ ਕੇ ਬੜੀ ਆਤਰ ਹੋਈ ਕੂਕੀ। ਕੁਝ ਕਹਿਣ ਦੀ ਲੋੜ ਨਹੀਂ, ਰੱਬ ਜਾਣਦਾ ਤੁਹਾਡੀ ਜ਼ਿੰਦਗੀ ਤੁਹਾਡੀ ਆਪਣੀ ਵੇ। ਇਹਦੇ ਨਾਲ ਜੋ ਚਾਹੇ ਕਰੋ, ਪਰ ਮੇਰੇ ਦਿਲ ਨੂੰ ਨਾ ਛੇੜੋ। ਕਿ ਮਾਂ ਪਿਆਰ ਕਰਨ ਨੂੰ ਰਹਿ ਸਕਦੀ ਵੇ? ਉਹਨੂੰ ਤਾਂ ਪਿਆਰ ਹੀ ਕਰਨਾ ਪੈਂਦਾ। ਮੈਂ ਤੁਹਾਨੂੰ ਸਭਨਾਂ ਨੂੰ ਪਿਆਰ ਕਰਦੀ ਵਾਂ। ਤੁਸੀਂ ਸਾਰੇ ਮੇਰੇ ਪਿਆਰੇ ਹੋ ਤੇ ਤੁਸੀਂ ਸਾਰੇ ਪਿਆਰ ਕਰਨ ਜੋਗੇ ਹੋ। ਜੇ ਮੈਂ ਨਾ ਕਰਾਂ ਤਾਂ ਤੁਹਾਨੂੰ ਪਿਆਰ ਕੌਣ ਕਰੇਗਾ? ਤੁਸੀਂ ਚਲੇ ਜਾਓਗੇ ਤੇ ਹੋਰ ਤੁਹਾਡੀ ਥਾਂ ਆ ਜਾਣਗੇ, ਸਭ ਕੁਝ ਛੱਡ ਕੇ। ਹੈ ਪਾਸ਼ਾ? ਉਹਦੀ ਛਾਤੀ ਵਿੱਚ ਵੱਡੇ ਮਗਦੇ ਵਿਚਾਰ ਧੜਕ ਰਹੇ ਸਨ। ਉਹਦਾ ਦਿਲ ਕਿਸੇ ਸੋਗੀ ਖੁਸ਼ੀ ਨਾਲ ਲੁਸ਼-ਲੁਸ਼ ਕਰ ਰਿਹਾ ਸੀ, ਜਿਹੜੀ ਖੁਸ਼ੀ ਪ੍ਰਗਟ ਕਰਨ ਲਈ ਉਹਨੂੰ ਸ਼ਬਦ ਨਹੀਂ ਸਨ ਔੜਦੇ, ਅਤੇ ਆਪਣੇ ਅਬੋਲ ਸੰਤਾਪ ਵਿੱਚ ਉਹ ਤਿੱਖੀ ਡੂੰਗੀ ਪੀੜ ਨਾਲ ਲਿਸ਼ਕਦੀਆਂ ਅੱਖਾਂ ਨਾਲ ਆਪਣੇ ਪੁੱਤਰ ਵੱਲ ਵੇਖ ਰਹੀ ਸੀ। ਕੋਈ ਗੱਲ ਨਹੀਂ ਮਾਂ, ਮੈਨੂੰ ਮਾਫ ਕਰ ਦੇ। ਹੁਣ ਮੈਂ ਸਭ ਕੁਝ ਸਮਝਦਾ ਤੇ ਮੈਂ ਇਹ ਕਦੀ ਭੁੱਲਣ ਨਹੀਂ ਲੱਗਾ। ਮੈਂ ਸਹੁੰ ਖਾਂਦਾ ਮੈਂ ਨਹੀਂ ਭੁੱਲਾਂਗਾ। ਉਹ ਮੁਸਕਰਾਉਂਦਾ ਹੋਇਆ ਮੁੜਿਆ, ਖੁਸ਼ ਪਰ ਸ਼ਰਮਿੰਦਾ। ਉਹ ਉਹਦੇ ਕੋਲੋਂ ਚਲੀ ਗਈ ਅਤੇ ਦੂਜੇ ਕਮਰੇ ਦੇ ਦਰਵਾਜ਼ੇ ਵਿੱਚ ਅੱਪੜੀ। ਆਂਦਰੀ ਊਸ਼ਾ, ਉਹਨੇ ਨਰਮ ਜਿਹੀ ਮਿੰਨਤ ਦੇ ਢੰਗ ਨਾਲ ਕਿਹਾ। ਉਹਨੂੰ ਇੰਨੀ ਉੱਚੀ ਗੁੱਸੇ ਨਾ ਹੋਇਆ ਕਰ, ਤੂੰ ਵੱਡਾ ਏ। ਮੈਂ ਉਹਨੂੰ ਉੱਚੀ ਗੁੱਸੇ ਹੀ ਨਹੀਂ ਹੋਵਾਂਗਾ, ਮੈਂ ਤਾਂ ਕੁੱਟ-ਕੁੱਟ ਕੇ ਉਹਦਾ ਮਲੀਦਾ ਬਣਾ ਦਿਆਂਗਾ। ਉਹਨੇ ਮੁੜੇ ਬਗੈਰ ਹਸਾਉਣੀ ਅਤੇ ਅਜੀਬ ਆਵਾਜ਼ ਵਿੱਚ ਕਰਕਦੇ ਹੋਏ ਕਿਹਾ। ਮਾਂ ਉਹਦੇ ਕੋਲ ਗਈ ਤੇ ਆਪਣਾ ਹੱਥ ਅੱਗੇ ਕੀਤਾ। ਤੂੰ ਕਿੰਨਾ ਚੰਗਾ ਏ। ਉਹ ਕਾਹਲੀ ਨਾਲ ਭਵਿਆ ਅਤੇ ਆਪਣੇ ਹੱਥ ਪਿੱਠ ਪਿੱਛੇ ਕਰਕੇ ਅਤੇ ਆਪਣਾ ਸਿਰ ਕਿਸੇ ਸਾਨ ਵਾਂਗ ਨੀਵਾਂ ਕਰਕੇ ਮਾਂ ਕੋਲੋਂ ਲੰਘ ਕੇ ਰਸੋਈ ਵਿੱਚ ਚਲਾ ਗਿਆ। ਮਾਂ ਨੇ ਉਹਨੂੰ ਜ਼ਬਰਦਸਤ ਟਿਚਕਰ ਦੇ ਢੰਗ ਵਿੱਚ ਬੋਲਦੇ ਸੁਣਿਆ। ਪਾਵੇਲ, ਇਸ ਤੋਂ ਪਹਿਲਾਂ ਕਿ ਮੈਂ ਤੇਰਾ ਸਿਰ ਲਾ ਦਿਆਂ, ਇੱਥੋਂ ਚਲਾ ਜਾ। ਨੈਣਕੋ, ਮੇਰੀ ਗੱਲ ਸੱਚੀ ਨਾ ਜਾਣ ਲਵੀ, ਮੈਂ ਤਾਂ ਠੱਠਾ ਪਿਆ ਕਰਦਾ। ਲੈ, ਮੈਂ ਸਾਮਾਵਰ ਭਖਾਉਂਦਾ।
ਕਿੰਨਾ ਸੋਹਣਾ ਕੱਚਾ ਕੋਲਾ ਲਿਆਂਦਾ ਤੂੰ, ਉੱਕਾ ਹੀ ਗਿੱਲਾ ਪਵੇ ਢੱਠੇ ਖੂਹ ਵਿੱਚ। ਉਹ ਚੁੱਪ ਕਰ ਗਿਆ। ਜਦੋਂ ਮਾਂ ਕਮਰੇ ਵਿੱਚ ਆਈ ਤਾਂ ਉਹ ਫਰਸ਼ ਉੱਤੇ ਬੈਠਾ ਸਾਮਾਵਾਰ ਨੂੰ ਫੂਕਾ ਮਾਰ ਰਿਹਾ ਸੀ। ਡਰ ਨਹੀਂ, ਮੈਂ ਉਹਨੂੰ ਹੱਥ ਵੀ ਨਹੀਂ ਲਾਉਣ ਲੱਗਾ, ਉਹਨੇ ਉੱਪਰ ਵੇਖੇ ਬਿਨਾਂ ਕਿਹਾ। ਮੈਂ ਤਾਂ ਉਬਲੇ ਗੋਂਗਲੂ ਵਾਂਗ ਨਰਮ ਵਾਂ ਅਤੇ ਮੈਂ ਆਪਣੇ ਕੰਨ ਬੰਦ ਕਰ ਲਏ। ਸੂਰਮਿਆਂ, ਮੈਂ ਤਾਂ ਉਹਨੂੰ ਸੱਚਮੁੱਚ ਬਹੁਤ ਪਿਆਰ ਕਰਦਾ ਹੈ, ਪਰ ਮੈਨੂੰ ਉਹ ਵਾਸਕਟ ਪਸੰਦ ਨਹੀਂ ਜਿਹੜੀ ਉਹਨੇ ਪਾਈ ਹੋਈ ਹੈ। ਵੇਖ ਨਾ, ਉਹਨੇ ਨਵੀਂ ਵਾਸਕਟ ਲੈ ਲਈ ਹੈ ਤੇ ਉਹ ਸਮਝਦਾ ਉਹ ਸੋਹਣਾ ਹੈ, ਸੋ ਗੋਗੜ ਕੱਢੀ ਫਿਰਦਾ, ਹਰ ਇੱਕ ਨਾਲ ਟਕਰਾਉਂਦਾ ਅਤੇ ਕਹਿੰਦਾ, ਵੇਖੋ ਮੇਰੀ ਵਾਸਕਟ ਕਿੰਨੀ ਸੋਹਣੀ ਹੈ। ਵਾਸਕਟ ਤਾਂ ਠੀਕ ਹੈ, ਪਰ ਹਰ ਇੱਕ ਨਾਲ ਟਕਰਾ ਕਿਉਂ? ਅੱਗੇ ਹੀ ਲੋਕਾਂ ਤੋਂ ਜਾਨ ਬਚਾਉਣੀ ਔਖੀ ਹੈ। ਕਿੰਨਾ ਚਿਰ ਐਵੇਂ ਬੋਲੀ ਜਾਵੇਂਗਾ? ਪਾਵੇਲ ਨੇ ਨਿੱਕਾ ਜਿਹਾ ਹਾਸਾ ਹੱਸ ਕੇ ਕਿਹਾ। ਤੂੰ ਇੱਕ ਵਾਰ ਮੇਰੀ ਝੰਡ ਲਾ ਲਈ, ਚੱਲ ਹੁਣ ਬਸ ਕਰੀਏ। ਖਖੋਲ ਨੇ ਆਪਣੀਆਂ ਲੱਤਾਂ ਸਾਮਾਵਰ ਦੇ ਦੋਵੇਂ ਪਾਸੇ ਪਸਾਰੀਆਂ ਤੇ ਫਰਸ਼ ਉੱਤੇ ਬੈਠੇ ਨੇ ਉਹਦੇ ਵੱਲ ਵੇਖਿਆ। ਮਾਂ ਦਰਵਾਜ਼ੇ ਵਿੱਚ ਖੜੀ ਪਿਆਰ ਨਾਲ ਉਹਦੀ ਗੋਲ ਲੰਮੀ ਝੁਕੀ ਗਰਦਨ ਉੱਤੇ ਝਾਤ ਮਾਰ ਰਹੀ ਸੀ। ਉਹਨੇ ਆਪਣੇ ਸਰੀਰ ਨੂੰ ਵੱਲ ਦਿੱਤਾ, ਆਪਣੀਆਂ ਬਾਹਾਂ ਦਾ ਸਹਾਰਾ ਲਿਆ। ਮਾਂ ਅਤੇ ਪੁੱਤਰ ਵੱਲ ਵੇਖਿਆ ਤੇ ਉਹਦੀਆਂ ਅੱਖਾਂ ਅਚਾਨਕ ਲਾਲ ਹੋ ਗਈਆਂ। ਤੁਸੀਂ ਦੋਵੇਂ ਕੁਝ ਚੰਗੇ ਹੀ ਹੋ, ਉਹਨੇ ਅੱਖਾਂ ਝਪਕਦੇ ਹੋਏ ਨਿੰਮੀ ਆਵਾਜ਼ ਵਿੱਚ ਕਿਹਾ। ਪਾਵੇਲ ਝੁਕਿਆ ਤੇ ਉਹਦਾ ਹੱਥ ਫੜਿਆ। ਖਿੱਚ ਨਹੀਂ, ਖਖੋਲ ਨੇ ਖਖੋਲੀ ਆਵਾਜ਼ ਵਿੱਚ ਕਿਹਾ, ਤੂੰ ਮੈਨੂੰ ਡੇਗ ਦੇਵੇਂਗਾ। ਸ਼ਰਮ ਕਿਉਂ ਕਰਦੇ ਹੋ? ਮਾਂ ਨੇ ਪੁੱਛਿਆ। ਚਲੋ ਇੱਕ ਦੂਜੇ ਨੂੰ ਚੁੰਮੋ, ਖੂਬ ਘੁੱਟ ਕੇ ਜੱਫੀਆਂ ਪਾਓ। ਕਿਵੇਂ ਕਰੀਏ? ਪਾਵੇਲ ਨੇ ਪੁੱਛਿਆ। ਆ ਜਾ, ਖਖੋਲ ਨੇ ਉੱਠਦੇ ਹੋਏ ਕਿਹਾ। ਉਹਨਾਂ ਘੁੱਟ ਕੇ ਜੱਫੀ ਪਾਈ ਅਤੇ ਇੱਕ ਛਿਣ ਐਲ ਖੜੇ ਰਹੇ। ਦੋ ਦੇਹਾਂ ਤੇ ਇੱਕ ਆਤਮਾ ਮਿੱਤਰਤਾ ਨਾਲ ਲੱਟ-ਲੱਟ ਕਰਦੀ। ਮਾਂ ਦੀਆਂ ਗੱਲਾਂ ਤੋਂ ਹੰਝੂ ਘਿਰ ਰਹੇ ਸਨ, ਪਰ ਇਸ ਵਾਰ ਇਹ ਖੁਸ਼ੀ ਦੇ ਹੰਝੂ ਸਨ। ਜਨਾਨੀਆਂ ਨੂੰ ਰੋਣਾ ਚੰਗਾ ਲੱਗਦਾ, ਉਹਨੇ ਆਪਣੇ ਹੰਝੂ ਪੂੰਝਦੇ ਹੋਏ ਸ਼ਰਮਿੰਦਗੀ ਨਾਲ ਕਿਹਾ। ਜਦੋਂ ਖੁਸ਼ ਹੁੰਦੀਆਂ ਨੇ ਤਾਂ ਰੋਂਦੀਆਂ ਨੇ ਤੇ ਜਦੋਂ ਦੁਖੀ ਹੁੰਦੀਆਂ ਨੇ ਤਾਂ ਰੋਂਦੀਆਂ ਨੇ। ਖਖੋਲ ਨੇ ਪਾਵੇਲ ਨੂੰ ਹੌਲੀ ਜਿਹੇ ਪਿੱਛੇ ਧੱਕਿਆ। ਬਸ ਬਹੁਤ ਹੋ ਗਈ, ਉਹਨੇ ਵੀ ਆਪਣੀਆਂ ਅੱਖਾਂ ਪੂੰਝਦੇ ਹੋਏ ਕਿਹਾ। ਵੱਛੇ ਨੇ ਕਾਫੀ ਕਲੋਲ ਕਰ ਲਏ ਨੇ, ਹੁਣ ਉਹਨੂੰ ਭੁੰਨਣ ਦਾ ਸਮਾਂ ਆ ਗਿਆ ਹੈ। ਢੱਠੇ ਖੂਹ ਵਿੱਚ ਪੈਣ ਤੁਹਾਡੇ ਕੋਲੇ ਮੈਂ ਇੰਨੇ ਜ਼ੋਰ ਦੀ ਫੂਕ ਮਾਰੀ ਕਿ ਮੇਰੀਆਂ ਅੱਖਾਂ ਵਿੱਚ ਕੁਝ ਪੈ ਗਿਆ ਹੈ। ਅਜਿਹੇ ਹੰਝੂਆਂ ਵਿੱਚ ਸ਼ਰਮ ਦੀ ਗੱਲ ਕਿਹੜੀ ਏ? ਪਾਵੇਲ ਨੇ ਬਾਰੀ ਕੋਲ ਬਹਿੰਦੇ ਹੋਏ ਹੌਲੀ ਜਿਹੀ ਕਿਹਾ। ਉਹਦੀ ਮਾਂ ਉਹਦੇ ਵੱਲ ਗਈ ਅਤੇ ਉਹਦੇ ਕੋਲ ਬਹਿ ਗਈ। ਉਹਦਾ ਦਿਲ ਨਵੀਂ ਦਲੇਰੀ ਨਾਲ ਭਰਪੂਰ ਸੀ, ਜਿਸ ਨੇ ਉਹਨੂੰ ਉਹਦੀ ਗਮਗੀਨ ਦੇ ਬਾਵਜੂਦ ਸ਼ਾਂਤ ਅਤੇ ਸੰਤੁਸ਼ਟ ਬਣਾ ਦਿੱਤਾ। ਮੈਂ ਚਾਹ ਦਾ ਸਮਾਨ ਲੈ ਆਉਂਦਾ, ਤੂੰ ਨਾ ਉੱਠ ਕੇ ਨੈਣਕੋ, ਖਖੋਲ ਨੇ ਕਮਰੇ ਵਿੱਚੋਂ ਬਾਹਰ ਜਾਂਦੇ ਹੋਏ ਕਿਹਾ। ਆਪਣਾ ਦਿਲ ਇਉਂ ਨਪੀੜੇ ਜਾਣ ਪਿੱਛੋਂ ਘੜੀ ਪਲ ਆਰਾਮ ਕਰ ਲੈ। ਉਹਦੀ ਭਰਪੂਰ ਆਵਾਜ਼ ਉਹਨਾਂ ਨੂੰ ਸੁਣਾਈ ਦਿੱਤੀ। ਅਸਾਂ ਹੁਣੇ-ਹੁਣੇ ਜ਼ਿੰਦਗੀ ਦਾ ਸੋਹਣਾ ਸਵਾਦ ਮਾਣਿਆ, ਨਿੱਘੀ ਮਨੁੱਖੀ ਜ਼ਿੰਦਗੀ ਦਾ ਇੱਕ ਭੋਰਾ, ਉਹਨੇ ਕਿਹਾ। ਹਾਂ, ਪਾਵੇਲ ਨੇ ਮਾਂ ਵੱਲ ਵੇਖਦੇ ਹੋਏ ਕਿਹਾ। ਅਤੇ ਇਹਨੇ ਸਭ ਕੁਝ ਨੂੰ ਹੋਰ ਤਰ੍ਹਾਂ ਬਣਾ ਦਿੱਤਾ, ਮਾਂ ਨੇ ਕਿਹਾ। ਸਾਡਾ ਦੁੱਖ ਵੱਖਰੀ ਤਰ੍ਹਾਂ ਦਾ ਹੈ ਤੇ ਸਾਡੀ ਖੁਸ਼ੀ ਵੀ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ, ਖਖੋਲ ਨੇ ਕਿਹਾ, ਕਿਉਂਕਿ ਇੱਕ ਨਵਾਂ ਦਿਲ ਜੰਮ ਰਿਹਾ ਹੈ। ਨੈਣਕੋ, ਇੱਕ ਨਵੇਂ ਦਿਲ ਵਿੱਚ ਜਾਨ ਪੈ ਰਹੀ ਹੈ। ਮਨੁੱਖ ਅੱਗੇ ਵੱਲ ਪੁਲਾਂਘਾਂ ਪੁੱਟ ਰਿਹਾ ਹੈ, ਸਾਰੇ ਸੰਸਾਰ ਉੱਤੇ ਦਲੀਲ ਦਾ ਚਾਨਣ ਖਲੇਰਦਾ ਤੇ ਜਾਂਦੇ ਜਾਂਦੇ ਇਹ ਹੋਕਾ ਦਿੰਦਾ, ਸਭਨਾਂ ਦੇਸ਼ਾਂ ਦੇ ਲੋਕੋ, ਇੱਕ ਟੱਬਰ ਵਿੱਚ ਇੱਕ ਮੁੱਠ ਹੋ ਜਾਓ ਅਤੇ ਉਹਦੇ ਸੱਦੇ ਦੇ ਜਵਾਬ ਵਿੱਚ ਸਾਰੇ ਨਰੋਏ ਦਿਲ ਇੱਕ ਬਹੁਤ ਵੱਡਾ ਦਿਲ ਬਣਾਉਣ ਲਈ ਇਕੱਠੇ ਹੋ ਜਾਂਦੇ ਹਨ, ਜਿਹੜਾ ਕਿਸੇ ਚਾਂਦੀ ਦੀ ਘੰਟੀ ਜਿਹਾ ਤਕੜਾ ਤੇ ਸੁਰੀਲਾ ਹੈ। ਮਾਂ ਨੇ ਆਪਣੇ ਹੋਠ ਭੀਂਚ ਲਏ ਤਾਂ ਜੋ ਉਹ ਕੰਬਣ ਨਾ ਤੇ ਅੱਖਾਂ ਬੰਦ ਕਰ ਲਈਆਂ ਤਾਂ ਜੋ ਅਥਰੂ ਰੋਕੀ ਰੱਖੇ। ਪਾਵੇਲ ਨੇ ਆਪਣਾ ਹੱਥ ਚੁੱਕਿਆ ਜਿਵੇਂ ਉਹ ਬੋਲਣ ਲੱਗਾ ਹੋਵੇ, ਪਰ ਮਾਂ ਨੇ ਉਹਨੂੰ ਆਪਣੇ ਵੱਲ ਖਿੱਚ ਲਿਆ। ਉਹਦੀ ਗੱਲ ਨਾ ਟੋਕ, ਉਹਨੇ ਹੌਲੀ ਜਿਹੇ ਕਿਹਾ। ਖਖੋਲ ਆਇਆ ਤੇ ਬੂਹੇ ਵਿੱਚ ਖੜਾ ਹੋ ਗਿਆ। ਹਜੇ ਲੋਕਾਂ ਨੂੰ ਬਹੁਤ ਗਮ ਵੇਖਣਾ ਪਵੇਗਾ ਤੇ ਹਜੇ ਬਹੁਤ ਖੂਨ ਰੁੜਨਾ ਏ, ਪਰ ਮੇਰੇ ਸਾਰੇ ਦੁੱਖ ਤੇ ਮੇਰੀ ਸਾਰੀ ਰੱਤ ਉਹਦਾ ਮੁੱਲ ਤਾਰਨ ਲਈ ਥੋੜੇ ਨੇ, ਜੋ ਕੁਝ ਮੇਰੇ ਕੋਲ ਪਹਿਲਾਂ ਹੀ ਮੇਰੇ ਦਿਲ ਤੇ ਦਿਮਾਗ ਵਿੱਚ ਹੈ। ਮੈਂ ਉਹਦੀਆਂ ਕਿਰਨਾਂ ਸਮੇਤ ਕਿਸੇ ਤਾਰੇ ਜਿੰਨਾ ਅਮੀਰ ਵਾਂ। ਮੈਂ ਸਭ ਕੁਝ ਝੱਲ ਸਕਦਾ, ਸਭ ਕੁਝ ਸਹਿ ਸਕਦਾ, ਕਿਉਂਕਿ ਮੇਰੇ ਕੋਲ ਇੰਨੀ ਖੁਸ਼ੀ ਹੈ ਜਿਹੜੀ ਕੋਈ ਸ਼ੈ ਅਤੇ ਕੋਈ ਮਨੁੱਖ ਮੈਥੋਂ ਖੋ ਨਹੀਂ ਸਕਦਾ, ਅਤੇ ਇਹ ਖੁਸ਼ੀ ਮੇਰੀ ਤਾਕਤ ਹੈ। ਉਹ ਅੱਧੀ ਰਾਤ ਤੱਕ ਬੈਠੇ ਚਾਹ ਪੀਂਦੇ ਰਹੇ ਅਤੇ ਜ਼ਿੰਦਗੀ, ਲੋਕਾਂ ਤੇ ਭਵਿੱਖ ਬਾਰੇ ਖੁੱਲ੍ਹੀਆਂ ਗੱਲਾਂ ਕਰਦੇ ਰਹੇ। ਜਦੋਂ ਕਦੀ ਕੋਈ ਵਿਚਾਰ ਮਾਂ ਲਈ ਸਪਸ਼ਟ ਹੋ ਜਾਂਦਾ ਤਾਂ ਉਹ ਹੌਂਕਾ ਲੈ ਕੇ ਬੀਤੇ ਵਿੱਚੋਂ ਕਿਸੇ ਖਰਵੀਂ ਅਤੇ ਅਸੁਖਾਵੀਂ ਯਾਦ ਨੂੰ ਫੜਦੀ, ਤਾਂ ਜੋ ਉਹ ਉਸ ਵਿਚਾਰ ਦੀ ਟੇਕ ਲਈ ਪੱਥਰ ਬਣ ਜਾਵੇ। ਉਹਨਾਂ ਦੀ ਗੱਲਬਾਤ ਦੇ ਨਿੱਘੇ ਵਹਿਣ ਵਿੱਚ ਮਾਂ ਦੇ ਡਰ ਪੰਗਰ ਗਏ। ਉਹਨੂੰ ਉਸੇ ਤਰ੍ਹਾਂ ਜਾਪਿਆ ਜਿਵੇਂ ਉਸ ਦਿਨ ਜਾਪਿਆ ਸੀ ਜਦੋਂ ਉਹਦੇ ਪਿਓ ਨੇ ਸਖਤੀ ਨਾਲ ਉਹਨੂੰ ਕਿਹਾ ਸੀ,
ਮੂੰਹ ਬਣਾਉਣ ਨਾਲ ਕੁਝ ਨਹੀਂ ਬਣਨਾ। ਜੇ ਕੋਈ ਅਜਿਹਾ ਬੰਦਾ ਆ ਜਾਵੇ ਜਿਹੜਾ ਤੇਰੇ ਨਾਲ ਵਿਆਹ ਕਰਨ ਜਿੰਨਾ ਮੂਰਖ ਹੋਵੇ ਤਾਂ ਵੇਲਾ ਨਾ ਖੁਜਾਈ। ਸਾਰੀਆਂ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ ਤੇ ਫਿਰ ਉਹ ਸਾਰੀਆਂ ਬੱਚੇ ਜੰਮਦੀਆਂ ਨੇ ਜਿਹੜੇ ਢੇਰ ਸਾਰੀ ਮੁਸੀਬਤ ਤੋਂ ਬਿਨਾਂ ਕੁਝ ਨਹੀਂ ਲਿਆਉਂਦੇ। ਤੂੰ ਕੋਈ ਬਾਕੀਆਂ ਨਾਲੋਂ ਵੱਖਰੀ ਨਹੀਂ। ਉਸ ਤੋਂ ਪਿੱਛੋਂ ਉਹਨੇ ਆਪਣੇ ਸਾਹਮਣੇ ਹਨੇਰੀ ਬੰਜਰ ਉਜਾੜ ਵਿੱਚੋਂ ਵੱਲ ਖਾਂਦਾ ਨਿਰਾਸ਼ ਰਾਹ ਵੇਖਿਆ ਸੀ ਅਤੇ ਇਸ ਰਾਹ ਉੱਤੇ ਚੱਲਣ ਦੀ ਅਟਲਤਾ ਨੇ ਹੀ ਉਹਦਾ ਦਿਲ ਇੱਕ ਸਮਝ ਨਾ ਆਉਣ ਵਾਲੇ ਚੈਨ ਨਾਲ ਭਰ ਦਿੱਤਾ ਸੀ। ਹੁਣ ਵੀ ਉਸੇ ਤਰ੍ਹਾਂ ਹੋਇਆ ਸੀ, ਪਰ ਨਵੇਂ ਗਮ ਦੀ ਨੇੜਤਾ ਨੂੰ ਅਨੁਭਵ ਕਰਦੇ ਹੋਏ ਉਹ ਕਿਸੇ ਅਣਜਾਣੇ ਬੰਦੇ ਨੂੰ ਖੋਰੀ ਢੰਗ ਨਾਲ ਕਹਿੰਦੀ ਰਹੀ, ਲੈ ਇਹ ਲੈ। ਇਸ ਨਾਲ ਉਹਦੇ ਦੁੱਖ ਦੇ ਦਿਲ ਨੂੰ ਚੈਨ ਆਇਆ ਜਿਹੜਾ ਕਿਸੇ ਕੱਸੀ ਤਾਰ ਵਾਂਗ ਗੂੰਜ ਅਤੇ ਲਰਜ ਰਿਹਾ ਸੀ। ਪਰ ਦਿਲ ਹੀ ਦਿਲ ਵਿੱਚ ਜਿਹੜਾ ਆਸ ਦੀ ਉਦਾਸੀ ਕਾਰਨ ਉਤੇਜਿਤ ਹੋ ਗਿਆ ਸੀ, ਉਹ ਇਹ ਮੱਧਮ ਪਰ ਲਗਾਤਾਰ ਆਸ ਲਾਈ ਬੈਠੀ ਸੀ ਕਿ ਉਸ ਤੋਂ ਸਭ ਕੁਝ ਨਹੀਂ ਖੋ ਲੈਣਗੇ। ਹਰ ਅਖੀਰੀ ਸ਼ੈ ਤੱਕ ਨਹੀਂ, ਨਿਸ਼ਚੇ ਹੀ ਕੁਝ ਨਾ ਕੁਝ ਬਚ ਰਹੇਗਾ। ਅੰਕ 24ਵਾਂ। ਇੱਕ ਦਿਨ ਸਵੇਰੇ ਸਵੇਰੇ ਜਦੋਂ ਪਾਵੇਲ ਅਤੇ ਆਂਦਰੇਈ ਕੰਮ ਤੇ ਚਲੇ ਗਏ ਸਨ ਤਾਂ ਕੋਰਸੂਨੋਵਾ ਨੇ ਘਬਰਾਉਂਦੇ ਢੰਗ ਨਾਲ ਬਾਰੀ ਖੜਕਾਈ। ਉਹਨਾਂ ਈਸਾਈ ਨੂੰ ਮਾਰ ਦਿੱਤਾ। ਉਹ ਕੂਕੀ, ਚੱਲ ਵੇਖੀਏ। ਮਾਂ ਤਰਬਕ ਗਈ ਅਤੇ ਉਹਦੇ ਮਨ ਵਿੱਚ ਕਾਤਲ ਦੇ ਨਾਂ ਦਾ ਲਿਸ਼ਕਾਰਾ ਜਿਹਾ ਵੱਜਾ। ਇਹ ਕੰਮ ਕਿਸਨੇ ਕੀਤਾ? ਉਹਨੇ ਮੋਢਿਆਂ ਉੱਤੇ ਸ਼ਾਲ ਸੁੱਟਦੇ ਹੋਏ ਕਿਹਾ, ਤੇਰਾ ਕੀ ਖਿਆਲ ਹੈ? ਜਿਸ ਇਹ ਕੀਤਾ ਉਹ ਉਸੇ ਈਸਾਈ ਦੇ ਗੋਡੇ ਮੁੱਢ ਬੈਠਾ ਹੋਇਆ। ਉਹ ਤਾਂ ਉਹਦਾ ਫਸਤਾ ਵੱਢ ਕੇ ਪੱਤਰਾ ਵਾਚ ਹੋਇਆ। ਜਦੋਂ ਸੜਕ ਤੇ ਟੁਰਦੇ ਜਾ ਰਹੇ ਸਨ ਤਾਂ ਕੋਰਸੂਨੋਵਾ ਬੋਲੀ, ਹੁਣ ਨਵੀਆਂ ਤਲਾਸ਼ੀਆਂ ਹੋਣਗੀਆਂ ਇਹ ਪਤਾ ਕਰਨ ਲਈ ਕਿ ਇਹ ਕੰਮ ਕਿਸਨੇ ਕੀਤਾ ਹੈ। ਇਹ ਚੰਗੀ ਗੱਲ ਹੈ, ਤੇਰੇ ਦੋਵੇਂ ਜਣੇ ਰਾਤੀ ਘਰੇ ਸਨ, ਇਹਦੀ ਤਾਂ ਮੈਂ ਗਵਾਹ ਵਾਂ। ਮੈਂ ਅੱਧੀ ਰਾਤ ਤੋਂ ਪਿੱਛੋਂ ਘਰ ਪਰਤੀ ਤੇ ਤੁਹਾਡੀ ਬਾਰੀ ਵਿੱਚੋਂ ਝਾਕਿਆ, ਤੁਸੀਂ ਸਾਰੇ ਮੇਜ਼ ਦੁਆਲੇ ਬੈਠੇ ਸੌ। ਰੱਬ ਰੱਬ ਕਰ ਮਾਰੀਆ, ਉਹਨਾਂ ਉੱਤੇ ਕੋਈ ਕਿਵੇਂ ਸ਼ੱਕ ਕਰ ਸਕਦਾ ਹੈ? ਮਾਂ ਡਰ ਨਾਲ ਕੂਕੀ। ਸੋ ਉਹਨੂੰ ਕਤਲ ਕੌਣ ਕਰ ਸਕਦਾ ਹੈ? ਤੁਹਾਡੇ ਜਨਿਆਂ ਨਾਲ ਦਾ ਹੀ ਕੋਈ ਬੰਦਾ ਹੋਣਾ, ਕੋਰਸੂਨੋਵਾ ਨੇ ਨਿਸ਼ਚੇ ਨਾਲ ਕਿਹਾ। ਸਭ ਨੂੰ ਪਤਾ ਹੈ ਉਹ ਉਹਨਾਂ ਦੇ ਖਿਲਾਫ ਜਾਸੂਸੀ ਕਰਦਾ ਸੀ। ਮਾਂ ਰੁਕ ਗਈ। ਉਹਦੇ ਤੋਂ ਸਾਹ ਨਹੀਂ ਸੀ ਲਿਆ ਜਾ ਰਿਹਾ। ਉਹਨੇ ਆਪਣੀ ਛਾਤੀ ਆਪਣੇ ਹੱਥਾਂ ਨਾਲ ਘੁੱਟ ਲਈ। ਕਿਉਂ, ਕੀ ਹੋਇਆ? ਡਰ ਨਹੀਂ, ਉਹਨੂੰ ਤਾਂ ਆਪਣਾ ਅਜ਼ਰ ਹੀ ਮਿਲਿਆ। ਜਲਦੀ ਕਰ, ਨਹੀਂ ਤਾਂ ਉਹ ਉਹਨੂੰ ਲੈ ਜਾਣਗੇ। ਵੈਸਵੋ ਸੱਚੀ ਕੋ ਬਾਰੇ ਮਾਂ ਦੇ ਸ਼ੱਕ ਇੱਕ ਭਾਰੇ ਹੱਥ ਵਾਂਗ ਉਹਨੂੰ ਰੋਕ ਰਹੇ ਸਨ। ਉਹ ਹੱਦੋਂ ਲੰਘ ਗਿਆ, ਮਾਂ ਨੇ ਸੋਚਿਆ। ਕਾਰਖਾਨੇ ਤੋਂ ਬਹੁਤ ਦੂਰ ਨਹੀਂ, ਜਿੱਥੇ ਇੱਕ ਮਕਾਨ ਸੜ ਗਿਆ ਸੀ, ਭੁੰਡਾ ਵਾਂਗ ਭਿੰਨ-ਭਿੰਨ ਕਰਦੀ ਸੜੀ ਲੱਕੜੀ ਨੂੰ ਪੈਰਾਂ ਹੇਠ ਰੋਲਦੀ ਅਤੇ ਸੁਆਹ ਉਡਾਉਂਦੀ ਲੋਕਾਂ ਦੀ ਇੱਕ ਭੀੜ ਸੀ। ਬਹੁਤ ਸਾਰੀਆਂ ਇਸਤਰੀਆਂ ਸਨ ਅਤੇ ਉਹਨਾਂ ਤੋਂ ਵੀ ਵੱਧ ਬੱਚੇ, ਦੁਕਾਨਦਾਰ ਵੀ ਤੇ ਸ਼ਰਾਬਖਾਨੇ ਦੇ ਬਹਿਰੇ ਵੀ। ਪੁਲਸੀਏ ਤੇ ਜੈਨਡਾਰਮ ਪੇਤਲਿਨ, ਜਿਹੜਾ ਫੁੱਲੀ ਹੋਈ ਚਿੱਟੀ ਦਾੜੀ ਤੇ ਤਮਗਿਆਂ ਨਾਲ ਕੱਜੀ ਛਾਤੀ ਵਾਲਾ ਲੰਮਾ ਪਤਲਾ ਬੰਦਾ ਸੀ। ਈਸਾਈ ਅੱਧਾ ਬੈਠਾ ਤੇ ਅੱਧ ਭੌਂ ਉੱਤੇ ਲੇਟਿਆ ਹੋਇਆ ਸੀ। ਇੱਕ ਅੱਧ ਸੜੀ ਗੇਲੀ ਦਾ ਆਸਰਾ ਲਈ ਉਹਦਾ ਨੰਗਾ ਸਿਰ ਉਹਦੇ ਸੱਜੇ ਮੋਢੇ ਉੱਤੇ ਝੁਕਿਆ ਹੋਇਆ ਸੀ। ਉਹਦਾ ਸੱਜਾ ਹੱਥ ਪਤਲੂਨ ਦੀ ਜੇਬ ਵਿੱਚ ਤੁੰਨਿਆ ਹੋਇਆ ਸੀ ਅਤੇ ਖੱਬੇ ਹੱਥ ਦੀਆਂ ਉਂਗਲਾਂ ਪੋਲੀ ਮਿੱਟੀ ਵਿੱਚ ਧਸੀਆਂ ਹੋਈਆਂ ਸਨ। ਮਾਂ ਨੇ ਉਹਦੇ ਮੂੰਹ ਵੱਲ ਵੇਖਿਆ। ਇੱਕ ਬੇਚਮਕ ਅੱਖਾਂ ਉਹਦੀਆਂ ਫੈਲੀਆਂ ਲੱਤਾਂ ਵਿਚਕਾਰ ਪਈ ਟੋਪੀ ਵੱਲ ਇੱਕ ਟਕ ਵੇਖੀ ਜਾ ਰਹੀ ਸੀ। ਉਹਦਾ ਅੱਧ ਖੁੱਲਾ ਮੂੰਹ ਲਟਕਿਆ ਹੋਇਆ ਸੀ, ਜਿਵੇਂ ਉਹ ਹੈਰਾਨ ਹੋਇਆ ਹੋਵੇ, ਅਤੇ ਉਹਦੀ ਲਾਲ ਦਾੜੀ ਇੱਕ ਪਾਸੇ ਮੁੜੀ ਹੋਈ ਸੀ। ਨੁਕੀਲੇ ਸਿਰ ਅਤੇ ਪਤਲੇ ਛਾਈਆਂ ਵਾਲੇ ਮੂੰਹ ਵਾਲਾ ਉਹਦਾ ਪਤਲਾ ਸਰੀਰ ਸਦਾ ਨਾਲੋਂ ਨਿੱਕਾ ਜਾਪਦਾ ਸੀ, ਜਿਵੇਂ ਮੌਤ ਨੇ ਉਹਨੂੰ ਸੰਗੇੜ ਦਿੱਤਾ ਹੋਵੇ। ਮਾਂ ਨੇ ਆਪਣੀ ਛਾਤੀ ਉੱਤੇ ਸਲੀਬ ਦਾ ਨਿਸ਼ਾਨ ਬਣਾਇਆ ਅਤੇ ਹੌਂਕਾ ਭਰਿਆ। ਜਦੋਂ ਉਹ ਜਿਉਂਦਾ ਸੀ ਤਾਂ ਉਹ ਉਹਨੂੰ ਘ੍ਰਿਣਾ ਕਰਦੀ ਸੀ, ਪਰ ਹੁਣ ਉਹਨੂੰ ਉਹਦੇ ਉੱਤੇ ਨਰਮ ਜਿਹਾ ਰਹਿਮ ਆ ਗਿਆ। ਖੂਨ ਤਾਂ ਕਿਧਰੇ ਹੈ ਨਹੀਂ, ਕਿਸੇ ਨੇ ਨਿੰਮੀ ਆਵਾਜ਼ ਵਿੱਚ ਕਿਹਾ। ਉਹਨੂੰ ਮੁੱਕੇ ਨਾਲ ਹੀ ਮਾਰਿਆ ਹੋਣਾ। ਮੂੰਹ ਬੰਦ ਕਰ ਦਿੱਤਾ ਉਹਦਾ, ਕੁੱਤਾ ਚੁਗਲਖੋਰ, ਕਿਸਨੇ ਖੋਰੀ ਢੰਗ ਨਾਲ ਕਿਹਾ। ਇੱਕਦਮ ਚੁਕੰਨਾ ਹੋ ਕੇ ਜੈਨਡਾਰਮ ਧੱਕੇ ਦੇਂਦਾ ਇਸਤਰੀਆਂ ਕੋਲੋਂ ਲੰਘਿਆ। ਕੌਣ ਬੋਲ ਰਿਹਾ? ਉਹਨੇ ਧਮਕਾਊ ਢੰਗ ਨਾਲ ਕਿਹਾ। ਲੋਕਾਂ ਉਹਦੇ ਲਈ ਰਾਹ ਛੱਡ ਦਿੱਤਾ। ਕੁਝ ਕਾਲੀ ਉੱਥੋਂ ਚਲੇ ਗਏ। ਇੱਕ ਬੰਦੇ ਨੇ ਖੋਰੀ ਹਾਸਾ ਹੱਸਿਆ। ਮਾਂ ਆਪਣੇ ਘਰ ਚਲੀ ਗਈ। ਕਿਸੇ ਨੂੰ ਉਹਦੇ ਮਰਨ ਤੇ ਦੁੱਖ ਨਹੀਂ, ਉਹਨੇ ਦਿਲ ਹੀ ਦਿਲ ਵਿੱਚ ਸੋਚਿਆ। ਆਪਣੇ ਮਨ ਦੀਆਂ ਅੱਖਾਂ ਨਾਲ ਉਹਨੇ ਫੁੱਲੇ ਨਿਕੋਲਾਈ ਨੂੰ ਕਰੜੀਆਂ ਠੰਡੀਆਂ ਅੱਖਾਂ ਨਾਲ ਆਪਣੇ ਵੱਲ ਵੇਖਦੇ ਚਿਤਵਿਆ। ਉਹਦਾ ਸੱਜਾ ਹੱਥ ਇਉਂ ਹਿੱਲ ਰਿਹਾ ਸੀ ਜਿਵੇਂ ਉਹਨੂੰ ਹੁਣੇ ਸੱਟ ਲੱਗੀ ਹੋਵੇ। ਜਿਉਂ ਹੀ ਉਹਦਾ ਪੁੱਤਰ ਤੇ ਆਂਦਰੇਈ ਘਰ ਆਏ, ਉਹਨੇ ਉਹਨਾਂ ਤੋਂ ਇਸ ਘਟਨਾ ਬਾਰੇ ਪੁੱਛਿਆ। ਕੋਈ ਫੜਿਆ ਗਿਆ ਈਸਾਈ ਦੇ ਕਤਲ ਕਰਨ ਲਈ? ਸੁਣਿਆ ਤਾਂ ਨਹੀਂ, ਖਗੋਲ ਨੇ ਕਿਹਾ। ਉਹਨੇ ਮਹਿਸੂਸ ਕੀਤਾ ਕਿ ਦੋਹਾਂ ਦਾ ਰੌ ਉਦਾਸ ਹੈ।
ਕਿਸੇ ਨਿਕੋਲਾਈ ਦਾ ਨਾਂ ਤਾਂ ਨਹੀਂ ਲਿਆ? ਉਹਨੇ ਨਰਮੀ ਨਾਲ ਪੁੱਛਿਆ। ਨਹੀਂ, ਉਹਦੇ ਪੁੱਤਰ ਨੇ ਕਿਹਾ। ਉਹਦੀਆਂ ਅੱਖਾਂ ਕਰੜੀਆਂ ਸਨ ਤੇ ਉਹਦਾ ਬੋਲਣ ਦਾ ਢੰਗ ਅਰਥ ਭਰਪੂਰ ਸੀ ਤੇ ਮੇਰਾ ਖਿਆਲ ਹੈ ਉਹਨਾਂ ਨੂੰ ਉਹਦੇ ਤੇ ਸ਼ੱਕ ਵੀ ਨਹੀਂ। ਉਹ ਬਾਹਰ ਗਿਆ ਹੋਇਆ। ਕੱਲ ਦੁਪਹਿਰ ਉਹ ਦਰਿਆ ਵੱਲ ਗਿਆ ਸੀ ਅਤੇ ਹਜੇ ਵਾਪਸ ਨਹੀਂ ਆਇਆ। ਮੈਂ ਉਹਦੇ ਬਾਰੇ ਪੁੱਛਗਿੱਛ ਕੀਤੀ ਸੀ। ਰੱਬ ਦਾ ਸ਼ੁਕਰ ਹੈ, ਮਾਂ ਨੇ ਸੁੱਖ ਦਾ ਸਾਹ ਲੈਂਦਿਆਂ ਕਿਹਾ। ਰੱਬ ਦਾ ਸ਼ੁਕਰ ਹੈ। ਖਗੋਲ ਨੇ ਉਹਦੇ ਵੱਲ ਵੇਖਿਆ ਤੇ ਨੀਵੀਂ ਪਾ ਲਈ। ਉਹ ਤਾਂ ਇੰਜ ਪਿਆ ਜਿਵੇਂ ਉਹਨੂੰ ਸਮਝ ਨਾ ਆ ਰਹੀ ਹੋਵੇ ਕਿ ਕੀ ਵਾਪਰਿਆ ਏ। ਸੋਚੀ ਡੁੱਬੀ ਮਾਂ ਨੇ ਕਿਹਾ, ਕਿਸੇ ਨੂੰ ਉਹਦੇ ਮਰਨ ਦਾ ਦੁੱਖ ਨਹੀਂ, ਕੋਈ ਉਹਦੇ ਬਾਰੇ ਦੋ ਚੰਗੇ ਬੋਲ ਨਹੀਂ ਬੋਲਦਾ। ਇੰਨਾ ਨਿੱਕਾ ਤੇ ਨਿਗੂਣਾ ਜਿਵੇਂ ਕੋਈ ਸ਼ੈ ਵੱਢ ਕੇ ਉੱਥੇ ਸੁੱਟ ਦਿੱਤੀ ਗਈ ਹੋਵੇ। ਦੁਪਹਿਰ ਦੇ ਖਾਣੇ ਸਮੇਂ ਪਾਵੇਲ ਨੇ ਅਚਾਨਕ ਆਪਣਾ ਚਮਚਾ ਹੇਠਾਂ ਸੁੱਟ ਦਿੱਤਾ। ਇਹ ਗੱਲ ਮੇਰੀ ਸਮਝੋ ਬਾਹਰੀ ਹੈ, ਉਹ ਕੂਕਿਆ। ਕੀ ਗੱਲ? ਖਗੋਲ ਨੇ ਪੁੱਛਿਆ। ਅਸੀਂ ਖੁਰਾਕ ਲਈ ਪਸ਼ੂਆਂ ਨੂੰ ਮਾਰ ਦੇਵਾਂ ਅਤੇ ਇਹ ਕਾਫੀ ਮਾੜੀ ਗੱਲ ਹੈ, ਤੇ ਜੇ ਉਹ ਖਤਰਨਾਕ ਹੋ ਜਾਣ ਤਾਂ ਅਸੀਂ ਜੰਗਲੀ ਜਾਨਵਰਾਂ ਨੂੰ ਮਾਰ ਦੇਵਾਂ। ਜੇ ਕੋਈ ਮਨੁੱਖ ਜਾਨਵਰ ਬਣ ਜਾਵੇ ਤੇ ਆਪਣੇ ਸਾਥੀ ਇਨਸਾਨਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦੇਵੇ ਤਾਂ ਮੈਂ ਆਪ ਅਜਿਹੇ ਬੰਦੇ ਨੂੰ ਕਤਲ ਕਰ ਸਕਦਾ, ਪਰ ਉਹਦੇ ਜਿਹੇ ਚਵਲ ਨੂੰ ਮਾਰ ਦੇਣਾ ਕੋਈ ਉਹਦੇ ਖਿਲਾਫ ਹੱਥ ਕਿਵੇਂ ਚੁੱਕ ਸਕਦਾ ਹੈ? ਖਗੋਲ ਨੇ ਮੋਢੇ ਸੁੰਗੇੜੇ। ਉਹ ਵੀ ਕਿਸੇ ਜੰਗਲੀ ਜਾਨਵਰ ਵਾਂਗ ਖਤਰਨਾਕ ਸੀ, ਉਸਨੇ ਕਿਹਾ। ਅਸੀਂ ਖੂਨ ਦਾ ਇੱਕ ਤੁਪਕਾ ਪੀਣ ਪਿੱਛੇ ਮੱਛਰਾਂ ਨੂੰ ਮਾਰ ਦੇਵਾਂ। ਇਹ ਤਾਂ ਠੀਕ ਹੈ, ਪਰ ਮੇਰਾ ਮਤਲਬ ਇਹ ਨਹੀਂ। ਮੇਰਾ ਮਤਲਬ ਹੈ ਇਹਦੇ ਨਾਲ ਘਿਣ ਆਉਂਦੀ ਹੈ। ਹੋਰ ਕੋਈ ਇਲਾਜ ਵੀ ਨਹੀਂ? ਆਂਦਰੇਈ ਨੇ ਇੱਕ ਵਾਰ ਮੋਢੇ ਸੰਗੋੜ ਕੇ ਕਿਹਾ। ਤੂੰ ਅਜਿਹੇ ਜੀਵ ਨੂੰ ਕਤਲ ਕਰ ਸਕਦਾ ਹੈ? ਪਵੇਲ ਨੇ ਲੰਮੇ ਵਕਵੇ ਪਿੱਛੋਂ ਕਿਹਾ। ਖਗੋਲ ਨੇ ਆਪਣੀਆਂ ਗੋਲ ਅੱਖਾਂ ਉਹਦੇ ਉੱਤੇ ਗੱਡ ਦਿੱਤੀਆਂ, ਫਿਰ ਕਾਹਲ ਨਾਲ ਮਾਂ ਵੱਲ ਦੇਖਿਆ। ਆਪਣੇ ਸਾਥੀਆਂ ਤੇ ਆਪਣੇ ਕਾਜ ਲਈ ਮੈਂ ਕੁਝ ਵੀ ਕਰ ਸਕਦਾ ਹਾਂ, ਉਹਨੇ ਉਦਾਸੀ ਪਰ ਦ੍ਰਿੜਤਾ ਨਾਲ ਕਿਹਾ। ਮੈਂ ਤਾਂ ਆਪਣੇ ਪੁੱਤਰ ਨੂੰ ਵੀ ਕਤਲ ਕਰ ਸਕਦਾ ਹਾਂ। ਓ ਆਂਦਰੀਊਸ਼ਾ, ਮਾਂ ਹੌਲੀ ਜਿਹੀ ਕੂਕੀ। ਮਾਂ, ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ, ਉਹ ਮੁਸਕਰਾਇਆ। ਜ਼ਿੰਦਗੀ ਹੈ ਹੀ ਇਹੋ ਜਿਹੀ। ਤੂੰ ਠੀਕ ਹੈ, ਪਾਵੇਲ ਨੇ ਕਿਹਾ। ਜ਼ਿੰਦਗੀ ਹੈ ਹੀ ਇਹੋ ਜਿਹੀ। ਅਚਾਨਕ ਕਿਸੇ ਅੰਦਰਲੀ ਸ਼ਕਤੀ ਦਾ ਟੁੰਬਿਆ ਆਂਦਰੇਈ ਬਹੁਤ ਉਤੇਜਿਤ ਹੋਇਆ ਖੜਾ ਹੋ ਗਿਆ। ਅਸੀਂ ਇਸ ਬਾਰੇ ਕੀ ਕਰ ਸਕਦੇ ਵਾਂ? ਉਹ ਆਪਣੀਆਂ ਬਾਹਾਂ ਹਿਲਾਉਂਦੇ ਹੋਏ ਕੂਕਿਆ। ਅਸੀਂ ਲੋਕਾਂ ਨੂੰ ਨਫ਼ਰਤ ਕਰਨ ਲਈ ਮਜਬੂਰ ਵਾਂ ਤਾਂ ਜੋ ਉਹ ਸਮਾਂ ਆ ਜਾਵੇ ਜਦੋਂ ਅਸੀਂ ਉਹਨਾਂ ਨੂੰ ਪਿਆਰ ਕਰ ਸਕੀਏ। ਅਸੀਂ ਉਹਨਾਂ ਨੂੰ ਹੁੰਜਾ ਫੇਰਨ ਲਈ ਮਜਬੂਰ ਵਾਂ ਜਿਹੜੇ ਉੱਨਤੀ ਦੇ ਰਾਹ ਵਿੱਚ ਖੜੇ ਹੁੰਦੇ ਨੇ, ਜਿਹੜੇ ਆਪ ਮਾਣ ਜਾਂ ਸੁਰੱਖਿਆ ਖਰੀਦਣ ਲਈ ਲੋਕਾਂ ਨੂੰ ਪੈਸੇ ਬਦਲੇ ਵੇਚਦੇ ਨੇ। ਜੇ ਕੋਈ ਜੁਡਾਸ ਇਮਾਨਦਾਰ ਲੋਕਾਂ ਦਾ ਰਾਹ ਰੋਕ ਰਿਹਾ ਅਤੇ ਉਹਨਾਂ ਨਾਲ ਵਿਸਾਖਘਾਤ ਕਰਨ ਦਾ ਦਾਅ ਉਡੀਕ ਰਿਹਾ ਤਾਂ ਮੈਂ ਆਪ ਜੁਡਾਸ ਹੋਵਾਂਗਾ ਜੇ ਮੈਂ ਉਹਨਾਂ ਨੂੰ ਤਬਾਹ ਨਾ ਕਰ ਦਿਆਂ। ਤੂੰ ਕਹਿੰਦਾ ਮੈਨੂੰ ਕੋਈ ਹੱਕ ਨਹੀਂ, ਪਰ ਉਹ ਸਾਡੇ ਮਾਲਕ ਹੀ, ਉਹਨਾਂ ਨੂੰ ਆਪਣੀਆਂ ਫੌਜਾਂ ਤੇ ਜਲਾਦ ਰੱਖਣ ਦਾ ਹੱਕ ਹੈ, ਚੱਕਲੇ ਜੇਲਾਂ ਰੱਖਣ ਦਾ, ਜਲਾਵਤਨੀ ਦੀਆਂ ਥਾਵਾਂ ਤੇ ਉਹ ਹੋਰ ਸਭ ਸਰਾਪੇ ਵਸੀਲੇ ਜਿਨ੍ਹਾਂ ਰਾਹੀਂ ਉਹ ਆਪਣੇ ਆਰਾਮ ਅਤੇ ਸਲਾਮਤੀ ਦੀ ਰੱਖਿਆ ਕਰਦੇ ਨੇ। ਕੀ ਇਹ ਮੇਰਾ ਕਸੂਰ ਹੈ ਕਿ ਕਦੇ-ਕਦੀ ਮੈਨੂੰ ਉਹਨਾਂ ਦੀ ਮੁਤਹਰ ਆਪਣੇ ਹੱਥ ਲੈਣੀ ਪੈਂਦੀ ਹੈ? ਇਹ ਮੈਂ ਬਿਨਾਂ ਕਿਸੇ ਸੰਸ਼ੇ ਦੇ ਫੜ ਲਵਾਂਗਾ। ਜੇ ਉਹ ਸਾਨੂੰ ਦਸਾਂ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਤਲ ਕਰਦੇ ਨੇ ਤੇ ਇਹ ਮੇਰਾ ਹੱਕ ਹੈ ਕਿ ਮੈਂ ਆਪਣੇ ਦੁਸ਼ਮਣਾਂ ਵਿੱਚੋਂ ਇੱਕ ਦੇ ਖਿਲਾਫ ਆਪਣਾ ਹੱਥ ਉਠਾਵਾਂ ਤੇ ਉਹਦੇ ਸਿਰ ਉੱਤੇ ਵਾਰ ਕਰਾਂ ਜਿਹੜਾ ਹੋਰਨਾਂ ਸਭਨਾਂ ਨਾਲੋਂ ਮੇਰੇ ਵਧੇਰੇ ਨੇੜੇ ਆ ਗਿਆ ਹੈ ਤੇ ਉਸ ਕਾਜ ਲਈ ਹੋਰਨਾਂ ਨਾਲੋਂ ਵਧੇਰੇ ਖਤਰਨਾਕ ਹੈ ਜਿਸ ਕਾਜ ਦੀ ਮੈਂ ਰੱਖਿਆ ਕਰਦਾ ਵਾਂ। ਜ਼ਿੰਦਗੀ ਇਹੋ ਜਿਹੀ ਹੈ, ਪਰ ਮੈਂ ਅਜਿਹੀ ਜ਼ਿੰਦਗੀ ਦੇ ਖਿਲਾਫ ਵਾਂ। ਮੈਂ ਨਹੀਂ ਚਾਹੁੰਦਾ ਕਿ ਇਹੋ ਜਿਹੀ ਹੋਵੇ। ਮੈਨੂੰ ਪਤਾ ਹੈ ਕਿ ਉਹਨਾਂ ਦੀ ਰੱਤ ਵਿੱਚੋਂ ਕੁਝ ਨਿਕਲਣ ਨਹੀਂ ਲੱਗਾ। ਇਹ ਬਾਂਝ ਰੱਤ ਹੈ। ਜਦੋਂ ਸਾਡੀ ਰੱਤ ਖੁੱਲ੍ਹ ਕੇ ਵਸੇ ਮੀਂਹ ਵਾਂਗ ਭੌਂ ਉੱਤੇ ਛਿੜਕੀ ਜਾਂਦੀ ਹੈ ਤਾਂ ਸੱਚ ਉੱਗ ਪੈਂਦਾ ਹੈ, ਪਰ ਉਹਨਾਂ ਦੀ ਬੁੱਸੀ ਰੱਤ ਤਾਂ ਬਸ ਸੁੱਕੀ ਜਾਂਦੀ ਹੈ। ਇਹ ਮੈਂ ਜਾਣਦਾ, ਪਰ ਇਹ ਗੁਨਾਹ ਮੈਂ ਆਪਣੇ ਸਿਰ ਲੈਂਦਾ। ਜੇ ਮੈਂ ਸਮਝਾਂ ਕਿ ਕਤਲ ਜ਼ਰੂਰੀ ਹੈ ਤਾਂ ਮੈਂ ਕਤਲ ਕਰਾਂਗਾ, ਪਰ ਯਾਦ ਰੱਖ ਮੈਂ ਸਿਰਫ ਆਪਣੇ ਬਾਰੇ ਗੱਲ ਕਰ ਰਿਹਾ ਹਾਂ। ਮੇਰੇ ਗੁਨਾਹ ਮੇਰੇ ਨਾਲ ਮਰ ਜਾਏਗਾ। ਇਹ ਭਵਿੱਖ ਲਈ ਕੋਈ ਦਾਗ ਨਹੀਂ ਛੱਡੇਗਾ। ਇਹਦੇ ਨਾਲ ਮੇਰੇ ਤੋਂ ਬਿਨਾਂ ਕਿਸੇ ਨੂੰ ਦਾਗ ਨਹੀਂ ਲੱਗਣ ਲੱਗਾ, ਕਿਸੇ ਇੱਕ ਨੂੰ ਵੀ ਨਹੀਂ। ਉਹ ਕਮਰੇ ਵਿੱਚ ਇੱਧਰ ਉੱਧਰ ਘੁੰਮਦਾ ਰਿਹਾ। ਉਹ ਹੱਥ ਹਿਲਾ ਰਿਹਾ ਸੀ ਜਿਵੇਂ ਕੁਝ ਵੱਢ ਕੇ ਸੁੱਟ ਰਿਹਾ ਹੋਵੇ, ਆਪਣੇ ਆਪ ਨੂੰ ਉਸ ਤੋਂ ਆਜ਼ਾਦ ਕਰਾ ਰਿਹਾ ਹੋਵੇ। ਮਾਂ ਗਮ ਅਤੇ ਤੌਖਲੇ ਨਾਲ ਉਹਦੇ ਵੱਲ ਵੇਖਦੀ ਰਹੀ। ਉਹ ਅਨੁਭਵ ਕਰ ਰਹੀ ਸੀ ਕਿ ਉਹਦੇ ਅੰਦਰ ਕੁਝ ਟੁੱਟ ਰਿਹਾ ਹੈ ਅਤੇ ਇਹ ਬਹੁਤ ਦੁਖਦਾਈ ਹੈ। ਕਤਲ ਦੇ ਭਿਆਨਕ ਖਤਰਨਾਕ ਵਿਚਾਰ ਮਾਂ ਦੇ ਦਿਲ ਵਿੱਚੋਂ ਨਿਕਲ ਗਏ ਸਨ। ਜੇ ਵੈਸਵੋ ਸਚੀਕੋਵ ਨੇ ਇਹ ਜੁਰਮ ਨਹੀਂ ਸੀ ਕੀਤਾ ਤਾਂ ਪਾਵੇਲ ਦੇ ਕਿਸੇ ਹੋਰ ਮਿੱਤਰ ਨੇ ਵੀ ਨਹੀਂ ਕੀਤਾ ਹੋਣਾ। ਪਾਵੇਲ ਨੀਵੀਂ ਪਾਈ ਬੈਠਾ ਖਗੋਲ ਦੇ ਹੱਠੀ ਮਲਾਮਤੀ ਭਾਸ਼ਣ ਨੂੰ ਸੁਣ ਰਿਹਾ ਸੀ। ਜੇ ਤੁਸੀਂ ਅੱਗੇ ਵਧਣਾ ਚਾਹੋ ਤਾਂ ਕਈ ਵਾਰ ਤੁਹਾਨੂੰ ਆਪਣੇ ਆਪ ਵਿਰੁੱਧ ਘੋਲ ਕਰਨਾ ਪੈਂਦਾ ਹੈ। ਤੁਹਾਨੂੰ ਸਭ ਕੁਝ ਕੁਰਬਾਨ ਕਰਨ ਜੋਗਾ ਹੋਣਾ ਪੈਂਦਾ ਹੈ। ਆਪਣਾ ਸਾਰਾ ਦਿਲ, ਕਾਜ ਲਈ ਆਪਣੀ ਸਾਰੀ ਜਾਨ ਦੇਣੀ ਸੌਖੀ ਏ,
ਤੁਹਾਨੂੰ ਉਸ ਤੋਂ ਵੱਧ ਦੇਣਾ ਪੈਂਦਾ ਹੈ, ਜੋ ਕੁਝ ਤੁਹਾਨੂੰ ਆਪਣੀ ਜਾਨ ਤੋਂ ਪਿਆਰਾ ਹੋਵੇ। ਤੇ ਇਹ ਦੇ ਕੇ ਤੁਸੀਂ ਉਸ ਸੱਚ ਨੂੰ ਮਜ਼ਬੂਤ ਬਣਾਉਂਦੇ ਹੋ ਜਿਸ ਲਈ ਤੁਸੀਂ ਲੜ ਰਹੇ ਹੋ, ਉਸ ਸੱਚ ਨੂੰ ਜਿਹੜਾ ਤੁਹਾਨੂੰ ਦੁਨੀਆ ਵਿੱਚ ਸਭ ਤੋਂ ਪਿਆਰਾ ਹੈ। ਉਹ ਕਮਰੇ ਦੇ ਵਿਚਕਾਰ ਰੁਕ ਗਿਆ। ਪੀਲਾ ਉਹਦੀਆਂ ਅੱਖਾਂ ਅੱਧ ਮੀਟੀਆਂ, ਇੱਕ ਹੱਥ ਗੰਭੀਰ ਪ੍ਰਣ ਕਰਨ ਦੇ ਢੰਗ ਨਾਲ ਉੱਪਰ ਚੁੱਕਿਆ ਹੋਇਆ। ਮੈਂ ਜਾਣਦਾ ਇੱਕ ਸਮਾਂ ਆਵੇਗਾ ਜਦੋਂ ਲੋਕ ਖੁਦ ਆਪਣੇ ਹੁਸਨ ਤੇ ਹੈਰਾਨ ਹੋਣਗੇ, ਜਦੋਂ ਹਰ ਇੱਕ ਦੂਜੇ ਲਈ ਇੱਕ ਤਾਰੇ ਵਾਂਗ ਹੋਵੇਗਾ। ਧਰਤੀ ਉੱਤੇ ਆਜ਼ਾਦ ਲੋਕਾਂ ਦਾ ਵਸੇਬਾ ਹੋਵੇਗਾ ਜਿਹੜੇ ਆਪਣੀ ਆਜ਼ਾਦੀ ਵਿੱਚ ਮਹਾਨ ਹੋਣਗੇ। ਸਭ ਦੇ ਦਿਲ ਖੁੱਲੇ ਹੋਣਗੇ ਅਤੇ ਹਰ ਦਿਲ ਸਾੜੇ ਤੇ ਦਵੇਖ ਤੋਂ ਮੁਕਤ ਹੋਵੇਗਾ। ਤਾਂ ਜ਼ਿੰਦਗੀ ਤਬਦੀਲ ਹੋ ਕੇ ਮਨੁੱਖ ਦੀ ਮਹਾਨ ਸੇਵਾ ਬਣ ਜਾਵੇਗੀ ਅਤੇ ਮਨੁੱਖ ਕੁਝ ਸ਼ਾਨਦਾਰ ਤੇ ਉੱਚੀ ਸ਼ੈ ਬਣ ਗਿਆ ਹੋਵੇਗਾ, ਕਿਉਂਕਿ ਹਰ ਸ਼ੈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਆਜ਼ਾਦ ਹੁੰਦੇ ਨੇ। ਫਿਰ ਲੋਕ ਹੁਸਨ ਦੀ ਖਾਤਰ ਸੱਚਾਈ ਤੇ ਆਜ਼ਾਦੀ ਵਿੱਚ ਜਿਉਣਗੇ ਅਤੇ ਉਹਨਾਂ ਲੋਕਾਂ ਨੂੰ ਸਭ ਤੋਂ ਚੰਗੇ ਸਮਝਿਆ ਜਾਵੇਗਾ ਜਿਹੜੇ ਸਾਰੇ ਸੰਸਾਰ ਨੂੰ ਆਪਣੇ ਦਿਲਾਂ ਦੀ ਵਲਗਣ ਵਿੱਚ ਵਲਣ ਤੇ ਇਹਨੂੰ ਪਿਆਰ ਕਰਨ ਦੇ ਯੋਗ ਹੋਣਗੇ, ਜਿਹੜੇ ਸਭ ਤੋਂ ਵੱਧ ਆਜ਼ਾਦ ਹੋਣਗੇ ਕਿਉਂਕਿ ਉਹਨਾਂ ਵਿੱਚ ਸਭ ਤੋਂ ਵੱਧ ਹੁਸਨ ਹੈ। ਉਹ ਮਹਾਨ ਲੋਕ ਹੋਣਗੇ, ਉਹ ਨਵੀਂ ਜ਼ਿੰਦਗੀ ਵਾਲੇ। ਉਹ ਇੱਕ ਮਿੰਟ ਲਈ ਚੁੱਪ ਹੋ ਗਿਆ, ਫਿਰ ਸਿੱਧਾ ਖੜਾ ਹੋ ਕੇ ਇੱਕ ਅਜਿਹੀ ਆਵਾਜ਼ ਵਿੱਚ ਬੋਲਿਆ ਜਿਹੜੀ ਉਹਦੀ ਰੂਹ ਦੀਆਂ ਡੂੰਘਾਈਆਂ ਵਿੱਚੋਂ ਆ ਰਹੀ ਜਾਪਦੀ ਸੀ, ਅਤੇ ਅਜਿਹੀ ਜ਼ਿੰਦਗੀ ਖਾਤਰ ਮੈਂ ਕੁਝ ਵੀ ਕਰਨ ਨੂੰ ਤਿਆਰ ਵਾਂ। ਉਹਦਾ ਮੂੰਹ ਫਰਕਿਆ ਤੇ ਵੱਡੇ ਵੱਡੇ ਹੰਝੂ ਉਹਦੀਆਂ ਗੱਲਾਂ ਤੋਂ ਕਿਰਨ ਲੱਗ ਪਏ। ਪਾਵੇਲ ਦਾ ਰੰਗ ਉੱਡ ਗਿਆ ਤੇ ਅੱਖਾਂ ਪਾੜ ਕੇ ਉਹਦੇ ਵੱਲ ਵੇਖਦੇ ਹੋਏ ਉਹਨੇ ਆਪਣਾ ਸਿਰ ਚੁੱਕਿਆ। ਮਾਂ ਦੇ ਮਨ ਵਿੱਚ ਕੋਈ ਭਿਆਨਕ ਤੌਖਲਾ ਜਾਗਿਆ ਤੇ ਵਧਣ ਲੱਗਾ ਤੇ ਉਹ ਜਜ਼ਬਿਆਂ ਗੁੱਦੀ ਖੜੀ ਹੋ ਗਈ। ਕੀ ਗੱਲ ਹੈ ਆਂਦਰੇਈ? ਪਾਵੇਲ ਨੇ ਨਰਮੀ ਨਾਲ ਪੁੱਛਿਆ। ਖੁਖੋਲ ਨੇ ਆਪਣਾ ਸਿਰ ਜ਼ੋਰ ਦੀ ਹਿਲਾਇਆ, ਤਨ ਕੇ ਖੜਾ ਹੋ ਗਿਆ ਤੇ ਮਾਂ ਵੱਲ ਸਿੱਧਾ ਵੇਖਣ ਲੱਗ ਪਿਆ। ਮੈਂ ਇਹ ਕਤਲ ਹੁੰਦਾ ਵੇਖਿਆ, ਮੈਨੂੰ ਸਭ ਪਤਾ ਹੈ। ਮਾਂ ਨੱਠ ਕੇ ਉਹਦੇ ਵੱਲ ਗਈ ਅਤੇ ਉਹਦੇ ਹੱਥ ਫੜ ਲਏ। ਉਹਨੇ ਆਪਣਾ ਸੱਜਾ ਹੱਥ ਛੁਡਾਉਣ ਦਾ ਯਤਨ ਕੀਤਾ ਪਰ ਉਹ ਚੰਬੜੀ ਰਹੀ। ਚੁੱਪ ਮੇਰੇ ਪਿਆਰੇ, ਮੇਰੇ ਲਾਡਲੇ ਪੁੱਤਰ, ਉਹਨੇ ਗਰਮੀ ਨਾਲ ਕਿਹਾ। ਠਹਿਰੋ, ਖੁਖੋਲ ਭਰੜਾਈ ਆਵਾਜ਼ ਵਿੱਚ ਬੁਰੜਾਇਆ। ਮੈਂ ਤੁਹਾਨੂੰ ਦੱਸਦਾ ਕਿਵੇਂ ਹੋਇਆ। ਨਹੀਂ, ਨਾ ਦੱਸ, ਮਾਂ ਨੇ ਆਪਣੇ ਹੰਝੂਆਂ ਵਿੱਚੋਂ ਉਹਦੇ ਵੱਲ ਵੇਖਦੇ ਹੋਏ ਬੁੜਬੁੜ ਕੀਤੀ। ਆਂਦਰੀਊਸ਼ਾ, ਇਉਂ ਨਾ ਕਰ। ਪਾਵੇਲ ਹੌਲੀ ਹੌਲੀ ਉਹਦੇ ਕੋਲ ਆਇਆ। ਉਹਦਾ ਰੰਗ ਉੱਡਿਆ ਹੋਇਆ ਸੀ ਅਤੇ ਉਹਦੀਆਂ ਅੱਖਾਂ ਵੀ ਗਿੱਲੀਆਂ ਸਨ। ਮਾਂ ਨੂੰ ਡਰ ਹੈ, ਇਹ ਕੰਮ ਤੂੰ ਕੀਤਾ ਹੈ। ਉਹਨੇ ਨਿੱਕਾ ਜਿਹਾ ਹਾਸਾ ਹੱਸ ਕੇ ਹੌਲੀ ਹੌਲੀ ਨਿੰਮੀ ਆਵਾਜ਼ ਵਿੱਚ ਕਿਹਾ। ਮੈਨੂੰ ਕੋਈ ਡਰ ਨਹੀਂ, ਮੈਂ ਇਹ ਮੰਨਦੀ ਹੀ ਨਹੀਂ। ਜੇ ਮੈਂ ਆਪਣੀ ਅੱਖੀ ਵੀ ਡਿੱਠਾ ਹੁੰਦਾ ਤਾਂ ਵੀ ਮੈਨੂੰ ਇਸ ਉੱਤੇ ਯਕੀਨ ਨਾ ਆਉਂਦਾ। ਠਹਿਰੋ, ਖਖੋਲ ਨੇ ਆਪਣੀ ਗਰਦਨ ਮੋੜ ਕੇ ਆਪਣੇ ਹੱਥ ਛੁਡਾਉਣ ਦਾ ਯਤਨ ਕਰਦੇ ਹੋਏ ਕਿਹਾ। ਮੈਂ ਇਹ ਕੰਮ ਨਹੀਂ ਕੀਤਾ, ਪਰ ਮੈਂ ਇਹ ਹੁਣੋਂ ਰੋਕ ਸਕਦਾ ਸਾਂ। ਚੁੱਪ ਆਂਦਰੇਈ, ਪਾਵੇਲ ਨੇ ਕਿਹਾ। ਉਹਨੇ ਆਪਣੇ ਮਿੱਤਰ ਦਾ ਹੱਥ ਆਪਣੇ ਇੱਕ ਹੱਥ ਵਿੱਚ ਲਿਆ ਤੇ ਦੂਜਾ ਉਹਦੇ ਮੋਢੇ ਉੱਤੇ ਰੱਖ ਦਿੱਤਾ, ਜਿਵੇਂ ਉਹਦੀ ਕੰਬਦੀ ਲੰਬੀ ਦੇਹ ਦਾ ਕਾਂਬਾ ਸ਼ਾਂਤ ਕਰਨਾ ਚਾਹੁੰਦਾ ਹੋਵੇ। ਤੂੰ ਜਾਣਦਾ ਹੈ ਪਾਵੇਲ, ਮੈਂ ਨਹੀਂ ਸਾਂ ਚਾਹੁੰਦਾ ਇਉਂ ਹੋਵੇ। ਆਂਦਰੇਈ ਨੇ ਉਹਨਾਂ ਉੱਤੇ ਝੁਕਦੇ ਹੋਏ ਨਿੰਮੀ ਥਿੜਕਦੀ ਆਵਾਜ਼ ਵਿੱਚ ਕਿਹਾ। ਹੋਇਆ ਇਉਂ, ਜਦੋਂ ਤੂੰ ਮੈਨੂੰ ਉੱਥੇ ਮੋੜ ਤੇ ਦਰਾਗੂਨੋਵ ਕੋਲ ਛੱਡ ਕੇ ਆਇਆ ਸਾਂ ਤਾਂ ਈਸਾਈ ਆਇਆ ਤੇ ਸਾਡੇ ਵੱਲ ਵੇਖਦਾ ਤੇ ਸਾਨੂੰ ਝਿੱਡਾਂ ਕਰਦਾ ਉੱਥੋਂ ਖੜਾ ਹੋ ਗਿਆ। ਦਰਾਗੂਨੋਵ ਨੇ ਕਿਹਾ, ਉਹਨੂੰ ਵੇਖਿਆ ਹੀ? ਉਹ ਸਾਰੀ ਰਾਤ ਮੇਰਾ ਪਿੱਛਾ ਕਰਦਾ ਰਿਹਾ। ਮੈਂ ਇਹਦੀ ਜ਼ਰੂਰ ਖੁੰਬ ਠੱਪ ਦੇਣੀ ਏ। ਫਿਰ ਉਹ ਚਲਾ ਗਿਆ। ਮੈਂ ਸੋਚਿਆ ਘਰ ਗਿਆ ਤੇ ਈਸਾਈ ਮੇਰੇ ਕੋਲ ਆਇਆ। ਖਖੋਲ ਨੇ ਲੰਬਾ ਸਾਹ ਲਿਆ। ਕਦੀ ਕਿਸੇ ਨੇ ਮੇਰੀ ਇੰਨੀ ਬੇਇੱਜ਼ਤੀ ਨਹੀਂ ਕੀਤੀ ਜਿੰਨੀ ਉਹਨੇ ਉਦੋਂ ਕੀਤੀ। ਕੁੱਤਾ ਕਿੱਧਰੋਂ ਦਾ। ਮਾਂ ਚੁੱਪਚਾਪ ਉਹਨੂੰ ਮੇਜ਼ ਕੋਲ ਲੈ ਗਈ ਤੇ ਉਹਨੂੰ ਉੱਥੇ ਬਿਠਾ ਦਿੱਤਾ। ਉਹ ਆਪ ਉਹਦੇ ਕੋਲ ਬਹਿ ਗਈ। ਉਹਦਾ ਮੋਢਾ ਖਖੋਲ ਦੇ ਮੋਢੇ ਨਾਲ ਲੱਗਾ ਹੋਇਆ ਸੀ। ਪਾਵੇਲ ਖੜਾ ਰਿਹਾ, ਨਾ ਖੁਸ਼ ਢੰਗ ਨਾਲ ਆਪਣੀ ਦਾੜੀ ਢੂੰਘਦਾ। ਉਹਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਸਾਡੇ ਸਾਰਿਆਂ ਦੇ ਨਾਵਾਂ ਦਾ ਪਤਾ ਹੈ, ਕਿ ਅਸੀਂ ਸਾਰੇ ਜੈਨਡਾਰਮਾਂ ਦੀ ਸੂਚੀ ਵਿੱਚ ਦਰਜ ਹਾਂ ਅਤੇ ਮਈ ਦਿਨ ਦੇ ਮੁਜ਼ਾਹਰੇ ਤੋਂ ਐਨ ਪਹਿਲਾਂ ਸਾਨੂੰ ਫੜ ਲਿਆ ਜਾਏਗਾ। ਮੈਂ ਉਹਨੂੰ ਕੁਝ ਨਾ ਕਿਹਾ, ਬਸ ਹੱਸ ਕੇ ਉਹਦਾ ਠੱਠਾ ਉਡਾ ਛੱਡਿਆ, ਪਰ ਅੰਦਰੋਂ ਅੰਦਰ ਮੈਂ ਉਬਲ ਰਿਹਾ ਸਾਂ। ਉਹਨੇ ਕਿਹਾ ਕਿ ਮੈਂ ਚੁਸਤ ਬੰਦਾ ਵਾਂ ਤੇ ਮਾੜੀ ਗੱਲ ਹੈ ਕਿ ਮੈਂ ਗਲਤ ਰਾਹ ਚੁਣ ਲਿਆ ਹੈ। ਚੰਗਾ ਹੋਵੇ ਜੇ ਮੈਂ। ਉਹ ਰੁਕ ਗਿਆ ਤੇ ਆਪਣੇ ਖੱਬੇ ਹੱਥ ਨਾਲ ਆਪਣਾ ਮੂੰਹ ਪੂੰਝਿਆ। ਉਹਦੀਆਂ ਅੱਖਾਂ ਵਿੱਚ ਇੱਕ ਸੁੱਕੀ ਲਿਸ਼ਕ ਸੀ। ਮੈਂ ਸਮਝਦਾ, ਪਾਵੇਲ ਨੇ ਕਿਹਾ। ਕਾਨੂੰਨ ਦੀ ਸੇਵਾ ਕਰਨਾ ਚੰਗੇਰੀ ਗੱਲ ਹੋਵੇਗੀ, ਉਹਨੇ ਕਿਹਾ। ਖਗੋਲ ਨੇ ਆਪਣਾ ਮੁੱਕਾ ਲਹਿਰਾਇਆ। ਕਾਨੂੰਨ? ਰੱਬ ਉਹਨੂੰ ਨਰਕਾਂ ਵਿੱਚ ਸੁੱਟੇ। ਉਹ ਕਰੀਚੇ ਹੋਏ ਦੰਦਾਂ ਵਿੱਚੋਂ ਬੁੜਬੁੜਾਇਆ। ਜੇ ਉਹ ਮੈਨੂੰ ਥੱਪੜ ਮਾਰ ਦਿੰਦਾ ਤਾਂ ਇਸ ਨਾਲੋਂ ਤਾਂ ਚੰਗੇਰਾ ਹੁੰਦਾ। ਇਹ ਗੱਲ ਮੇਰੇ ਲਈ ਸੁਖੇਰੀ ਹੁੰਦੀ ਤੇ ਸ਼ਾਇਦ ਉਹਦੇ ਲਈ ਵੀ। ਮੈਂ ਆਪਣੇ ਦਿਲ ਦੇ ਵਿੱਚ ਉਹਦਾ ਬਦਬੂ ਛੱਡਦਾ ਥੁੱਕਣਾ ਸਹਿ ਨਹੀਂ ਸੀ ਸਕਦਾ। ਆਂਦਰੇਈ ਨੇ ਕੁੜਵਲ ਜਿਹੇ ਨਾਲ ਪਾਵੇਲ ਤੋਂ ਆਪਣਾ ਹੱਥ ਛੁਡਾ ਲਿਆ ਤੇ ਨਿੰਮੇ ਘਿਰਨਾ ਭਰੇ ਢੰਗ ਨਾਲ ਬੋਲੀ ਗਿਆ। ਮੈਂ ਉਹਨੂੰ ਚੰਡ ਮਾਰੀ ਤੇ ਉੱਥੋਂ ਚਲਾ ਆਇਆ। ਫਿਰ ਮੈਂ ਦਰਾਗੂਨੋਵ ਨੂੰ ਆਪਣੇ ਪਿੱਛੇ
ਹੌਲੀ ਜੇ ਕਹਿੰਦੇ ਸੁਣਿਆ, ਅਖੀਰ ਤੈਨੂੰ ਫੜ ਹੀ ਲਿਆ। ਉਹ ਮੋੜ ਦੁਆਲੇ ਉਡੀਕਦਾ ਪਿਆ ਹੋਣਾ। ਖਖੋਲ ਰੁਕਿਆ। ਮੈਂ ਮੁੜਿਆ ਨਾ, ਭਾਵੇਂ ਮੈਨੂੰ ਜਾਪਿਆ ਕਿ ਮੈਂ ਸੱਟ ਵੱਜਦੀ ਸੁਣੀ, ਪਰ ਮੈਂ ਆਪਣੇ ਰਾਹ ਚੱਲਦਾ ਗਿਆ ਜਿਵੇਂ ਕਿਸੇ ਡੱਡੂ ਉੱਤੇ ਮੇਰਾ ਪੈਰ ਆ ਗਿਆ ਹੋਵੇ। ਕੰਮ ਤੇ ਕੁਝ ਲੋਕ ਇਹ ਕਹਿੰਦੇ ਹੋਏ ਆਏ, ਉਹਨਾਂ ਈਸਾਈ ਨੂੰ ਕਤਲ ਕਰ ਦਿੱਤਾ। ਮੈਨੂੰ ਯਕੀਨ ਨਾ ਆਇਆ, ਪਰ ਮੇਰੀ ਬਾਂਹ ਵਿੱਚ ਇੰਨੀ ਪੀੜ ਹੋਣ ਲੱਗ ਪਈ ਕਿ ਮੈਂ ਮਸਾਂ ਹੀ ਕੰਮ ਕਰ ਸਕਿਆ। ਅਸਲੀ ਪੀੜ ਤਾਂ ਇਹ ਨਹੀਂ ਸੀ, ਪਰ ਜਾਪਦਾ ਸੀ ਮੇਰੀ ਬਾਂਹ ਸੁੱਕ ਗਈ ਹੈ। ਉਹਨੇ ਚੋਰੀ ਚੋਰੀ ਆਪਣੇ ਹੱਥ ਵੱਲ ਵੇਖਿਆ। ਮੈਨੂੰ ਜਾਪਦਾ ਸਾਰੀ ਉਮਰ ਮੈਂ ਇਹ ਗੰਦਾ ਦਾਗ ਨਹੀਂ ਧੋ ਸਕਾਂਗਾ। ਵੱਡੀ ਗੱਲ ਇਹ ਵੈ ਕਿ ਤੇਰਾ ਮਨ ਸਾਫ਼ ਹੈ ਮੇਰੇ ਲਾਲ, ਮਾਂ ਨੇ ਪੋਲੇ ਜਿਹੇ ਕਿਹਾ। ਮੈਂ ਆਪਣੇ ਆਪ ਨੂੰ ਇਸ ਗੱਲ ਲਈ ਦੋਸ਼ੀ ਨਹੀਂ ਸਮਝਦਾ, ਬਿਲਕੁਲ ਨਹੀਂ, ਖਖੋਲ ਨੇ ਦ੍ਰਿੜਤਾ ਨਾਲ ਕਿਹਾ। ਬਸ ਘੇਰ ਪੈਂਦੀ ਏ, ਮੈਨੂੰ ਇਸ ਮਾਮਲੇ ਵਿੱਚ ਪੈਣਾ ਨਹੀਂ ਸੀ ਚਾਹੀਦਾ। ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਪਵੇਲ ਨੇ ਮੋਢੇ ਸੰਗੋੜ ਕੇ ਕਿਹਾ। ਤੂੰ ਕਤਲ ਨਹੀਂ ਕੀਤਾ, ਪਰ ਜੇ ਤੂੰ ਕੀਤਾ ਵੀ ਹੁੰਦਾ, ਸੁਣ ਵੀਰ, ਜੇ ਤੈਨੂੰ ਪਤਾ ਹੋਵੇ ਕਿ ਕਤਲ ਹੋਣ ਵਾਲਾ ਏ ਤੇ ਤੂੰ ਇਹਨੂੰ ਹੁਣੋਂ ਨਾ ਰੋਕੇ। ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਪਵੇਲ ਨੇ ਜ਼ੋਰ ਦੇ ਕੇ ਕਿਹਾ। ਤੇ ਫਿਰ ਥੋੜਾ ਸੋਚ ਕੇ ਉਹਨੇ ਵਾਅਦਾ ਕੀਤਾ, ਮਤਲਬ ਇਹ ਸ਼ਾਇਦ ਸਮਝ ਆਉਂਦੀ ਏ, ਪਰ ਇਹਦਾ ਮੇਰੇ ਉੱਤੇ ਅਸਰ ਨਹੀਂ ਹੁੰਦਾ। ਸੀਟੀ ਵੱਜੀ। ਖਖੋਲ ਨੇ ਇਹਦਾ ਹਾਕਮਾਨਾ ਸੱਦਾ ਸੁਣਿਆ, ਫਿਰ ਆਪਣੇ ਸਿਰ ਪਿੱਛੇ ਵੱਲ ਸੁੱਟਿਆ। ਮੈਂ ਕੰਮ ਤੇ ਵਾਪਸ ਨਹੀਂ ਜਾ ਰਿਹਾ, ਆਪਣੇ ਆਪ ਨੂੰ ਉਭਾਰਦੇ ਹੋਏ ਉਹਨੇ ਕਿਹਾ। ਤੇ ਨਾ ਹੀ ਮੈਂ, ਪਵੇਲ ਨੇ ਕਿਹਾ। ਮੈਂ ਹਮਾਮ ਚੱਲਿਆ। ਆਂਦਰੇ ਇੱਕ ਨਿੱਕਾ ਜਿਹਾ ਹਾਸਾ ਹੱਸਿਆ ਅਤੇ ਕਾਲੀ ਕਾਲੀ ਅਤੇ ਚੁੱਪਚਾਪ ਆਪਣੇ ਕੱਪੜੇ ਇਕੱਠੇ ਕਰਨ ਲੱਗ ਪਿਆ। ਉਹ ਢਹਿੰਦੀਆਂ ਕਲਾਂ ਵਿੱਚ ਘਰੋਂ ਗਿਆ। ਮਾਂ ਨੇ ਹਮਦਰਦੀ ਭਰੀ ਨਿਗਾਹ ਨਾਲ ਉਹਦੇ ਜਾਂਦੇ ਵੱਲ ਵੇਖਿਆ। ਭਾਵੇਂ ਜੋ ਜੀ ਆਏ ਕਹਿ ਲੈ ਪਵੇਲ, ਉਹਨੇ ਕਿਹਾ। ਮੈਨੂੰ ਪਤਾ ਹੈ ਕਤਲ ਕਰਨਾ ਪਾਪ ਹੈ, ਪਰ ਮੈਂ ਕਿਸੇ ਨੂੰ ਮੁਲਜ਼ਮ ਨਹੀਂ ਸਮਝਦੀ। ਮੈਨੂੰ ਈਸਾਈ ਤੇ ਰਹਿਮ ਆਉਂਦਾ ਹੈ। ਉਹ ਕਿੰਨਾ ਨਗੂਣਾ ਜਿਹਾ ਸੀ। ਜਦੋਂ ਮੈਂ ਅੱਜ ਉਹਨੂੰ ਵੇਖਿਆ ਤਾਂ ਮੈਨੂੰ ਯਾਦ ਆਇਆ ਕਿ ਉਹਨੇ ਤੈਨੂੰ ਫਾਹੇ ਲਾਉਣ ਦੀ ਧਮਕੀ ਦਿੱਤੀ ਸੀ, ਪਰ ਇਸ ਨਾਲ ਮੈਨੂੰ ਉਹਦੇ ਨਾਲ ਨਫ਼ਰਤ ਨਾ ਹੋਈ ਜਾਂ ਇਸ ਗੱਲ ਤੇ ਖੁਸ਼ੀ ਨਾ ਹੋਈ ਕਿ ਉਹ ਮਰ ਗਿਆ। ਮੈਨੂੰ ਤਾਂ ਬਸ ਉਹਦੇ ਉੱਤੇ ਰਹਿਮ ਆਇਆ, ਪਰ ਹੁਣ ਮੈਨੂੰ ਰਹਿਮ ਵੀ ਨਹੀਂ ਆਉਂਦਾ। ਉਹ ਚੁੱਪ ਅਤੇ ਸੋਚਵਾਨ ਹੋ ਗਈ, ਪਰ ਫਿਰ ਉਹਨੇ ਹੈਰਾਨੀ ਭਰੀ ਮੁਸਕਾਨ ਨਾਲ ਕਿਹਾ, ਹਾਏ ਰੱਬਾ, ਪਾਸ਼ਾ ਸੁਣਿਆ ਹੀ ਮੈਂ ਕੀ ਕਿਹਾ? ਸਾਫ਼ ਸੀ ਕਿ ਉਹਨੇ ਨਹੀਂ ਸੀ ਸੁਣਿਆ, ਕਿਉਂਕਿ ਅੱਖਾਂ ਨੀਵੀਆਂ ਸੁੱਟੀ ਫਰਸ਼ ਉੱਤੇ ਇੱਧਰ ਉੱਧਰ ਜਾਂਦੇ ਉਹਨੇ ਸੋਚਦੇ ਹੋਏ ਅਤੇ ਉਦਾਸੀ ਨਾਲ ਜਵਾਬ ਦਿੱਤਾ, ਵੇਖ ਲਓ, ਇਹ ਹੈ ਜ਼ਿੰਦਗੀ। ਵੇਖਿਆ ਲੋਕ ਕਿਵੇਂ ਇੱਕ ਦੂਜੇ ਦੇ ਖਿਲਾਫ ਖੜੇ ਕੀਤੇ ਜਾਂਦੇ ਨੇ। ਤੁਸੀਂ ਨਾ ਚਾਹੁੰਦੇ ਹੋਏ ਵੀ ਕਿਸੇ ਉੱਤੇ ਵਾਰ ਕਰ ਦਿੰਦੇ ਹੋ ਤੇ ਤੁਸੀਂ ਕਿਸੇ ਉੱਤੇ ਵਾਰ ਕਰਦੇ ਹੋ ਕਿਸੇ ਵਿਚਾਰੇ ਉੱਤੇ ਜਿਸ ਨੂੰ ਤੁਹਾਡੇ ਤੋਂ ਵੱਧ ਹੱਕ ਨਹੀਂ ਮਿਲੇ ਹੋਏ। ਇਸ ਹਾਲਤ ਵਿੱਚ ਉਹ ਤੁਹਾਡੇ ਨਾਲੋਂ ਘੱਟ ਖੁਸ਼ਕਿਸਮਤ ਹੈ, ਕਿਉਂਕਿ ਉਹ ਮੂਰਖ ਹੈ। ਪੁਲਿਸ ਅਤੇ ਜੈਂਡਾਰਮ ਅਤੇ ਜਾਸੂਸ ਸਭੇ ਸਾਡੇ ਵੈਰੀ ਨੇ, ਪਰ ਉਹ ਸਾਡੇ ਵਾਂਗ ਮਨੁੱਖ ਨੇ, ਜਿਨ੍ਹਾਂ ਦੀ ਰੱਤ ਸਾਡੇ ਵਾਂਗ ਹੀ ਚੂਸੀ ਜਾਂਦੀ ਹੈ ਤੇ ਜਿਨ੍ਹਾਂ ਨਾਲ ਸਾਡੇ ਵਾਂਗ ਹੀ ਨਫ਼ਰਤ ਕੀਤੀ ਜਾਂਦੀ ਹੈ। ਅਸੀਂ ਸਭੇ ਇੱਕੋ ਜਿਹੇ ਵਾਂ, ਪਰ ਮਾਲਕਾਂ ਨੇ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਕਰ ਦਿੱਤਾ ਹੈ। ਉਹਨਾਂ ਨੂੰ ਡਰ ਅਤੇ ਬਕਵਾਸ ਨਾਲ ਅੰਨਾ ਕਰ ਦਿੱਤਾ ਹੈ। ਉਹਨਾਂ ਦੇ ਹੱਥ ਪੈਰ ਬੰਨ੍ਹ ਦਿੱਤੇ ਨੇ। ਉਹਨਾਂ ਨੂੰ ਨਿਚੋੜਦੇ ਹੋਏ ਅਤੇ ਉਹਨਾਂ ਦੀ ਰੱਤ ਚੂਸਦੇ ਹੋਏ, ਉਹਨਾਂ ਤੋਂ ਇੱਕ ਦੂਜੇ ਨੂੰ ਮਾਰ ਪਵਾਉਂਦੇ ਅਤੇ ਕੁਚਲਾਉਂਦੇ ਹੋਏ, ਉਹਨਾਂ ਲੋਕਾਂ ਨੂੰ ਬੰਦੂਕਾਂ ਤੇ ਡੰਡਿਆਂ ਤੇ ਪੱਥਰਾਂ ਵਿੱਚ ਤਬਦੀਲ ਕਰ ਦਿੱਤਾ ਤੇ ਕਹਿੰਦੇ ਨੇ ਇਹ ਰਾਜ ਹੈ। ਉਹ ਆਪਣੀ ਮਾਂ ਕੋਲ ਗਿਆ। ਮਾਂ, ਇਹ ਮੁਜਰਮਾਨਾ ਏ, ਲਖੂਕਾ ਲੋਕਾਂ ਨੂੰ ਖੋਰੀ ਢੰਗ ਨਾਲ ਮਾਰਨਾ, ਮਨੁੱਖੀ ਰੂਹਾਂ ਨੂੰ ਕਤਲ ਕਰਨਾ। ਤੂੰ ਸਮਝਦੀ ਏ ਰੂਹਾਂ ਦੇ ਕਾਤਲ? ਤੇ ਤੂੰ ਉਹਨਾਂ ਅਤੇ ਸਾਡੇ ਵਿੱਚ ਫਰਕ ਸਮਝਦੀ ਏ? ਜਦੋਂ ਅਸੀਂ ਕਿਸੇ ਬੰਦੇ ਉੱਤੇ ਵਾਰ ਕਰਦੇ ਵਾਂ ਤਾਂ ਇਹ ਘ੍ਰਿਣਿਤ, ਸ਼ਰਮਨਾਕ ਅਤੇ ਦੁਖਦਾਈ ਹੁੰਦਾ ਹੈ, ਸਭ ਤੋਂ ਵੱਧ ਘ੍ਰਿਣਿਤ। ਪਰ ਉਹ ਹਜ਼ਾਰਾਂ ਲੋਕਾਂ ਨੂੰ ਸ਼ਾਂਤੀ ਨਾਲ ਅਤੇ ਬੇਕਿਰਕੀ ਨਾਲ ਕਤਲ ਕਰਦੇ ਨੇ, ਬਗੈਰ ਕਿਸੇ ਝਿਜਕ ਦੇ ਅਤੇ ਅਤਿਅੰਤ ਤਸੱਲੀ ਨਾਲ। ਅਤੇ ਲੋਕਾਂ ਨੂੰ ਕੁਚਲ ਕੇ ਮਾਰਨ ਲਈ ਉਹਨਾਂ ਕੋਲ ਇੱਕੋ ਇੱਕ ਕਾਰਨ ਹੈ, ਆਪਣਾ ਸੋਨਾ ਅਤੇ ਚਾਂਦੀ ਅਤੇ ਹੁੱਡੀਆਂ ਅਤੇ ਉਹ ਸਾਰਾ ਚੰਦਰਾ ਮਸਾਲਾ ਸਾਂਭ ਕੇ ਰੱਖਣਾ ਜਿਹੜਾ ਉਹਨਾਂ ਨੂੰ ਸਾਨੂੰ ਗੁਲਾਮ ਬਣਾਉਣ ਯੋਗ ਬਣਾਉਂਦਾ ਹੈ। ਜਰਾ ਇਹਦੇ ਬਾਰੇ ਸੋਚ, ਜਦੋਂ ਉਹ ਲੋਕਾਂ ਨੂੰ ਕਤਲ ਕਰਦੇ ਨੇ ਤੇ ਉਹਨਾਂ ਦੀਆਂ ਰੂਹਾਂ ਦੇ ਟੁਕੜੇ ਕਰਦੇ ਨੇ ਤਾਂ ਉਹ ਆਪਣੀਆਂ ਜਿੰਦਾਂ ਦੀ ਰੱਖਿਆ ਨਹੀਂ ਕਰ ਰਹੇ ਹੁੰਦੇ, ਸਗੋਂ ਆਪਣੀਆਂ ਮਿਲਖਾਂ ਦੀ, ਜਿਹੜੀਆਂ ਸ਼ੈਆਂ ਮਨੁੱਖ ਤੋਂ ਬਾਹਰ ਨੇ, ਉਹਦੇ ਅੰਦਰ ਨਹੀਂ। ਮਾਂ ਦੇ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਉਹ ਉਹਨਾਂ ਉੱਤੇ ਝੁਕਿਆ ਅਤੇ ਉਹਨਾਂ ਨੂੰ ਕੁੱਟਿਆ। ਜੇ ਕਿਤੇ ਤੂੰ ਵੇਖ ਸਕਦੀ ਕਿ ਇਹ ਕਿੰਨੀ ਨੀਵੀਂ ਤੇ ਸ਼ਰਮਨਾਕ ਏ ਤਾਂ ਤੂੰ ਉਹ ਸੱਚ ਸਮਝ ਲੈਂਦੀ ਜਿਸ ਲਈ ਅਸੀਂ ਲੜ ਰਹੇ ਵਾਂ। ਤੂੰ ਇਹ ਸਮਝ ਲੈਂਦੀ ਏ ਕਿੰਨਾ ਸ਼ਾਨਦਾਰ ਤੇ ਮਹਾਨ ਹੈ। ਮਾਂ ਉੱਠੀ, ਆਪਣੇ ਸੀਨੇ ਵਿੱਚ ਮਗਦੀ ਅੱਗ ਨੂੰ ਆਪਣੇ ਪੁੱਤਰ ਦੀ ਅੱਗ ਨਾਲ ਮੇਲ ਕੇ ਇੱਕ ਮਹਾਨ ਲਾਟ ਬਣਾਉਣ ਦੀ ਇੱਛਾ ਨਾਲ ਭਰੀ ਹੋਈ। ਸਬਰ ਕਰ ਪਵੇਲ, ਉਹ ਔਖ ਨਾਲ ਬੁੜਬੁੜਾਈ, ਸਬਰ ਕਰ, ਸਮਾਂ ਪਾ ਕੇ ਮੈਂ ਸਮਝ ਜਾਵਾਂਗੀ।
ਅੰਕ 25ਵਾਂ। ਜ਼ੋਰ-ਜ਼ੋਰ ਦੀ ਪੈਰ ਮਾਰਦਾ ਕੋਈ ਡਿਓਢੀ ਵਿੱਚ ਆਇਆ ਤੇ ਮਾਂ ਤੇ ਪੁੱਤਰ ਨੇ ਹੈਰਾਨੀ ਨਾਲ ਇੱਕ ਦੂਜੇ ਵੱਲ ਵੇਖਿਆ। ਦਰਵਾਜ਼ਾ ਖੁੱਲ੍ਹਾ ਅਤੇ ਰਿਬਨ ਹੌਲੀ-ਹੌਲੀ ਅੰਦਰ ਆਇਆ। ਮੈਂ ਆ ਗਿਆ, ਉਹਨੇ ਮੁਸਕਰਾ ਕੇ ਆਪਣਾ ਸਿਰ ਚੁੱਕਦੇ ਹੋਏ ਕਿਹਾ। ਸ਼ੰਕਾਵਾਦੀ ਟੌਮਸ ਆਪਣੇ ਇਕਰਾਰ ਦਾ ਸੱਚਾ, ਇੱਧਰ ਜਾਂਦਾ ਉੱਧਰ ਜਾਂਦਾ, ਹਰ ਥਾਂ ਆਪਣੀ ਟੰਗ ਫਸਾਉਂਦਾ। ਉਹਨੇ ਰੁੱਖ ਦੀ ਛਾਲ ਦੇ ਸੈਂਡਲ ਪਹਿਨੇ ਹੋਏ ਸਨ, ਇੱਕ ਜੱਤਲ ਟੋਪੀ ਪਾਈ ਹੋਈ ਸੀ ਅਤੇ ਕੋਲ ਤਾਰ ਨਾਲ ਲਿਬੜੀ ਪੋਸਤੀਨ। ਕਾਲੇ ਦਸਤਾਨਿਆਂ ਦੀ ਜੋੜੀ ਉਹਦੀ ਪੇਟੀ ਵਿੱਚ ਫਸੀ ਹੋਈ ਸੀ। ਕੀ ਹਾਲ ਚਾਲ ਹੈ? ਸੋ ਤੈਨੂੰ ਉਹਨਾਂ ਛੱਡ ਦਿੱਤਾ ਪਾਵੇਲ? ਚੰਗਾ ਹੋਇਆ। ਪੈਲਾਗੀਆ ਨੀਲੋਵਨਾ ਕਿਵੇਂ ਗੁਜ਼ਰ ਰਹੀ ਹੈ? ਉਹ ਖੁੱਲ੍ਹ ਕੇ ਮੁਸਕਰਾਇਆ ਤੇ ਆਪਣੇ ਚਿੱਟੇ ਦੰਦ ਲਿਸ਼ਕਾਏ। ਉਹਦੀ ਆਵਾਜ਼ ਪਹਿਲਾਂ ਨਾਲੋਂ ਵਧੇਰੇ ਨਰਮ ਹੋ ਗਈ ਸੀ ਅਤੇ ਉਹਦੇ ਮੂੰਹ ਉੱਤੇ ਸੰਘਣੀ ਦਾੜੀ ਉੱਗੀ ਹੋਈ ਸੀ। ਮਾਂ ਉਹਨੂੰ ਵੇਖ ਕੇ ਖੁਸ਼ ਹੋਈ ਸੀ ਅਤੇ ਉਹਦੇ ਕੋਲ ਜਾ ਕੇ ਉਹਨੇ ਕਾਲੇ ਧੱਬਿਆਂ ਨਾਲ ਕੱਜਿਆ ਉਹਦਾ ਵੱਡਾ ਸਾਰਾ ਹੱਥ ਆਪਣੇ ਹੱਥ ਵਿੱਚ ਲਿਆ। ਰੱਬਾ, ਉਹਨੇ ਕੋਲ ਤਾਰ ਦੀ ਤਿੱਖੀ ਨਰੋਈ ਬੋ ਵਾਲਾ ਲੰਮਾ ਸਾਹ ਲੈਂਦੇ ਹੋਏ ਕਿਹਾ, ਤੈਨੂੰ ਵੇਖ ਕੇ ਮੈਂ ਕਿੰਨੀ ਖੁਸ਼ ਹਾਂ। ਇਹ ਹੈ ਅਸਲੀ ਮੁਜ਼ੀਕ, ਪਾਵੇਲ ਨੇ ਰਿਬਨ ਵੱਲ ਵੇਖਦੇ ਹੋਏ ਮੁਸਕਰਾ ਕੇ ਕਿਹਾ। ਪ੍ਰਾਹੁਣੇ ਨੇ ਹੌਲੀ-ਹੌਲੀ ਆਪਣੇ ਕੱਪੜੇ ਲਾਹੇ। ਹਾਂ, ਮੈਂ ਮੁੜ ਮੁਜ਼ੀਕ ਬਣ ਗਿਆ। ਤੁਸੀਂ ਤਾਂ ਵਧੇਰੇ ਸਾਊਆਂ ਜਿਹੇ ਹੀ ਹੋਈ ਜਾਂਦੇ ਹੋ। ਮੈਂ ਦੂਜੇ ਪਾਸੇ ਟੁਰੀ ਜਾਨੀ, ਇਹੋ ਤਾਂ ਗੱਲ ਹੈ। ਆਪਣੀ ਰਾਗਲੀ ਕੁੜਤੀ ਖਿੱਚਦਾ ਹੋਇਆ ਸਭ ਕੁਝ ਵੇਖਦਾ ਕਮਰੇ ਵਿੱਚ ਘੁੰਮਦਾ ਰਿਹਾ। ਇੱਥੇ ਤਾਂ ਕਿਤਾਬਾਂ ਤੋਂ ਬਿਨਾਂ ਕੁਝ ਵੀ ਨਹੀਂ। ਸੋ ਮੈਨੂੰ ਖਬਰਸਾਰ ਦੱਸੋ। ਉਹ ਲੱਤਾਂ ਚੌੜੀਆਂ ਗੱਡ ਕੇ ਬਹਿ ਗਿਆ ਤੇ ਉਹਦੇ ਹੱਥਾਂ ਨੇ ਉਹਦੇ ਗੋਡੇ ਫੜੇ ਹੋਏ ਸਨ। ਦਿਆਲਤਾ ਨਾਲ ਮੁਸਕਰਾ ਕੇ ਜਵਾਬ ਦੀ ਉਡੀਕ ਕਰਦਾ ਉਹ ਘੋਖਵੀਂ ਨਿਗਾਹ ਨਾਲ ਪਾਵੇਲ ਵੱਲ ਵੇਖ ਰਿਹਾ ਸੀ। ਅਸੀਂ ਉੱਨਤੀ ਕਰ ਰਹੇ ਹਾਂ, ਪਾਵੇਲ ਨੇ ਕਿਹਾ। ਅਸੀਂ ਹਲ ਵਾਹੁੰਦੇ ਤੇ ਬੀਜ ਬੀਜਦੇ ਹਾਂ ਤੇ ਫਿਰ ਫਸਲ ਉਗਦੀ ਵੇਖਦੇ ਹਾਂ। ਫਿਰ ਅਸੀਂ ਹਾਂ ਬੀਅਰ ਬਣਾਉਂਦੇ ਤੇ ਸਾਲ ਭਰ ਸੌਂਦੇ। ਇਵੇਂ ਹੈ ਕਿਉਂ ਮਿੱਤਰੋ? ਰਿਬਨ ਹੱਸਿਆ। ਤੇਰਾ ਕੀ ਖਿਆਲ ਹੈ ਮਿਖਾਇਲੋ ਇਵਾਨੋਵਿਚ? ਪਾਵੇਲ ਨੇ ਉਹਦੇ ਸਾਹਮਣੇ ਬਹਿੰਦੇ ਹੋਏ ਕਿਹਾ। ਠੀਕ ਠਾਕ। ਯੈਗੇਲ ਦਏਵੋ ਵਿੱਚ ਰਹਿੰਦੇ, ਕਦੀ ਇਹਦਾ ਨਾਂ ਸੁਣਿਆ? ਯੈਗੇਲਦੇਯੇਵ ਸੋਹਣਾ ਨਿੱਕਾ ਜਿਹਾ ਪਿੰਡ ਹੈ। ਸਾਲ ਵਿੱਚ 2 ਮੇਲੇ, 2000 ਤੋਂ ਵੱਧ ਵਸਨੀਕ। ਗੁੱਸੇ ਹੋਏ। ਉਹਨਾਂ ਦੀ ਆਪਣੀ ਕੋਈ ਭੌਂ ਨਹੀਂ, ਪਟੇ ਤੇ ਲੈਣੀ ਪੈਂਦੀ ਹੈ ਤੇ ਜ਼ਮੀਨ ਵੀ ਬਹੁਤੀ ਚੰਗੀ ਨਹੀਂ। ਮੈਂ ਉੱਥੇ ਇੱਕ ਜ਼ੋਕਮ ਦੇ ਨੌਕਰੀ ਕਰ ਲਈ ਹੈ। ਉੱਥੇ ਉਹ ਉਸੇ ਤਰ੍ਹਾਂ ਪੁਰ ਪਏ ਕਰਦੇ ਨੇ ਜਿਵੇਂ ਮੁਰਦੇ ਵਿੱਚ ਕੀੜੇ। ਲੱਕੜੀ ਸਾੜੋ, ਕੋਲਾ ਬਣਾਓ ਤੇ ਘੋਲ-ਤਾਰ ਕੱਢੋ। ਇੱਥੋਂ ਨਾਲੋਂ ਚੌਥਾ ਹਿੱਸਾ ਕਮਾਓ ਤੇ ਦੂਣੀ ਮਿਹਨਤ ਕਰੋ। ਅਸੀਂ 7 ਜਣੇ ਉਸ ਜੋਕ ਲਈ ਕੰਮ ਕਰਦੇ ਹਾਂ। ਚੰਗੇ ਜਣੇ ਨੇ ਸਾਰੇ, ਜਵਾਨ ਮੇਰੇ ਬਿਨਾਂ। ਸਾਰੇ ਉੱਥੋਂ ਦੇ ਰਹਿਣ ਵਾਲੇ ਅਤੇ ਉਹ ਸਾਰੇ ਪੜ੍ਹਨਾ ਲਿਖਣਾ ਜਾਣਦੇ ਨੇ। ਉਹਨਾਂ ਵਿੱਚੋਂ ਇੱਕ ਯੈਫੀਮ ਇੰਨਾ ਗਰਮ ਸੁਭਾਅ ਦਾ ਹੈ ਕਿ ਸਮਝ ਨਹੀਂ ਆਉਂਦੀ ਉਹਨੂੰ ਕਿਵੇਂ ਸਾਂਭਿਆ ਜਾਵੇ। ਤੂੰ ਕਿਵੇਂ ਕੰਮ ਕਰਨਾ ਹੈ? ਉਹਨਾਂ ਨਾਲ ਬਹਿਸਾਂ ਕਰਨਾ ਹੈ? ਪਾਵੇਲ ਨੇ ਉਤਸੁਕਤਾ ਨਾਲ ਪੁੱਛਿਆ। ਇਸ ਗੱਲ ਦਾ ਤਾਂ ਤੂੰ ਯਕੀਨ ਰੱਖ, ਮੈਂ ਆਪਣੀ ਜੀਭ ਨੂੰ ਜਿੰਦਰਾ ਲਾ ਕੇ ਨਹੀਂ ਰੱਖਦਾ। ਮੈਂ ਤੁਹਾਡੇ ਸਾਰੇ ਇਸ਼ਤਿਹਾਰ ਆਪਣੇ ਨਾਲ ਲੈ ਗਿਆ ਸਾਂ, ਕੁੱਲ 34, ਪਰ ਵਧੇਰੇ ਮੈਂ ਬਾਈਬਲ ਵਰਤਦਾ। ਬਾਈਬਲ ਵਿੱਚੋਂ ਬਹੁਤ ਕੁਝ ਲੱਭ ਸਕਦਾ ਹੈ। ਮੋਟੀ ਕਿਤਾਬ ਹੈ ਤੇ ਸਰਕਾਰੀ ਵੀ, ਜਿਸ ਦੀ ਪਵਿੱਤਰ ਸਿਨੋਦ ਨੇ ਮਨਜ਼ੂਰੀ ਦਿੱਤੀ ਹੋਈ ਹੈ। ਤੁਸੀਂ ਇਹਦੇ ਤੇ ਭਰੋਸਾ ਰੱਖ ਸਕਦੇ ਹੋ। ਉਹ ਹੱਸਿਆ ਤੇ ਪਾਵੇਲ ਨੂੰ ਅੱਖ ਮਾਰੀ। ਪਰ ਇਹ ਕਾਫੀ ਨਹੀਂ, ਮੈਂ ਤੁਹਾਥੋਂ ਕਿਤਾਬਾਂ ਮੰਗਣ ਆਇਆ। ਅਸੀਂ 2 ਹਾਂ ਤੇ ਮੈਂ ਯੈਫੀਮ ਨੂੰ ਆਪਣੇ ਨਾਲ ਲਿਆਇਆ। ਉਹਨਾਂ ਕੋਲ ਤਾਰ ਦਾ ਇੱਕ ਭਾਰ ਦੇ ਕੇ ਸਾਨੂੰ ਇੱਧਰ ਭੇਜਿਆ, ਸੋ ਅਸਾਂ ਥੋੜਾ ਵਲਾ ਪਾ ਲਿਆ ਤੇ ਤੁਹਾਨੂੰ ਮਿਲਣ ਆ ਗਏ। ਯੈਫੀਮ ਦੇ ਆਉਣ ਤੋਂ ਪਹਿਲਾਂ ਮੈਨੂੰ ਕਿਤਾਬਾਂ ਦੇ ਦਿਓ, ਉਹਨੂੰ ਬਹੁਤਾ ਪਤਾ ਨਹੀਂ ਲੱਗਣਾ ਚਾਹੀਦਾ। ਰਿਬਨ ਵੱਲ ਵੇਖਦਿਆਂ ਮਾਂ ਨੇ ਸੋਚਿਆ, ਇਕੱਲੇ ਉਹਦੇ ਕੱਪੜੇ ਹੀ ਹੋਰ ਤਰ੍ਹਾਂ ਦੇ ਨਹੀਂ, ਉਹਦਾ ਅੰਦਾਜ਼ ਘੱਟ ਡਰਾਉਣਾ ਸੀ। ਉਹਦੀ ਨਿਗਾਹ ਵਧੇਰੇ ਖਚਰੀ ਸੀ, ਉਹਦੀਆਂ ਅੱਖਾਂ ਪਹਿਲਾਂ ਨਾਲੋਂ ਘੱਟ ਖਰੀਆਂ ਸਨ। ਮਾਂ, ਪਾਵੇਲ ਨੇ ਕਿਹਾ, ਕਿਤਾਬਾਂ ਲਿਆਉਣ ਦੀ ਖੇਚਲ ਕਰੇਂਗੀ? ਉੱਥੇ ਲੋਕਾਂ ਨੂੰ ਪਤਾ ਕਿਹੜੀਆਂ? ਉਹਨਾਂ ਨੂੰ ਕਹੀਂ ਇਹ ਪਿੰਡਾਂ ਵਿੱਚ ਭੇਜਣੀਆਂ ਨੇ। ਬਹੁਤ ਅੱਛਾ, ਮਾਂ ਨੇ ਕਿਹਾ। ਸਾਮਾਵਾਰ ਉਬਲਦਿਆਂ ਹੀ ਮੈਂ ਜਾਂਦੀ ਹਾਂ। ਤੂੰ ਵੀ ਇਸ ਮਾਮਲੇ ਵਿੱਚ ਸ਼ਾਮਿਲ ਹੋ ਗਈ ਹੈ ਪੈਲਾਗੀਆ ਨੀਲੋਵਨਾ? ਰਿਬਨ ਹੱਸ ਪਿਆ। ਉੱਥੇ ਅਨੇਕ ਲੋਕ ਕਿਤਾਬਾਂ ਮੰਗਦੇ ਨੇ। ਇਹ ਉੱਥੋਂ ਦੇ ਉਸਤਾਦ ਦਾ ਕੰਮ ਹੈ। ਕਹਿੰਦੇ ਨੇ ਚੰਗਾ ਬੰਦਾ ਹੈ, ਭਾਵੇਂ ਪਾਦਰੀ ਟੱਬਰ ਤੋਂ ਏ। ਤੇ ਇੱਕ ਹੋਰ ਉਸਤਾਨੀ ਵੀ ਹੈ, 7 ਕੁ ਵੇਰਸਤ ਦੂਰ। ਉਹਨਾਂ ਵਿੱਚੋਂ ਕੋਈ ਵੀ ਜ਼ਬਤ ਹੋਈਆਂ ਕਿਤਾਬਾਂ ਨਹੀਂ ਵਰਤਦਾ। ਡਰਦੇ ਨੇ ਨੌਕਰੀ ਚਲੀ ਜਾਵੇਗੀ। ਪਰ ਮੈਨੂੰ ਤਾਂ ਜ਼ਬਤ ਹੋਈਆਂ ਕਿਤਾਬਾਂ ਦੀ ਲੋੜ ਹੈ, ਜਿਨ੍ਹਾਂ ਵਿੱਚ ਥੋੜੀ ਮਿਰਚ ਹੋਵੇ। ਜਿਹੜੀਆਂ ਕਿਤਾਬਾਂ ਮੈਂ ਵੰਡਾਂ, ਜੇ ਉਹ ਪੁਲਿਸ ਇੰਸਪੈਕਟਰ ਜਾਂ ਪਾਦਰੀ ਦੇ ਹੱਥ ਪੈ ਗਈਆਂ ਤਾਂ ਉਹ ਉਹਨਾਂ ਉਸਤਾਦਾਂ ਤੋਂ ਛੁੱਟ ਕਿਸੇ ਤੇ ਇਲਜ਼ਾਮ ਨਹੀਂ ਲਾਉਣਗੇ। ਹਾਲ ਦੀ ਘੜੀ ਮੈਂ ਲੁਕਿਆ ਰਹਾਂਗਾ। ਉਹਨੇ ਖਾਖਾਂ ਅੱਡੀਆਂ। ਉਹ ਆਪਣੀ ਚਲਾਕੀ ਤੇ ਬਹੁਤ ਖੁਸ਼ ਸੀ। ਆਹਾ, ਮਾਂ ਨੇ ਸੋਚਿਆ, ਜਾਪਦਾ ਤਾਂ ਤੂੰ ਰੇਸ਼ਾ ਪਰ ਹੈ ਲੂੰਬੜ। ਜੇ ਉਹਨਾਂ ਨੂੰ ਉਸਤਾਦਾਂ ਉੱਤੇ ਜ਼ਬਤ ਹੋਇਆਂ ਸਾਹਿਤ ਵੰਡਣ ਦਾ ਸ਼ੱਕ ਹੋਇਆ ਤਾਂ ਉਹ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦੇਣਗੇ? ਪਾਵੇਲ ਨੇ ਪੁੱਛਿਆ। ਹਾਂ, ਜ਼ਰੂਰ ਹੀ, ਰਿਬਨ ਨੇ ਜਵਾਬ ਦਿੱਤਾ। ਤਾਂ ਕੀ ਹੋਇਆ?
ਪਰ ਕਸੂਰ ਤਾਂ ਤੇਰਾ ਹੈ, ਉਹਨਾਂ ਦਾ ਨਹੀਂ। ਉਹਨਾਂ ਨੂੰ ਤੈਨੂੰ ਜੇਲ੍ਹ ਵਿੱਚ ਸੁੱਟਣਾ ਚਾਹੀਦਾ ਹੈ। ਅਜੀਬ ਬੰਦਾ ਹੈ। ਰਿਬਨ ਨੇ ਆਪਣੇ ਗੋਡੇ ਉੱਤੇ ਹੱਥ ਮਾਰ ਕੇ ਕਿਹਾ, ਮੇਰੇ ਉੱਤੇ ਕਿਸੇ ਕਦੀ ਸ਼ੱਕ ਨਹੀਂ ਕਰਨਾ। ਮੁਜ਼ੀਕ ਅਜਿਹੇ ਕੰਮ ਨਹੀਂ ਕਰਦੇ। ਕਿਤਾਬਾਂ ਤਾਂ ਸਾਊਆਂ ਦਾ ਕੰਮ ਹੈ ਤੇ ਉਹਨਾਂ ਨੂੰ ਹੀ ਇਹਨਾਂ ਲਈ ਜਵਾਬਦੇਹ ਹੋਣਾ ਪਵੇਗਾ। ਮਾਂ ਨੂੰ ਮਹਿਸੂਸ ਹੋਇਆ ਕਿ ਪਾਵੇਲ ਨੇ ਰਿਬਨ ਦੀ ਗੱਲ ਨਹੀਂ ਸਮਝੀ। ਉਹਨੇ ਆਪਣੇ ਪੁੱਤਰ ਨੂੰ ਅੱਖਾਂ ਸੰਗੋੜਦੇ ਵੇਖਿਆ ਤੇ ਇਹਦਾ ਮਤਲਬ ਸੀ ਉਹ ਗੁੱਸੇ ਹੈ। ਮਿਖਾਇਲੋ ਇਵਾਨੋਵਿਚ ਕੰਮ ਤਾਂ ਆਪ ਕਰਨਾ ਚਾਹੁੰਦਾ ਹੈ, ਪਰ ਚਾਹੁੰਦਾ ਹੈ ਇਲਜ਼ਾਮ ਹੋਰਨਾਂ ਸਿਰ ਲੱਗੇ। ਮਾਂ ਨੇ ਧਿਆਨ ਅਤੇ ਨਰਮੀ ਨਾਲ ਕਿਹਾ, ਇਹੋ ਤਾਂ ਗੱਲ ਹੈ। ਰਿਬਨ ਨੇ ਆਪਣੀ ਦਾੜੀ ਪਲੋਸਦੇ ਹੋਏ ਕਿਹਾ, ਹਾਲ ਦੀ ਘੜੀ ਸੁਣ ਮਾਂ, ਪਾਵੇਲ ਨੇ ਰੁਖਾਈ ਨਾਲ ਕਿਹਾ, ਜੇ ਸਾਡੇ ਬੰਦਿਆਂ ਵਿੱਚੋਂ ਕੋਈ ਇੱਕ ਮਿਸਾਲ ਵਜੋਂ ਆਂਦਰੇਈ ਮੇਰੀ ਪਿੱਠ ਪਿੱਛੇ ਛੁਪੇ ਅਤੇ ਇਸ ਲਈ ਮੈਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇ ਤਾਂ ਇਹ ਗੱਲ ਤੈਨੂੰ ਕਿੰਨੀ ਕੁ ਚੰਗੀ ਲੱਗੇਗੀ। ਮਾਂ ਕੁਝ ਕੁ ਤਰਬਕੀ ਅਤੇ ਹੈਰਾਨੀ ਨਾਲ ਆਪਣੇ ਪੁੱਤਰ ਵੱਲ ਵੇਖਿਆ। ਆਪਣੇ ਸਾਥੀ ਨਾਲ ਇਹੋ ਜਿਹੀ ਚਾਲ ਕੌਣ ਚੱਲ ਸਕਦਾ ਹੈ? ਉਹਨੇ ਸਿਰ ਹਿਲਾਉਂਦੇ ਹੋਏ ਪੁੱਛਿਆ। ਰਿਬਨ ਨੇ ਲਮਕਾ ਕੇ ਕਿਹਾ, ਮੈਂ ਤੇਰਾ ਮਤਲਬ ਸਮਝਦਾ ਪਾਵੇਲ। ਉਹਨੇ ਮਾਂ ਨੂੰ ਖਚਰੇ ਢੰਗ ਨਾਲ ਅੱਖ ਮਾਰੀ। ਇਹ ਗੁੰਝਲਦਾਰ ਔਖਾ ਮਾਮਲਾ ਹੈ ਮਾਂ, ਉਹਨੇ ਕਿਹਾ। ਫਿਰ ਪਾਵੇਲ ਵੱਲ ਮੁੜਦੇ ਅਤੇ ਸਿੱਖਿਆ ਦਾ ਇੱਕ ਢੰਗ ਅਪਣਾਉਂਦੇ ਹੋਏ ਉਹਨੇ ਕਿਹਾ, ਭਰਾਵਾ ਤੂੰ ਬੱਚਿਆਂ ਵਾਂਗ ਸੋਚਦਾ ਹੈ। ਖੂਫੀਆ ਕੰਮ ਕਰਦੇ ਹੋਏ ਬੰਦਾ ਇਮਾਨਦਾਰ ਹੋਣ ਦਾ ਫਿਕਰ ਨਹੀਂ ਕਰ ਸਕਦਾ। ਤੂੰ ਆਪ ਇਨਸਾਫ ਕਰ। ਸਭ ਤੋਂ ਪਹਿਲਾਂ ਉਹ ਜਿਸ ਨੂੰ ਜੇਲ੍ਹ ਵਿੱਚ ਸੁੱਟਣਗੇ ਉਹ ਉਸਤਾਦ ਉੱਕਾ ਨਹੀਂ ਹੋਣਗੇ, ਸਗੋਂ ਉਹ ਬੰਦਾ ਹੋਵੇਗਾ ਜਿਸ ਤੋਂ ਕਿਤਾਬ ਫੜੀ ਜਾਵੇਗੀ। ਪਹਿਲੀ ਗੱਲ ਤਾਂ ਇਹ ਵੇ। ਦੂਜੇ ਭਾਵੇਂ ਉਸਤਾਦ ਬਸ ਮਨਜ਼ੂਰ ਹੋਈਆਂ ਕਿਤਾਬਾਂ ਹੀ ਵਰਤਦੇ ਨੇ, ਜਿਹੜਾ ਖਿਆਲ ਉਹ ਸਿਖਾਉਂਦੇ ਨੇ ਉਹ ਏ, ਬਸ ਲਫ਼ਜ਼ ਵੱਖਰੇ ਨੇ, ਘੱਟ ਸੱਚੇ। ਮੁੱਕਦੀ ਗੱਲ, ਮਨਸ਼ਾ ਉਹਨਾਂ ਦੀ ਵੀ ਉਹ ਹੈ ਜਿਹੜਾ ਮੇਰਾ, ਪਰ ਉਹ ਵਲ ਪਾ ਕੇ ਉਧਰ ਜਾ ਰਹੇ ਨੇ ਤੇ ਮੈਂ ਸਿੱਧੇ ਗਾਡੀ ਰਾਹ ਤੋਂ। ਮਾਲਕਾ ਦੀ ਨਿਗਾਹ ਵਿੱਚ ਅਸੀਂ ਦੋਵੇਂ ਕਸੂਰਵਾਰ ਹਾਂ ਕਿ ਨਹੀਂ? ਤੀਜੇ, ਮੈਨੂੰ ਉਹਨਾਂ ਦੀ ਭੋਰਾ ਜਿੰਨੀ ਵੀ ਪਰਵਾਹ ਨਹੀਂ ਭਰਾ। ਤੁਸੀਂ ਪੈਦਲ ਫੌਜ ਨੂੰ ਕਦੀ ਰਸਾਲੇ ਦਾ ਯਾਰ ਨਹੀਂ ਬਣਾ ਸਕਦੇ। ਹੋ ਸਕਦਾ ਮੈਂ ਕਿਸੇ ਮੁਜ਼ੀਕ ਨਾਲ ਅਜਿਹਾ ਨਾ ਕਰਾਂ, ਪਰ ਉਹਨਾਂ ਨਾਲ ਇੱਕ ਤਾਂ ਪਾਦਰੀ ਦਾ ਪੁੱਤਰ ਏ ਤੇ ਦੂਜੀ ਅਮੀਰ ਜਗੀਰਦਾਰ ਦੀ ਧੀ। ਉਹ ਕਿਉਂ ਲੋਕਾਂ ਨੂੰ ਭੜਕਾਉਂਦੇ ਫਿਰਦੇ ਨੇ? ਇਹ ਮੇਰਾ ਇੱਕ ਮੁਜ਼ੀਕ ਦਾ ਕੰਮ ਨਹੀਂ ਕਿ ਉਹਨਾਂ ਦੇ ਦਿਲ ਪੜਦਾ ਫਿਰਾਂ। ਮੈਨੂੰ ਪਤਾ ਮੈਂ ਕੀ ਕਰ ਰਿਹਾ, ਪਰ ਮੈਨੂੰ ਇਸ ਗੱਲ ਦੀ ਉੱਕਾ ਹੀ ਸਮਝ ਨਹੀਂ ਆਉਂਦੀ ਉਹ ਕੀ ਕਹਿੰਦੇ ਨੇ। 1000 ਵਰਿਆਂ ਤੋਂ ਸਾਊ ਲੋਕ ਉਹ ਕੁਝ ਕਰਦੇ ਆਏ ਨੇ ਜੋ ਉਹਨਾਂ ਤੋਂ ਆਸ ਕੀਤੀ ਜਾ ਸਕਦੀ ਸੀ, ਮੁਜ਼ੀਕ ਦੀ ਖੱਲ ਉਧੇੜਨੀ। ਹੁਣ ਉਹ ਅਚਾਨਕ ਜਾਗ ਪਏ ਨੇ ਤੇ ਆਪਣੇ ਹੱਥਾਂ ਨਾਲ ਮੁਜ਼ੀਕ ਦੀਆਂ ਅੱਖਾਂ ਤੋਂ ਖੋਪੇ ਲਾਉਣਾ ਚਾਹੁੰਦੇ ਨੇ। ਮੈਂ ਪਰੀ ਕਹਾਣੀਆਂ ਵਿੱਚ ਯਕੀਨ ਨਹੀਂ ਰੱਖਦਾ ਤੇ ਇਹ ਗੱਲ ਮੈਨੂੰ ਬਹੁਤ ਜ਼ਿਆਦਾ ਪਰੀ ਕਹਾਣੀ ਜਿਹੀ ਜਾਪਦੀ ਹੈ। ਮੇਰੇ ਤੇ ਸਾਊਆਂ ਵਿਚਕਾਰ ਬਹੁਤ ਵਿੱਥ ਹੈ। ਕਈ ਵਾਰ ਜਦੋਂ ਤੁਸੀਂ ਸਰਦੀਆਂ ਵਿੱਚ ਘੋੜੇ ਉੱਤੇ ਚੜੇ ਖੇਤਾਂ ਵਿੱਚੋਂ ਜਾ ਰਹੇ ਹੁੰਦੇ ਹੋ, ਤੁਹਾਨੂੰ ਦੂਰ ਕੋਈ ਸ਼ੈ ਅੱਖ ਦੇ ਪਲਕਾਰੇ ਵਿੱਚ ਦਿਸਦੀ ਹੈ। ਇਹ ਕੀ ਹੈ? ਬਘਿਆੜ ਜਾਂ ਲੂੰਬੜ ਜਾਂ ਕੁੱਤਾ? ਕਹਿ ਨਹੀਂ ਸਕਦੇ, ਵਿੱਥ ਬਹੁਤ ਹੁੰਦੀ ਏ। ਮਾਂ ਨੇ ਆਪਣੇ ਪੁੱਤਰ ਵੱਲ ਵੇਖਿਆ। ਉਹ ਨਿੰਮੋ ਝੂਣਾ ਜਾਪਦਾ ਸੀ। ਰਿਬਨ ਬੜੀ ਮਗਨਤਾ ਨਾਲ ਪਾਵੇਲ ਵੱਲ ਵੇਖ ਰਿਹਾ ਸੀ ਤੇ ਆਪਣੀ ਦਾੜੀ ਵਿੱਚ ਉਂਗਲਾਂ ਨਾਲ ਕੰਘੀ ਕਰ ਰਿਹਾ ਸੀ। ਉਹਦੀਆਂ ਅੱਖਾਂ ਕਿਸੇ ਗੂੜੀ ਰੌਸ਼ਨੀ ਨਾਲ ਚਮਕ ਰਹੀਆਂ ਸਨ। ਚੰਗੇ ਚੱਜ ਵਿਹਾਰ ਬਾਰੇ ਸੋਚਣ ਦਾ ਸਮਾਂ ਨਹੀਂ। ਉਹਨੇ ਗੱਲ ਜਾਰੀ ਰੱਖੀ, ਜ਼ਿੰਦਗੀ ਕਰੜੀ ਏ। ਕੁੱਤਿਆਂ ਦੀ ਟੋਲੀ ਭੇਡਾਂ ਦੇ ਵੱਗ ਜਿਹੀ ਨਹੀਂ ਹੁੰਦੀ। ਹਰ ਕੁੱਤਾ ਆਪਣੇ ਢੰਗ ਨਾਲ ਭੌਂਕਦਾ ਹੈ। ਅਜਿਹੇ ਵੀ ਸਾਊ ਲੋਕ ਨੇ ਜਿਹੜੇ ਆਮ ਲੋਕਾਂ ਦੀ ਖਾਤਰ ਮੌਤ ਸਹੇੜਦੇ ਨੇ। ਮਾਂ ਨੇ ਜਾਣੇ ਪਛਾਣੇ ਮੂੰਹਾਂ ਬਾਰੇ ਸੋਚਦੇ ਹੋਏ ਕਿਹਾ, ਜਿਹੜੇ ਆਪਣੀ ਸਾਰੀ ਜ਼ਿੰਦਗੀ ਜੇਲ੍ਹਾਂ ਵਿੱਚ ਗੁਜ਼ਾਰ ਦਿੰਦੇ ਨੇ। ਉਹ ਖਾਸ ਕਿਸਮ ਦੇ ਬੰਦੇ ਨੇ। ਰਿਬਨ ਨੇ ਕਿਹਾ, ਮੁਜ਼ੀਕ ਅਮੀਰ ਹੋ ਜਾਂਦੇ ਨੇ ਤੇ ਸਾਊਆਂ ਵਿੱਚ ਰਲ ਜਾਂਦੇ ਨੇ। ਸਾਊ ਲੋਕ ਗਰੀਬ ਹੋ ਜਾਂਦੇ ਨੇ ਤੇ ਮੁਜ਼ੀਕਾਂ ਵਿੱਚ ਸ਼ਾਮਲ ਹੋ ਜਾਂਦੇ ਨੇ। ਭਾਵੇਂ ਕੁਝ ਹੋਵੇ, ਜਦੋਂ ਬੰਦੇ ਦਾ ਖੀਸਾ ਖਾਲੀ ਹੁੰਦਾ ਉਹਦੀ ਰੂਹ ਪਾਕ ਹੁੰਦੀ ਹੈ। ਪਾਵੇਲ, ਯਾਦ ਹੀ ਤੂੰ ਮੈਨੂੰ ਕਿਵੇਂ ਸਮਝਾਇਆ ਸੀ ਬੰਦੇ ਦੀ ਜ਼ਿੰਦਗੀ ਕਿਉਂ ਜਿਹੀ ਹੈ? ਇਸ ਨਾਲ ਉਹਦੇ ਸੋਚਣ ਦੇ ਢੰਗ ਦਾ ਫੈਸਲਾ ਹੁੰਦਾ ਹੈ। ਇਹੋ ਤਾਂ ਗੱਲ ਹੈ। ਜੇ ਕਿਰਤੀ ਕਹੇ ਹਾਂ ਤਾਂ ਉਹਦਾ ਮਾਲਕ ਨਾ ਕਹਿੰਦਾ ਹੈ, ਜੇ ਕਿਰਤੀ ਨਾ ਕਹੇ ਤਾਂ ਉਹਦਾ ਮਾਲਕ ਹਾਂ ਕਹਿੰਦਾ ਹੈ। ਇਹ ਉਹਨਾਂ ਦੀ ਖਸਲਤ ਏ। ਸੋ ਮੁਜ਼ੀਕ ਤੇ ਜ਼ਗੀਰਦਾਰ ਵਿਚਕਾਰ ਵੀ ਇਹੋ ਫਰਕ ਹੈ। ਜੇ ਉਹਨੂੰ ਦਿਸ ਪਵੇ ਕਿ ਮੁਜ਼ੀਕ ਨੂੰ ਢਿੱਡ ਭਰ ਕੇ ਖਾਣ ਨੂੰ ਮਿਲਦਾ ਹੈ ਤਾਂ ਜ਼ਗੀਰਦਾਰ ਦਾ ਤਾਂ ਜੀ ਕੱਚਾ ਹੋਣ ਲੱਗ ਪਵੇਗਾ। ਸੁਭੋਕੀ ਹੀ ਹਰ ਸ਼੍ਰੇਣੀ ਵਿੱਚ ਉਹਦੇ ਆਪਣੇ ਕੁੱਤੀ ਦੇ ਪੁੱਤਰ ਹੁੰਦੇ ਨੇ ਤੇ ਮੈਂ ਸਭਨਾ ਮੁਜ਼ੀਕਾਂ ਦੀ ਹਮਾਇਤ ਨਹੀਂ ਕਰ ਰਿਹਾ। ਉਹ ਖੜਾ ਹੋ ਗਿਆ, ਤਕੜਾ ਤੇ ਘੂਰਦਾ। ਉਹਦੇ ਨਕਸ਼ ਧੁੰਦਲੇ ਪੈ ਗਏ। ਉਹਦੀ ਦਾੜੀ ਕੰਬ ਰਹੀ ਸੀ ਜਿਵੇਂ ਉਹਨੇ ਚੁੱਪਚਾਪ ਦੰਦ ਕਰੀਚ ਲਏ ਹੋਣ। 5 ਵਰੇ ਮੈਂ ਕਾਰਖਾਨੇ ਜਾਂਦਾ ਰਿਹਾ। ਇਹ ਭੁੱਲ ਹੀ ਗਿਆ ਕਿ ਪਿੰਡ ਕਿਹੋ ਜਿਹਾ ਹੁੰਦਾ ਹੈ। ਉਹਨੇ ਵਧੇਰੇ ਨਰਮ ਢੰਗ ਨਾਲ ਆਪਣੀ ਗੱਲ ਜਾਰੀ ਰੱਖੀ। ਅਖੀਰ ਜਦੋਂ ਮੈਂ ਪਿੰਡ ਗਿਆ ਤਾਂ ਮੈਂ ਸਮਝ ਗਿਆ ਕਿ ਮੈਂ ਹੁਣ ਹੋਰ ਉਸ ਢੰਗ ਨਾਲ ਨਹੀਂ ਸਾਂ ਰਹਿ ਸਕਦਾ। ਸਮਝਿਆ? ਰਹਿ ਹੀ ਨਹੀਂ ਸਕਦਾ। ਇੱਥੇ ਰਹਿੰਦੇ ਹੋਏ ਤੁਸੀਂ ਉੱਥੇ ਹੁੰਦੀ ਬੇਇਨਸਾਫੀ ਨਹੀਂ ਦੇਖ ਸਕਦੇ। ਉੱਥੇ ਭੁੱਖ ਉਹਨਾਂ ਦੇ ਪਰਛਾਵੇਂ ਵਾਂਗ ਲੋਕਾਂ ਦਾ ਪਿੱਛਾ ਕਰਦੀ ਹੈ ਤੇ ਖਾਣਾ ਮਿਲਣ ਦੀ ਆਸ ਕੋਈ ਹੁੰਦੀ ਨਹੀਂ, ਉੱਕਾ ਹੀ ਨਹੀਂ ਹੁੰਦੀ। ਭੁੱਖ ਲੋਕਾਂ ਦੀਆਂ ਰੂਹਾਂ ਹੜੱਪ ਕਰ ਜਾਂਦੀ ਹੈ ਤੇ ਉਹਨਾਂ ਦੀਆਂ ਦੇਹਾਂ ਤੋਂ ਇਨਸਾਨੀ ਮੂੰਹ ਖਾ ਜਾਂਦੀ ਹੈ।
ਉਹ ਜਿਉਂਦੇ ਨਹੀਂ, ਉਹ ਤਾਂ ਬਸ ਆਪਣੀ ਅਮੁੱਕ ਥੁੜ ਵਿੱਚ ਸੜ ਰਹੇ ਨੇ। ਅਫਸਰ ਬਾਜਾ ਵਾਂਗ ਉਹਨਾਂ ਉੱਤੇ ਨਿਗਾਹ ਰੱਖਦੇ ਨੇ, ਇਹ ਪੱਕੀ ਕਰਨ ਲਈ ਕਿ ਉਹਨਾਂ ਨੂੰ ਵਾਧੂ ਨਾ ਮਿਲ ਜਾਵੇ। ਜੇ ਉਹ ਕਿਸੇ ਮੁਜ਼ੀਕ ਕੋਲ ਕੁਝ ਵੇਖ ਲੈਣ ਤਾਂ ਉਹ ਇਹ ਖੋਹ ਲੈਂਦੇ ਨੇ ਅਤੇ ਉਹਦੇ ਮੂੰਹ ਤੇ ਇੱਕ ਜੜਦੇ ਨੇ। ਰਿਬਨ ਨੇ ਚਾਰੇ ਪਾਸੇ ਵੇਖਿਆ, ਫਿਰ ਮੇਜ਼ ਦੇ ਉੱਤੋਂ ਪਾਵੇਲ ਵੱਲ ਝੁਕਿਆ। ਉਸ ਜ਼ਿੰਦਗੀ ਵਿੱਚ ਮੁੜਨ ਨੇ ਮੇਰੇ ਢਿੱਡ ਵਿੱਚ ਮਰੋੜ ਉਠਾ ਦਿੱਤਾ ਹੈ। ਮੈਂ ਸੋਚਿਆ ਮੈਂ ਸਹਾਰ ਨਹੀਂ ਸਕਾਂਗਾ। ਫਿਰ ਮੈਂ ਆਪਣੇ ਆਪ ਨੂੰ ਕਿਹਾ, ਤੈਨੂੰ ਇਹ ਸਹਾਰਨਾ ਹੀ ਪਵੇਗਾ। ਹੋ ਸਕਦਾ ਤੂੰ ਉਹਨਾਂ ਨੂੰ ਰੋਟੀ ਨਾ ਦੇ ਸਕੇ, ਪਰ ਕਾੜਨੀ ਵਿੱਚ ਚੰਗਾ ਉਬਾਲ ਤਾਂ ਲਿਆ ਹੀ ਸਕੇਗਾ। ਤੇ ਮੈਂ ਉੱਥੇ ਹੀ ਰਹਿਣ ਲੱਗ ਪਿਆ। ਮੈਨੂੰ ਜਿਹੜਾ ਗੁੱਸਾ ਸੀ ਉਸ ਨਾਲ ਮੇਰਾ ਦਿਲ ਲਗਭਗ ਫਟਣ ਹੀ ਲੱਗਾ ਸੀ ਅਤੇ ਉਹ ਗੁੱਸਾ ਹਜੇ ਵੀ ਉਸੇ ਤਰ੍ਹਾਂ ਹੈ, ਮੇਰੇ ਦਿਲ ਵਿੱਚ ਛੁਰੇ ਵਾਂਗ ਖੁੱਭਿਆ ਹੋਇਆ। ਹੌਲੀ ਹੌਲੀ ਉਹ ਪਾਵੇਲ ਕੋਲ ਗਿਆ ਤੇ ਉਹਦੇ ਮੋਢੇ ਉੱਤੇ ਹੱਥ ਰੱਖਿਆ। ਉਹਦੇ ਮੱਥੇ ਤੋਂ ਪਸੀਨਾ ਚੋ ਰਿਹਾ ਸੀ ਤੇ ਉਹਦਾ ਹੱਥ ਕੰਬ ਰਿਹਾ ਸੀ। ਮੈਨੂੰ ਤੇਰੀ ਮਦਦ ਚਾਹੀਦੀ ਹੈ। ਮੈਨੂੰ ਕਿਤਾਬਾਂ ਦਿਓ ਜਿਨ੍ਹਾਂ ਨੂੰ ਪੜ੍ਹ ਕੇ ਬੰਦੇ ਦੀ ਨੀਂਦ ਹਰਾਮ ਹੋ ਜਾਵੇ। ਅਸੀਂ ਉਹਨਾਂ ਦੀਆਂ ਖੋਪੜੀਆਂ ਹੇਠ ਝਾਊ ਵਾੜਨਾ ਚਾਹੁੰਦੇ ਹਾਂ ਜਿਸ ਦੇ ਕੰਡੇ ਤਿੱਖੇ ਹੋਣ। ਜਿਹੜੇ ਲੋਕ ਤੁਹਾਡੇ ਲਈ ਲਿਖਦੇ ਨੇ ਉਹਨਾਂ ਨੂੰ ਕਹੋ ਕਿ ਪਿੰਡਾਂ ਬਾਰੇ ਵੀ ਲਿਖਣ, ਅਜਿਹੇ ਲਫ਼ਜ਼ ਲਿਖਣ ਜਿਨ੍ਹਾਂ ਵਿੱਚੋਂ ਅੱਗ ਸਿਮਦੀ ਹੋਵੇ, ਤਾਂ ਜੋ ਲੋਕ ਕਾਜ਼ ਲਈ ਜਾਨ ਦੇ ਦੇਣ। ਉਹਨੇ ਆਪਣੀ ਬਾਂਹ ਉਲਾਰੀ ਅਤੇ ਇੱਕ ਇੱਕ ਲਫ਼ਜ਼ ਵੱਖ-ਵੱਖ ਅਤੇ ਸਾਫ਼-ਸਾਫ਼ ਉਚਾਰਿਆ। ਮੌਤ ਹੀ ਮੌਤ ਉੱਤੇ ਜਿੱਤ ਪਾਏਗੀ। ਦੂਜੇ ਲਫ਼ਜ਼ਾਂ ਵਿੱਚ ਲੋਕਾਂ ਨੂੰ ਸੁਰਜੀਤ ਕਰਨ ਲਈ ਮਰੋ। ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਮਰ ਜਾਈਏ ਤਾਂ ਜੋ ਸਾਰੀ ਧਰਤੀ ਉੱਤੇ ਲੱਖੂਕਾਂ ਲੋਕ ਸੁਰਜੀਤ ਹੋ ਜਾਣ। ਇਹ ਹੈ ਗੱਲ। ਮੋਇਆਂ ਨੂੰ ਜਿਵਾਉਣ ਲਈ ਮਰਨਾ ਸੌਖਾ ਹੈ ਜੇ ਕਿਤੇ ਲੋਕ ਉੱਠ ਖੜੇ ਹੋਣ। ਮਾਂ ਸਾਮਾਵਰ ਅੰਦਰ ਲਿਆਈ ਅਤੇ ਕਾਣੀ ਅੱਖ ਨਾਲ ਰਿਬਨ ਵੱਲ ਵੇਖਿਆ। ਉਹਨੂੰ ਜਾਪਿਆ ਕਿ ਉਹਦੀ ਗੱਲ ਦੇ ਭਾਰ ਅਤੇ ਬਲ ਨੇ ਉਹਨੂੰ ਕੁਚਲ ਦਿੱਤਾ ਹੈ। ਉਹਦੇ ਵਿੱਚ ਕੁਝ ਅਜਿਹਾ ਸੀ ਜਿਹੜਾ ਮਾਂ ਨੂੰ ਉਹਦੇ ਘਰ ਵਾਲੇ ਦੀ ਯਾਦ ਦਿਵਾਉਂਦਾ। ਉਹਦਾ ਘਰ ਵਾਲਾ ਇਸੇ ਤਰ੍ਹਾਂ ਦੰਦ ਕੱਢਦਾ ਸੀ ਅਤੇ ਇਸੇ ਤਰ੍ਹਾਂ ਹੱਥ ਹਿਲਾਇਆ ਅਤੇ ਬਾਹਾਂ ਕੂੰਜਿਆ ਕਰਦਾ ਸੀ ਅਤੇ ਉਹ ਵੀ ਬੇਚੈਨ ਗੁੱਸੇ ਨਾਲ ਭਰਿਆ ਹੋਇਆ ਸੀ। ਬੇਚੈਨ ਪਰ ਅਬੋਲ। ਜਿੱਥੇ ਕਿ ਇਹ ਬੰਦਾ ਆਪਣੇ ਗੁੱਸੇ ਨੂੰ ਲਫ਼ਜ਼ਾਂ ਦਾ ਰੂਪ ਦੇ ਰਿਹਾ ਸੀ, ਇਸ ਤਰ੍ਹਾਂ ਉਹ ਘੱਟ ਡਰਾਉਣਾ ਬਣ ਜਾਂਦਾ। ਇਹ ਸਾਨੂੰ ਕਰਨਾ ਹੀ ਪਵੇਗਾ, ਪਾਵੇਲ ਨੇ ਸਿਰ ਹਿਲਾ ਕੇ ਕਿਹਾ। ਸਾਨੂੰ ਤੱਥ ਦਿਓ ਤੇ ਅਸੀਂ ਤੁਹਾਡੇ ਲਈ ਅਖਬਾਰ ਛਾਪ ਦਿਆਂਗੇ। ਮਾਂ ਨੇ ਮੁਸਕਰਾ ਕੇ ਆਪਣੇ ਪੁੱਤਰ ਵੱਲ ਤੱਕਿਆ ਅਤੇ ਸਿਰ ਹਿਲਾਇਆ। ਫਿਰ ਚੁੱਪਚਾਪ ਕੱਪੜੇ ਪਾਏ ਤੇ ਬਾਹਰ ਚਲੀ ਗਈ। ਬਹੁਤ ਅੱਛਾ, ਅਸੀਂ ਤੁਹਾਨੂੰ ਸਮੱਗਰੀ ਦਿਆਂਗੇ। ਇੰਨੀ ਸਾਦਾ ਬੋਲੀ ਵਿੱਚ ਲਿਖੋ ਕਿ ਗਊਆਂ ਵੀ ਉਹਨੂੰ ਸਮਝ ਲੈਣ। ਰਿਬਨ ਕੂਕਿਆ। ਰਸੋਈ ਦਾ ਦਰਵਾਜ਼ਾ ਖੁੱਲ੍ਹਾ ਅਤੇ ਕੋਈ ਅੰਦਰ ਆਇਆ। ਇਹ ਯੈਫੀਮ ਹੈ, ਰਿਬਨ ਨੇ ਰਸੋਈ ਵਿੱਚ ਝਾਤ ਮਾਰਦੇ ਹੋਏ ਕਿਹਾ। ਇੱਧਰ ਆ ਯੈਫੀਮ, ਇਹ ਪਾਵੇਲ ਹੈ। ਮੈਂ ਤੈਨੂੰ ਉਹਦੀ ਬਾਬਤ ਦੱਸਿਆ ਸੀ। ਪਾਵੇਲ ਦੇ ਸਾਹਮਣੇ ਇੱਕ ਲੰਮਾ ਕੱਕੇ ਵਾਲਾ ਅਤੇ ਚੌੜੇ ਮੂੰਹ ਵਾਲਾ ਜਵਾਨ ਖੜਾ ਸੀ ਜਿਸਨੇ ਇੱਕ ਨਿੱਕੀ ਜਿਹੀ ਪੋਸਤੀਨ ਪਹਿਨੀ ਹੋਈ ਸੀ, ਆਪਣੀ ਟੋਪੀ ਆਪਣੇ ਹੱਥ ਵਿੱਚ ਫੜੀ ਹੋਈ ਸੀ ਅਤੇ ਸੁੰਗੇੜਿਆਂ ਭਰਵੱਟਿਆਂ ਹੇਠੋਂ ਉਹਦੇ ਵੱਲ ਆਪਣੀਆਂ ਭੂਰੀਆਂ ਅੱਖਾਂ ਨਾਲ ਵੇਖ ਰਿਹਾ ਸੀ। ਉਹ ਬਹੁਤ ਤਕੜਾ ਜਾਪਦਾ ਸੀ। ਤੈਨੂੰ ਮਿਲ ਕੇ ਬਹੁਤ ਖੁਸ਼ੀ ਹੋਈ, ਉਹਨੇ ਘੱਗੀ ਆਵਾਜ਼ ਵਿੱਚ ਕਿਹਾ। ਅਤੇ ਫਿਰ ਜਦੋਂ ਉਹ ਹੱਥ ਮਿਲਾ ਚੁੱਕਾ ਤਾਂ ਉਹਨੇ ਆਪਣੀਆਂ ਉਂਗਲੀਆਂ ਆਪਣੇ ਲੰਮੇ ਸਿੱਧੇ ਵਾਲਾਂ ਵਿੱਚ ਫੇਰੀਆਂ। ਕਮਰੇ ਵਿੱਚ ਚਾਰੇ ਪਾਸੇ ਵੇਖਦੇ ਉਹਦੀ ਨਿਗਾਹ ਕਿਤਾਬਾਂ ਉੱਤੇ ਪਈ ਅਤੇ ਫਿਰ ਹੌਲੀ-ਹੌਲੀ ਜਿਵੇਂ ਛੇੜ ਕੇ ਜਾ ਰਿਹਾ ਹੋਵੇ ਉਹ ਉਹਨਾਂ ਵੱਲ ਵਧਣ ਲੱਗ ਪਿਆ। ਉਹਨੇ ਵੇਖ ਲਈਆਂ ਨੇ, ਰਿਬਨ ਨੇ ਅੱਖ ਮਾਰ ਕੇ ਪਾਵੇਲ ਨੂੰ ਕਿਹਾ। ਯੈਫੀਮ ਨੇ ਚਾਰੇ ਪਾਸੇ ਵੇਖਿਆ ਤੇ ਕਿਤਾਬਾਂ ਫਰੋਲਣ ਲੱਗ ਪਿਆ। ਕਿੰਨੀਆਂ ਕਿਤਾਬਾਂ ਨੇ, ਉਹ ਬੋਲ ਉੱਠਿਆ। ਤੇ ਸ਼ਾਇਦ ਤੇਰੇ ਕੋਲ ਉਹਨਾਂ ਨੂੰ ਪੜ੍ਹਨ ਲਈ ਵਕਤ ਵੀ ਨਹੀਂ। ਜੇ ਤੂੰ ਪਿੰਡ ਵਿੱਚ ਰਹਿੰਦਾ ਤਾਂ ਤੇਰੇ ਕੋਲ ਇਸ ਕੰਮ ਲਈ ਵਧੇਰੇ ਵਕਤ ਹੁੰਦਾ। ਪਰ ਘੱਟ ਸ਼ੌਂਕ? ਪਾਵੇਲ ਨੇ ਪੁੱਛਿਆ। ਉਹ ਨਹੀਂ, ਸ਼ੌਂਕ ਵੀ ਬਥੇਰਾ ਹੁੰਦਾ। ਮੁੰਡੇ ਆਪਣੀ ਠੋਡੀ ਪਲੋਮਦੇ ਹੋਏ ਜਵਾਬ ਦਿੱਤਾ। ਲੋਕਾਂ ਨੇ ਆਪਣੇ ਸਿਰ ਵਰਤਣੇ ਸ਼ੁਰੂ ਕਰ ਦਿੱਤੇ ਨੇ। ਭੂ-ਗਰਭ ਵਿਗਿਆਨ, ਇਹ ਕੀ ਹੈ? ਪਾਵੇਲ ਨੇ ਦੱਸਿਆ। ਸਾਨੂੰ ਇਹਦੀ ਲੋੜ ਨਹੀਂ, ਮੁੰਡੇ ਨੇ ਕਿਹਾ ਤੇ ਕਿਤਾਬ ਵਾਪਸ ਫੱਟੇ ਉੱਤੇ ਰੱਖ ਦਿੱਤੀ। ਮੁਜ਼ੀਕ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਧਰਤੀ ਕਿੱਥੋਂ ਆਈ ਹੈ, ਰਿਬਨ ਨੇ ਜ਼ੋਰ ਦਾ ਹੌਂਕਾ ਭਰ ਕੇ ਕਿਹਾ। ਉਹਨੂੰ ਤਾਂ ਇਸ ਗੱਲ ਵਿੱਚ ਦਿਲਚਸਪੀ ਹੈ ਕਿ ਇਹਦੀ ਵੰਡ ਕਿਵੇਂ ਹੋਈ ਹੈ, ਕਿਵੇਂ ਜ਼ਗੀਰਦਾਰਾਂ ਨੇ ਉਹਦੀਆਂ ਅੱਖਾਂ ਸਾਹਮਣੇ ਇਹਨੂੰ ਚੁਰਾ ਲਿਆ। ਉਹਦੇ ਲਈ ਇਸ ਗੱਲ ਨਾਲ ਫਰਕ ਪੈਂਦਾ ਹੈ ਕਿ ਇਹ ਚਲਦੀ ਹੈ ਜਾਂ ਐਲ ਰਹਿੰਦੀ ਹੈ। ਇਹਨੂੰ ਕਿੱਲੀ ਉੱਤੇ ਟੰਗ ਦਿੱਤਾ ਜਾਵੇ ਜਾਂ ਕਿੱਲਾਂ ਨਾਲ ਜੜ ਦਿੱਤਾ ਜਾਵੇ, ਮੁਜ਼ੀਕ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਕਿ ਉਹ ਉਹਨੂੰ ਖਾਣਾ ਦਿੰਦੀ ਹੈ। ਗੁਲਾਮੀ ਦਾ ਇਤਿਹਾਸ, ਯੈਫੀਮ ਨੇ ਪੜ੍ਹਿਆ। ਕੀ ਇਹ ਸਾਡੇ ਬਾਰੇ ਹੈ? ਨਹੀਂ, ਪਰ ਇਸ ਕਿਤਾਬ ਵਿੱਚ ਰੂਸੀ ਖੇਤ ਗੁਲਾਮੀ ਬਾਰੇ ਇੱਕ ਕਾਂਡ ਵੇ। ਪਾਵੇਲ ਨੇ ਇੱਕ ਹੋਰ ਪੁਸਤਕ ਉਹਨੂੰ ਦਿੰਦੇ ਹੋਏ ਕਿਹਾ। ਯੈਫੀਮ ਨੇ ਇਹ ਲਈ ਅਤੇ ਇਹਨੂੰ ਉਲਟਦਾ ਪੁਲਟਦਾ ਰਿਹਾ। ਇਹ ਤਾਂ ਬੀਤੇ ਦੀ ਗੱਲ ਹੈ, ਉਹਨੇ ਲਾਪਰਵਾਹੀ ਨਾਲ ਕਿਹਾ ਤੇ ਕਿਤਾਬ ਰੱਖ ਦਿੱਤੀ। ਤੈਨੂੰ ਭੌਂ ਮਿਲੀ ਹੋਈ ਹੈ? ਪਾਵੇਲ ਨੇ ਪੁੱਛਿਆ। ਜ਼ਰੂਰ, ਮੇਰੇ ਅਤੇ ਮੇਰੇ ਦੋ ਭਰਾਵਾਂ ਕੋਲ 4 ਦੇਸੀਆਤਿਨ ਭੌਂ ਏ। ਨਿਰੀ ਰੇਤੀ ਪਿੱਤਲ ਚਮਕਾਉਣ ਲਈ ਤਾਂ ਚੰਗੀ ਹੈ, ਪਰ ਖੇਤੀ ਲਈ ਕਿਸੇ ਕੰਮ ਦੀ ਨਹੀਂ। ਉਹ ਇੱਕ ਛਿਨ ਰੁਕਿਆ। ਪਰ ਮੈਂ ਭੌਂ ਛੱਡ ਆਇਆ, ਉਹ ਹੈ ਹੀ ਕਿਸ ਕੰਮ ਦੀ? ਢਿੱਡ ਤਾਂ ਭਰਦੀ ਨਹੀਂ, ਬਸ ਬੰਨੀ ਰੱਖਦੀ ਏ। 4 ਵਰ੍ਹਿਆਂ ਤੋਂ ਮੈਂ ਖੇਤ ਮਜ਼ਦੂਰ ਵਾਂ।
ਪਤਝੜ ਦੀ ਰੁੱਤੇ ਫੌਜੀ ਸੇਵਾ ਕਰਨੀ ਪਵੇਗੀ। ਚਾਚਾ ਮਿਖਾਇਲੋ ਕਹਿੰਦਾ ਮੈਂ ਨਾ ਜਾਵਾਂ। ਕਹਿੰਦੇ ਅੱਜ ਕੱਲ੍ਹ ਫੌਜੀਆਂ ਨੂੰ ਬੰਦਿਆਂ ਨੂੰ ਮਾਰਨ ਲਈ ਭੇਜਦੇ ਨੇ, ਪਰ ਮੇਰਾ ਖਿਆਲ ਹੈ ਮੈਂ ਜਾਵਾਂਗਾ। ਫੌਜੀ ਤਾਂ ਸਤੇਪਾਨ ਰਾਜ਼ਿਨ ਤੇ ਪੁਖਾਚੋਵ ਦੇ ਜ਼ਮਾਨੇ ਵਿੱਚ ਵੀ ਲੋਕਾਂ ਨੂੰ ਮਾਰਦੇ ਸਨ। ਸਮਾਂ ਆ ਗਿਆ ਇਸ ਗੱਲ ਦਾ ਅੰਤ ਕੀਤਾ ਜਾਵੇ। ਤੇਰਾ ਕੀ ਖਿਆਲ ਹੈ? ਉਹਨੇ ਤਾੜੀ ਲਾ ਕੇ ਪਾਵੇਲ ਵੱਲ ਵੇਖਦੇ ਹੋਏ ਕਿਹਾ। ਸੱਚਮੁੱਚ ਸਮਾਂ ਆ ਗਿਆ, ਪਾਵੇਲ ਨੇ ਮੁਸਕਰਾ ਕੇ ਕਿਹਾ, ਪਰ ਇਹ ਸੌਖਾ ਨਹੀਂ। ਬੰਦੇ ਨੂੰ ਪਤਾ ਹੋਣਾ ਚਾਹੀਦਾ ਹੈ ਫੌਜਾਂ ਨੂੰ ਕੀ ਕਹਿਣਾ ਤੇ ਕਿਵੇਂ ਕਹਿਣਾ ਹੈ। ਅਸੀਂ ਸਿੱਖ ਲਵਾਂਗੇ, ਯੈਫੀਮ ਨੇ ਕਿਹਾ। ਜੇ ਅਫਸਰਾਂ ਨੂੰ ਪਤਾ ਲੱਗ ਗਿਆ ਤਾਂ ਉਹ ਸ਼ਾਇਦ ਤੈਨੂੰ ਗੋਲੀ ਮਾਰ ਦੇਣਗੇ, ਪਾਵੇਲ ਨੇ ਯੈਫੀਮ ਵੱਲ ਅਜੀਬ ਢੰਗ ਨਾਲ ਵੇਖਦੇ ਹੋਏ ਕਿਹਾ। ਉਹਨਾਂ ਤੋਂ ਰਹਿਮ ਦੀ ਤਾਂ ਆਸ ਹੀ ਨਹੀਂ ਕੀਤੀ ਜਾ ਸਕਦੀ, ਮੁੰਡੇ ਨੇ ਕਿਤਾਬਾਂ ਵੱਲ ਮੁੜਦੇ ਹੋਏ ਠੰਮੇ ਨਾਲ ਜਵਾਬ ਦਿੱਤਾ। ਯੈਫੀਮ ਚਾਹ ਪੀ ਲੈ, ਰਿਬਨ ਨੇ ਕਿਹਾ। ਅਸੀਂ ਛੇਤੀ ਹੀ ਜਾਣਾ ਹੈ। ਬਹੁਤ ਅੱਛਾ, ਮੁੰਡੇ ਨੇ ਹੁੰਗਾਰਾ ਭਰਿਆ ਤੇ ਫਿਰ ਪੁੱਛਿਆ, ਕੀ ਇਨਕਲਾਬ ਬਗਾਵਤ ਹੁੰਦੀ ਹੈ? ਆਂਦਰੇਈ ਅੰਦਰ ਆਇਆ। ਹਮਾਮ ਤੋਂ ਲਾਲ ਸੂਹਾ ਹੋਇਆ ਤੇ ਭਾਵ ਛੜਦਾ ਉਹਦੇ ਮੂੰਹ ਉੱਤੇ ਚਿੰਤਾ ਦੇ ਨਿਸ਼ਾਨ ਸਨ। ਉਹਨੇ ਚੁੱਪਚਾਪ ਯੈਫੀਮ ਨਾਲ ਹੱਥ ਮਿਲਾਇਆ, ਚੁੱਪਚਾਪ ਰਿਬਨ ਕੋਲ ਬਹਿ ਗਿਆ। ਉਹਨੇ ਚੰਗੀ ਤਰ੍ਹਾਂ ਵੇਖਿਆ ਤੇ ਨਿੱਕਾ ਜਿਹਾ ਠਹਾਕਾ ਮਾਰਿਆ। ਤੂੰ ਬਹੁਤ ਖੁਸ਼ ਨਹੀਂ ਜਾਪਦਾ, ਕੀ ਗੱਲ ਹੈ? ਰਿਬਨ ਨੇ ਉਹਦੇ ਗੋਡੇ ਉੱਤੇ ਥਪਕੀ ਦਿੰਦੇ ਹੋਏ ਕਿਹਾ। ਕੋਈ ਖਾਸ ਗੱਲ ਨਹੀਂ, ਖਖੋਲ ਨੇ ਕਿਹਾ। ਇਹ ਵੀ ਕਾਰਖਾਨੇ ਦਾ ਕਿਰਤੀ ਹੈ, ਯੈਫੀਮ ਨੇ ਸਿਰ ਹਿਲਾ ਕੇ ਆਂਦਰੇਈ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਹਾਂ, ਆਂਦਰੇਈ ਬੋਲਿਆ। ਕੀ ਗੱਲ ਹੈ? ਇਹਨੇ ਪਹਿਲਾਂ ਕਦੀ ਕਿਰਤੀ ਨਹੀਂ ਵੇਖਿਆ, ਰਿਬਨ ਨੇ ਵਿਆਖਿਆ ਕੀਤੀ। ਇਹਨੂੰ ਜਾਪਦਾ ਉਹ ਹੋਰ ਨਾ ਜਾਈ ਨਹੀਂ। ਅਸੀਂ ਹੋਰ ਤਰ੍ਹਾਂ ਦੇ ਕਿਵੇਂ ਆ? ਪਾਵੇਲ ਨੇ ਪੁੱਛਿਆ। ਤੁਹਾਡੀਆਂ ਹੱਡੀਆਂ ਤਿੱਖੀਆਂ ਨੇ, ਯੈਫੀਮ ਨੇ ਆਂਦਰੇਈ ਵੱਲ ਧਿਆਨ ਨਾਲ ਵੇਖਣ ਪਿੱਛੋਂ ਕਿਹਾ। ਮੁਜ਼ੀਕ ਦੀਆਂ ਹੱਡੀਆਂ ਗੁਲਾਈ ਵਾਲੀਆਂ ਹੁੰਦੀਆਂ ਨੇ। ਮੁਜ਼ੀਕ ਆਪਣੇ ਪੈਰਾਂ ਉੱਤੇ ਵਧੇਰੇ ਪੱਕੀ ਤਰ੍ਹਾਂ ਖੜਾ ਹੁੰਦਾ ਹੈ, ਰਿਬਨ ਨੇ ਵਾਅਦਾ ਕੀਤਾ। ਉਹਨੂੰ ਆਪਣੇ ਪੈਰਾਂ ਹੇਠ ਭੋ ਨਿੱਗਰ ਜਾਪਦੀ ਹੈ, ਭਾਵੇਂ ਇਹ ਉਹਦੀ ਆਪਣੀ ਨਾ ਹੀ ਹੋਵੇ। ਉਹ ਇਸ ਨੂੰ ਮਹਿਸੂਸ ਕਰਦਾ ਹੈ, ਧਰਤੀ ਨੂੰ। ਪਰ ਕਾਰਖਾਨੇ ਦਾ ਕਿਰਤੀ ਇੱਕ ਪੰਛੀ ਵਾਂਗ ਹੈ, ਨਾ ਕੋਈ ਜੰਮਣ ਭੌ ਨਾ ਘਰ। ਅੱਜ ਇੱਥੇ ਹੈ, ਭਲਕੇ ਟੁਰ ਗਿਆ। ਤੀਵੀਂ ਵੀ ਉਹਨੂੰ ਬੰਨ ਕੇ ਨਹੀਂ ਰੱਖ ਸਕਦੀ। ਜਿਉਂ ਹੀ ਕੁਝ ਵਿਗੜਦਾ ਉਹ ਤੀਵੀਂ ਨੂੰ ਛੱਡ ਜਾਂਦਾ ਹੈ, ਕੁਝ ਚੰਗੇਰੇ ਦੀ ਭਾਲ ਵਿੱਚ ਟੁਰ ਪੈਂਦਾ ਹੈ। ਪਰ ਮੁਜ਼ੀਕ ਆਪਣੀ ਥਾਂ ਛੱਡੇ ਬਿਨਾਂ ਹੀ ਚੰਗਿਆਈ ਚਾਹੁੰਦਾ ਹੈ। ਲੈ, ਤੇਰੀ ਮਾਂ ਮੁੜ ਆਈ ਹੈ। ਤੂੰ ਮੈਨੂੰ ਆਪਣੀ ਇੱਕ ਕਿਤਾਬ ਪੜ੍ਹਨ ਲਈ ਦੇਵੇਂਗਾ? ਯੈਫੀਮ ਨੇ ਪਾਵੇਲ ਕੋਲ ਆਉਂਦੇ ਹੋਏ ਪੁੱਛਿਆ। ਜ਼ਰੂਰ ਦੇ ਦਿਆਂਗਾ, ਪਾਵੇਲ ਨੇ ਖੁਸ਼ੀ ਨਾਲ ਕਿਹਾ। ਮੁੰਡੇ ਦੀਆਂ ਅੱਖਾਂ ਉਤਸੁਕਤਾ ਨਾਲ ਚਮਕ ਪਈਆਂ। ਮੈਂ ਮੋੜ ਦਿਆਂਗਾ, ਉਹਨੇ ਪਾਵੇਲ ਨੂੰ ਯਕੀਨ ਦਿਵਾਇਆ। ਸਾਡੇ ਬੰਦੇ ਇੱਥੇ ਕੋਲਤਾਰ ਲਿਆਉਂਦੇ ਰਹਿੰਦੇ ਨੇ ਤੇ ਉਹ ਲੈ ਆਉਣਗੇ। ਚੱਲਣ ਦਾ ਵੇਲਾ ਹੋ ਗਿਆ, ਰਿਬਨ ਨੇ ਕਿਹਾ। ਉਹਨੇ ਪਹਿਲਾਂ ਹੀ ਪੋਸਤੀਨ ਪਾ ਲਈ ਸੀ ਤੇ ਹੁਣ ਪੇਟੀ ਕੱਸ ਰਿਹਾ ਸੀ। ਆਹ ਤਾਂ ਮੌਜਾਂ ਬਣ ਗਈਆਂ, ਯੈਫੀਮ ਨੇ ਕਿਤਾਬ ਫੜਦੇ ਅਤੇ ਖੁੱਲ੍ਹ ਕੇ ਹੱਸਦੇ ਹੋਏ ਕਿਹਾ। ਜਦੋਂ ਉਹ ਚਲੇ ਗਏ ਤਾਂ ਪਾਵੇਲ ਉਤਸੁਕਤਾ ਨਾਲ ਆਂਦਰੇਈ ਵੱਲ ਮੁੜਿਆ। ਉਹਨੂੰ ਸ਼ੈਤਾਨਾਂ ਬਾਰੇ ਤੇਰਾ ਕੀ ਖਿਆਲ ਹੈ? ਉਹਨਾਂ ਸ਼ੈਤਾਨਾਂ ਬਾਰੇ ਤੇਰਾ ਕੀ ਖਿਆਲ ਹੈ? ਉਹ ਚਹਿਕ ਕੇ ਕੁੱਕਿਆ। ਖਖੋਲ ਨੇ ਗੱਲ ਲਮਕਾਈ। ਦੋ ਹਨੇਰੇ ਬੱਦਲਾਂ ਜਿਹੇ ਨੇ। ਮਿਖਾਇਲੋ, ਮਾਂ ਨੇ ਕਿਹਾ। ਉਹ ਤਾਂ ਜਾਪਦਾ ਕਦੀ ਕਾਰਖਾਨੇ ਦਾ ਮਜ਼ਦੂਰ ਰਿਹਾ ਹੀ ਨਹੀਂ। ਸੱਚਮੁੱਚ ਮੁਜ਼ੀਕ ਅਤੇ ਇੰਨਾ ਭਿਆਨਕ। ਕਿੰਨੀ ਮਾੜੀ ਗੱਲ ਹੈ, ਜਦੋਂ ਉਹ ਆਏ ਤੂੰ ਇੱਥੇ ਨਹੀਂ ਸੈਂ, ਪਾਵੇਲ ਨੇ ਆਂਦਰੇਈ ਨੂੰ ਕਿਹਾ, ਜਿਹੜਾ ਮੇਜ਼ ਕੋਲ ਬੈਠਾ ਆਪਣੇ ਚਾਹ ਦੇ ਗਲਾਸ ਨੂੰ ਘੂਰ ਰਿਹਾ ਸੀ। ਤੂੰ ਹਮੇਸ਼ਾ ਮਨੁੱਖੀ ਦਿਲ ਦੀਆਂ ਗੱਲਾਂ ਕਰਦਾ, ਤੈਨੂੰ ਇਹਨਾਂ ਦੋ ਦਿਲਾਂ ਵਿੱਚ ਝਾਤ ਮਾਰਨੀ ਚਾਹੀਦੀ ਸੀ। ਰਿਬਨ ਨੇ ਤਾਂ ਮੇਰਾ ਸਾਹ ਹੀ ਸੁਕਾ ਦਿੱਤਾ। ਮੈਂ ਤਾਂ ਉਹਦੇ ਨਾਲ ਬਹਿਸ ਵੀ ਨਾ ਕਰ ਸਕਿਆ। ਉਹਨੂੰ ਮਨੁੱਖਾਂ ਉੱਤੇ ਲਗਭਗ ਉੱਕਾ ਹੀ ਇਤਬਾਰ ਨਹੀਂ ਤੇ ਉਹ ਉਹਦੇ ਕਿਸੇ ਕੰਮ ਦੇ ਨਹੀਂ। ਮਾਂ ਦੀ ਗੱਲ ਠੀਕ ਸੀ, ਉਹਦੇ ਵਿੱਚ ਕੁਝ ਭਿਆਨਕ ਹੈ। ਇਹ ਤਾਂ ਮੈਂ ਵੇਖ ਸਕਦਾ ਸਾਂ, ਖਖੋਲ ਨੇ ਉਦਾਸੀ ਨਾਲ ਕਿਹਾ। ਹਾਕਮਾਂ ਨੇ ਲੋਕਾਂ ਦੇ ਦਿਲਾਂ ਵਿੱਚ ਜ਼ਹਿਰ ਭਰ ਦਿੱਤਾ ਹੈ। ਜਦੋਂ ਜਨਤਾ ਉੱਠ ਖੜੀ ਹੋਈ, ਉਹ ਸਭ ਕੁਝ ਢਾਹ ਢੇਰੀ ਕਰੇਗੀ। ਉਹਨਾਂ ਨੂੰ ਖਾਲੀ ਭੌਂ ਚਾਹੀਦੀ ਹੈ। ਜੇ ਖਾਲੀ ਨਹੀਂ ਤਾਂ ਉਹ ਇਹਨੂੰ ਖਾਲੀ ਕਰ ਲੈਣਗੇ। ਉਹ ਸਭ ਕੁਝ ਢਾਹ ਢੇਰੀ ਕਰਨਗੇ। ਉਹ ਹੌਲੀ ਹੌਲੀ ਬੋਲ ਰਿਹਾ ਸੀ ਤੇ ਇਹ ਗੱਲ ਸਾਫ਼ ਸੀ ਕਿ ਉਹਦੇ ਮਨ ਵਿੱਚ ਕੋਈ ਹੋਰ ਖਿਆਲ ਵੜਿਆ ਹੋਇਆ ਸੀ। ਮਾਂ ਨੇ ਅੱਗੇ ਵੱਧ ਕੇ ਉਹਨੂੰ ਪੋਲੇ ਜਿਹੇ ਹੱਥ ਲਾਇਆ। ਆਪਣੇ ਆਪ ਨੂੰ ਸਾਂਭ ਆਂਦਰੀ ਉਸ਼ਾ, ਉਹ ਬੋਲੀ। ਜਰਾ ਠਹਿਰ ਨੈਣਕੋ, ਉਹਨੇ ਸ਼ਾਂਤ ਨਰਮੀ ਨਾਲ ਕਿਹਾ। ਅਚਾਨਕ ਉਹ ਭੜਕ ਉੱਠਿਆ ਤੇ ਮੇਜ਼ ਉੱਤੇ ਮੁੱਕਾ ਮਾਰਿਆ। ਇਹ ਸੱਚ ਹੈ ਪਾਵੇਲ? ਜਦੋਂ ਉਹ ਇੱਕ ਵਾਰ ਆਪਣੇ ਪੈਰਾਂ ਉੱਤੇ ਖੜਾ ਹੋ ਗਿਆ ਤਾਂ ਮੁਜ਼ੀਕ ਭੋ ਨੂੰ ਆਪਣੀ ਵਰਤੋਂ ਲਈ ਖਾਲੀ ਕਰ ਲਵੇਗਾ। ਉਹ ਸਭ ਕੁਝ ਸਾੜ ਦੇਵੇਗਾ, ਜਿਵੇਂ ਪਲੇਗ ਤੋਂ ਪਿੱਛੋਂ ਹੁੰਦਾ ਹੈ। ਉਹ ਉਸ ਦੁੱਖ ਦੇ ਸਭ ਨਿਸ਼ਾਨ ਮਿਟਾ ਦੇਵੇਗਾ ਜਿਹੜਾ ਉਹਨੇ ਸਹਾਰਿਆ ਏ, ਤੇ ਫਿਰ ਉਹ ਸਾਡੇ ਰਾਹ ਵਿੱਚ ਖੜਾ ਹੋ ਜਾਵੇਗਾ। ਪਾਵੇਲ ਨੇ ਪੋਲੀ ਜਿਹੀ ਆਵਾਜ਼ ਵਿੱਚ ਕਿਹਾ। ਇਹ ਸਾਡੇ ਹੱਥ ਹੈ ਕਿ ਅਸੀਂ ਉਹਨੂੰ ਅਜਿਹਾ ਨਾ ਕਰਨ ਦਈਏ। ਇਹ ਸਾਡੇ ਹੱਥ ਹੈ ਕਿ ਅਸੀਂ ਉਹਨੂੰ ਨੱਥੀਏ। ਅਸੀਂ ਕਿਸੇ ਹੋਰ ਨਾਲੋਂ ਉਹਦੇ ਵਧੇਰੇ ਨੇੜੇ ਵਾਂ। ਉਹ ਸਾਡੇ ਉੱਤੇ ਇਤਬਾਰ ਕਰੇਗਾ ਤੇ ਸਾਡੇ ਪਿੱਛੇ ਚੱਲੇਗਾ। ਰਿਬਨ ਨੇ ਕਿਹਾ, ਅਸੀਂ ਪਿੰਡਾਂ ਲਈ ਇੱਕ ਅਖਬਾਰ ਛਾਪੀਏ। ਪਾਵੇਲ ਨੇ ਕਿਹਾ, ਐਨ ਇਹੋ ਤਾਂ ਕਰਨ ਵਾਲਾ ਕੰਮ ਹੈ।
ਬੜੀ ਮਾੜੀ ਗੱਲ ਹੋਈ, ਮੈਂ ਉਹਦੇ ਨਾਲ ਬਹਿਸ ਨਹੀਂ ਕੀਤੀ। ਪਾਵੇਲ ਨੇ ਨਿੱਕਾ ਜਿਹਾ ਹਾਸਾ ਹੱਸ ਕੇ ਕਿਹਾ। ਹਜੇ ਵੀ ਇਹਦੇ ਲਈ ਵਕਤ ਹੈ। ਖਗੋਲ ਨੇ ਆਪਣੀਆਂ ਉਂਗਲਾਂ ਆਪਣੇ ਵਾਲਾਂ ਵਿੱਚ ਫੇਰਦੇ ਹੋਏ ਠੰਮੇ ਨਾਲ ਕਿਹਾ। ਆਪਣਾ ਢੋਲ ਵਜਾਈ ਜਾਓ ਤੇ ਜਿਨ੍ਹਾਂ ਦੇ ਪੈਰ ਭੌਂ ਵਿੱਚ ਗੱਡੇ ਨਹੀਂ ਹੋਏ ਉਹ ਤੁਹਾਡੇ ਤਾਲ ਤੇ ਨੱਚਣ ਲੱਗ ਪੈਣਗੇ। ਜਦੋਂ ਰਿਬਨ ਨੇ ਕਿਹਾ ਕਿ ਅਸੀਂ ਆਪਣੇ ਪੈਰਾਂ ਹੇਠ ਭੌਂ ਮਹਿਸੂਸ ਨਹੀਂ ਕਰਦੇ ਤਾਂ ਉਹ ਠੀਕ ਸੀ ਅਤੇ ਸਾਨੂੰ ਇਹ ਮਹਿਸੂਸ ਕਰਨੀ ਵੀ ਨਹੀਂ ਚਾਹੀਦੀ, ਕਿਉਂਕਿ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਸਾਡਾ ਕੰਮ ਹੈ। ਅਸੀਂ ਇਹਨੂੰ ਇੱਕ ਵਾਰ ਹਿਲਾਵਾਂਗੇ ਤੇ ਲੋਕ ਉਖੜ ਜਾਣਗੇ, ਅਸੀਂ ਇਹਨੂੰ ਇੱਕ ਵਾਰ ਫਿਰ ਹਿਲਾਵਾਂਗੇ ਤੇ ਉਹ ਆਜ਼ਾਦ ਹੋ ਜਾਣਗੇ। ਆਂਦਰੀ ਉਸ਼ਾ, ਤੈਨੂੰ ਤਾਂ ਹਰ ਗੱਲ ਇੰਨੀ ਸਾਦੀ ਜਾਪਦੀ ਏ, ਮਾਂ ਨੇ ਹੱਸ ਕੇ ਕਿਹਾ। ਇਹ ਹੈ ਵੀ, ਖਖੋਲ ਨੇ ਕਿਹਾ, ਖੁਦ ਜ਼ਿੰਦਗੀ ਜਿਹੀ ਸਾਦੀ। ਕੁਝ ਮਿੰਟਾਂ ਪਿੱਛੋਂ ਨੇ ਕਿਹਾ, ਮੈਂ ਖੇਤਾਂ ਵਿੱਚ ਸੈਰ ਕਰਨ ਜਾ ਰਿਹਾ। ਹਮਾਮ ਤੋਂ ਪਿੱਛੋਂ ਹਵਾ ਚੱਲ ਰਹੀ ਹੈ ਤੇ ਤੈਨੂੰ ਠੰਡ ਲੱਗ ਜਾਵੇਗੀ, ਮਾਂ ਨੇ ਸੁਚੇਤ ਕੀਤਾ। ਮੈਨੂੰ ਖੁੱਲੀ ਹਵਾ ਦੀ ਲੋੜ ਹੈ, ਉਹਨੇ ਜਵਾਬ ਦਿੱਤਾ। ਠੰਡ ਨਾ ਲਵਾ ਲਵੀਂ, ਪਾਵੇਲ ਨੇ ਸਨੇਹ ਨਾਲ ਕਿਹਾ। ਚੰਗਾ ਨਾ ਹੋਵੇ ਜੇ ਥੋੜਾ ਸੌਂ ਲਵੇਂ। ਨਹੀਂ, ਮੈਂ ਚੱਲਿਆ। ਉਹਨੇ ਕੱਪੜੇ ਪਾਏ ਤੇ ਕੁਝ ਕਹੇ ਬਿਨਾਂ ਬਾਹਰ ਚਲਾ ਗਿਆ। ਉਹ ਬਹੁਤ ਦੁਖੀ ਏ, ਮਾਂ ਨੇ ਹੌਂਕਾ ਲੈ ਕੇ ਕਿਹਾ। ਕਤਲ ਤੋਂ ਪਿੱਛੋਂ ਤੈਨੂੰ ਉਹਦੇ ਨਾਲ ਵਧੇਰੇ ਸਨੇਹ ਹੋ ਗਿਆ ਜਾਪਦਾ, ਪਾਵੇਲ ਨੇ ਕਿਹਾ, ਤੇ ਮੈਂ ਇਸ ਗੱਲ ਤੇ ਖੁਸ਼ ਹਾਂ। ਮਾਂ ਨੇ ਹੈਰਾਨੀ ਨਾਲ ਉਹਦੇ ਵੱਲ ਵੇਖਿਆ। ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਮੈਨੂੰ ਉਹਦੇ ਨਾਲ ਇੰਨਾ ਪਿਆਰ ਹੈ ਕਿ ਦੱਸ ਨਹੀਂ ਸਕਦੀ। ਮਾਂ, ਤੇਰਾ ਦਿਲ ਬੜਾ ਮਿਹਰਬਾਨ ਹੈ, ਪਾਵੇਲ ਨੇ ਨਰਮੀ ਨਾਲ ਕਿਹਾ। ਜੇ ਕਿਤੇ ਮੈਂ ਤੇਰੀ ਤੇ ਤੇਰੇ ਦੋਸਤਾਂ ਦੀ ਥੋੜੀ ਜਿਹੀ ਵੀ ਮਦਦ ਕਰ ਸਕਦੀ, ਜੇ ਮੈਨੂੰ ਪਤਾ ਲੱਗ ਜਾਵੇ ਕਿ ਮੈਂ ਕਿਵੇਂ ਕਰ ਸਕਦੀ ਵਾਂ, ਤੂੰ ਫਿਕਰ ਨਾ ਕਰ, ਤੈਨੂੰ ਜਾਂਚ ਆ ਜਾਵੇਗੀ। ਮੈਨੂੰ ਤਾਂ ਫਿਕਰ ਕਰਨਾ ਬੰਦ ਕਰਨ ਦੀ ਜਾਂਚ ਸਿੱਖਣੀ ਚਾਹੀਦੀ ਹੈ, ਮਾਂ ਨੇ ਹੱਸ ਕੇ ਕਿਹਾ। ਚੰਗੀ ਗੱਲ ਇਹੋ ਹੈ ਕਿ ਅਸੀਂ ਇਸ ਬਾਰੇ ਹੋਰ ਕੁਝ ਨਾ ਕਹੀਏ, ਅੰਮਾ, ਪਰ ਇੱਕ ਗੱਲ ਯਾਦ ਰੱਖੀ, ਮੈਂ ਤੇਰਾ ਬਹੁਤ ਬਹੁਤ ਧੰਨਵਾਦੀ ਵਾਂ। ਉਹ ਰਸੋਈ ਵਿੱਚ ਚਲੀ ਗਈ ਤਾਂ ਜੋ ਉਹਦਾ ਪੁੱਤਰ ਉਹਦੇ ਹੰਝੂ ਨਾ ਵੇਖ ਸਕੇ। ਜਦੋਂ ਖਖੋਲ ਥੱਕਿਆ ਘਰ ਮੁੜਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਉਹ ਸਿੱਧਾ ਬਿਸਤਰੇ ਵੱਲ ਚਲਾ ਗਿਆ। ਮੈਂ ਘੱਟੋ ਘੱਟ 10 ਵੇਰਸਤ ਪੈਦਲ ਚੱਲਿਆ ਹੋਵਾਂਗਾ, ਉਹਨੇ ਕਿਹਾ। ਕੁਝ ਆਰਾਮ ਆਇਆ? ਪਾਵੇਲ ਨੇ ਪੁੱਛਿਆ। ਇਹ ਗੱਲ ਛੱਡ, ਮੈਂ ਸੌਣ ਲੱਗਾ, ਅਤੇ ਉਹਨੇ ਇੱਕ ਲਫ਼ਜ਼ ਵੀ ਨਾ ਕਿਹਾ। ਕੁਝ ਚਿਰ ਪਿੱਛੋਂ ਵੈਸਵੋ ਸੱਚੀ ਕੋਲ ਆ ਗਿਆ। ਉਹ ਹਮੇਸ਼ਾ ਵਾਂਗ ਹੀ ਗੰਦਾ, ਖੁੱਥੜ ਤੇ ਅਸੰਤੁਸ਼ਟ ਸੀ। ਤੁਸੀਂ ਕੁਝ ਸੁਣਿਆ ਈਸਾਈ ਨੂੰ ਕਿਸਨੇ ਕਤਲ ਕੀਤਾ? ਉਹਨੇ ਭੱਦੀ ਤਰ੍ਹਾਂ ਕਮਰੇ ਵਿੱਚ ਇੱਧਰ ਉੱਧਰ ਫਿਰਦੇ ਹੋਏ ਪਾਵੇਲ ਤੋਂ ਪੁੱਛਿਆ। ਨਹੀਂ, ਪਾਵੇਲ ਨੇ ਸੰਖੇਪ ਜਵਾਬ ਦਿੱਤਾ। ਉਹਨਾਂ ਕੋਈ ਅਜਿਹਾ ਬੰਦਾ ਲੱਭ ਲਿਆ ਜਿਹੜਾ ਇਸ ਕੰਮ ਤੋਂ ਬਹੁਤਾ ਜੱਕਣ ਵਾਲਾ ਨਹੀਂ। ਮੈਂ ਆਪ ਉਹਨੂੰ ਮਾਰ ਮੁਕਾਉਣ ਦੀ ਤਿਆਰੀ ਕਰ ਰਿਹਾ ਸਾਂ। ਬਹੁਤ ਮਾੜੀ ਗੱਲ ਹੋਈ, ਉਹ ਮੇਰੇ ਹੱਥੋਂ ਨਹੀਂ ਮਰਿਆ। ਮੈਂ ਇਸ ਕੰਮ ਲਈ ਐਨ ਠੀਕ ਸਾਂ। ਅਜਿਹੀਆਂ ਗੱਲਾਂ ਨਾ ਕਹਿ ਨਿਕੋਲਾਈ, ਪਾਵੇਲ ਨੇ ਦੋਸਤਾਨਾ ਢੰਗ ਨਾਲ ਕਿਹਾ। ਜਰਾ ਇਹਦੀ ਗੱਲ ਸੁਣੋ, ਮਾਂ ਨੇ ਸਨੇਹ ਨਾਲ ਕਿਹਾ। ਦਿਲ ਤੇਰਾ ਲੇਲੇ ਵਰਗਾ ਤੇ ਧਾੜ ਦਾ ਤੂੰ ਬੱਬਰ ਸ਼ੇਰ ਵਾਂਗ ਹੈ। ਤੂੰ ਅਜਿਹਾ ਕਿਉਂ ਕਰਦਾ? ਅੱਜ ਰਾਤ ਉਹ ਨਿਕੋਲਾਈ ਨੂੰ ਮਿਲ ਕੇ ਖੁਸ਼ ਸੀ, ਇੱਥੋਂ ਤੱਕ ਕਿ ਉਹਦਾ ਮਾਤਾ ਦੇ ਦਾਗਾਂ ਵਾਲਾ ਮੂੰਹ ਵੀ ਚੰਗਾ ਲੱਗ ਰਿਹਾ ਸੀ। ਮੈਂ ਤਾਂ ਬਸ ਅਜਿਹੇ ਕੰਮ ਲਈ ਹੀ ਠੀਕ ਵਾਂ, ਨਿਕੋਲਾਈ ਨੇ ਮੋਢੇ ਸੰਗੋੜ ਕੇ ਕਿਹਾ। ਮੈਂ ਸੋਚਦਾ ਰਹਿੰਦਾ, ਮੈਂ ਕੀ ਕਰ ਸਕਦਾ? ਕੁਝ ਵੀ ਨਹੀਂ। ਲੋੜ ਲੋਕਾਂ ਨਾਲ ਕੰਮ ਕਰਨ ਦੀ ਏ ਤੇ ਮੈਨੂੰ ਅਜਿਹਾ ਕਰਨਾ ਨਹੀਂ ਆਉਂਦਾ। ਮੈਂ ਵੇਖਦਾ ਮਾਮਲਾ ਕੀ ਹੈ, ਕਿਵੇਂ ਲੋਕਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਪਰ ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਤਾਂ ਇੱਕ ਗੂੰਗਾ ਜਾਨਵਰ ਵਾਂ। ਪਾਵੇਲ ਕੋਲ ਜਾ ਕੇ ਉਹਨੇ ਨੀਵੀਂ ਪਾ ਲਈ ਅਤੇ ਮੇਜ਼ ਨੂੰ ਖੁਰਚਦੇ ਉੱਥੇ ਖੜੇ ਹੋਏ ਉਹਨੇ ਬੱਚਿਆਂ ਜਿਹੀ ਮਿੰਨਤ ਕਰਦੀ ਆਵਾਜ਼ ਵਿੱਚ ਕਿਹਾ, ਜਿਹੜੀ ਉਹਦੀ ਆਮ ਆਵਾਜ਼ ਜਿਹੀ ਤਾਂ ਉੱਕਾ ਹੀ ਨਹੀਂ ਸੀ। ਦੋਸਤੋ, ਮੈਨੂੰ ਕਰਨ ਲਈ ਕੋਈ ਔਖਾ ਕੰਮ ਦਿਓ। ਮੈਂ ਇਉਂ ਨਹੀਂ ਜਿਉ ਸਕਦਾ। ਤੁਸੀਂ ਸਾਰੇ ਆਪਣੇ ਕੰਮ ਵਿੱਚ ਮਸਤ ਹੋ ਤੇ ਮੈਂ ਵੇਖ ਰਿਹਾ ਇਹ ਕਿਵੇਂ ਵੱਧ ਰਿਹਾ ਤੇ ਮੈਂ ਇਹਦੇ ਵਿੱਚ ਨਹੀਂ। ਬਸ ਗੇਲੀਆਂ ਦੇ ਫੱਟੇ ਢੋਈ ਜਾਣਾ। ਬੰਦੇ ਕੋਲ ਜਿਉਣ ਲਈ ਕੁਝ ਨਹੀਂ। ਮੈਨੂੰ ਔਖਾ ਕੰਮ ਦਿਓ। ਪਾਵੇਲ ਨੇ ਉਹਦਾ ਹੱਥ ਫੜਿਆ ਤੇ ਉਹਨੂੰ ਆਪਣੇ ਵੱਲ ਖਿੱਚਿਆ। ਅਸੀਂ ਅਜਿਹਾ ਕਰਾਂਗੇ, ਉਹਨੇ ਕਿਹਾ। ਕੰਧ ਤੋਂ ਪਾਰੋਂ ਖਖੋਲ ਦੀ ਆਵਾਜ਼ ਆਈ। ਮੈਂ ਤੈਨੂੰ ਸਾਡੇ ਅਖਬਾਰ ਲਈ ਅੱਖਰ ਜੋੜਨੇ ਸਿਖਾ ਦਿਆਂਗਾ ਨਿਕੋਲਾਈ। ਇਹਦੇ ਬਾਰੇ ਕੀ ਖਿਆਲ ਹੈ? ਨਿਕੋਲਾਈ ਉਹਦੇ ਕੋਲ ਗਿਆ। ਜੇ ਤੂੰ ਮੈਨੂੰ ਸਿਖਾ ਦੇਵੇਂ ਤਾਂ ਮੈਂ ਤੈਨੂੰ ਆਪਣਾ ਚਾਕੂ ਦੇ ਦਿਆਂਗਾ, ਉਹਨੇ ਕਿਹਾ। ਢੱਠੇ ਖੂਹ ਵਿੱਚ ਪਵੇ ਤੇਰਾ ਚਾਕੂ, ਖਖੋਲ ਜ਼ੋਰ ਦੀ ਹੱਸਦਾ ਹੋਇਆ ਚਿল্ਲਾਇਆ। ਇਹ ਸੋਹਣਾ ਚਾਕੂ ਹੈ, ਨਿਕੋਲਾਈ ਨੇ ਜ਼ਿੱਦ ਕੀਤੀ। ਪਾਵੇਲ ਵੀ ਹੱਸਣ ਲੱਗ ਪਿਆ। ਮੇਰਾ ਠੱਠਾ ਉਡਾ ਰਹੇ ਹੋ? ਨਿਕੋਲਾਈ ਨੇ ਕਮਰੇ ਦੇ ਵਿਚਕਾਰ ਰੁਕਦੇ ਹੋਏ ਕਿਹਾ। ਜ਼ਰੂਰ, ਖਖੋਲ ਨੇ ਛਾਲ ਮਾਰ ਕੇ ਬਿਸਤਰੇ ਵਿੱਚੋਂ ਨਿਕਲਦੇ ਹੋਏ ਕਿਹਾ। ਸੁਣ, ਚੱਲ ਖੇਤਾਂ ਵੱਲ ਸੈਰ ਕਰਨ ਚੱਲੀਏ। ਅੱਜ ਪੂਰੇ ਚੰਨ ਦੀ ਸੋਹਣੀ ਰਾਤ ਹੈ, ਚੱਲੀਏ? ਚੰਗਾ, ਪਾਵੇਲ ਨੇ ਕਿਹਾ। ਮੈਂ ਵੀ ਚੱਲਦਾ, ਨਿਕੋਲਾਈ ਬੋਲਿਆ। ਮੈਨੂੰ ਖਖੋਲ ਦਾ ਹਾਸਾ ਚੰਗਾ ਲੱਗਦਾ ਹੈ ਤੇ ਮੈਨੂੰ ਤੇਰਾ ਸੁਗਾਤਾਂ ਦਾ ਇਕਰਾਰ ਕਰਨਾ ਚੰਗਾ ਲੱਗਦਾ ਹੈ, ਖਖੋਲ ਨੇ ਠਹਾਕੇ ਨਾਲ ਕਿਹਾ। ਉਹ ਰਸੋਈ ਵਿੱਚ ਗਿਆ ਤੇ ਛੇਤੀ ਛੇਤੀ ਕੱਪੜੇ ਪਾਏ। ਕੁਝ ਗਰਮ ਕੱਪੜੇ ਪਾ ਲੈ, ਮਾਂ ਨੇ ਔਖੀ ਤਰ੍ਹਾਂ ਕਿਹਾ। ਜਦੋਂ ਤਿੰਨੇ ਚਲੇ ਗਏ ਤਾਂ ਮਾਂ ਥੋੜੀ ਦੇਰ ਬਾਰੀ ਵਿੱਚੋਂ ਬਾਹਰ ਦੇਖਦੀ ਰਹੀ, ਫਿਰ ਪਵਿੱਤਰ ਤਸਵੀਰ ਵੱਲ ਮੁੜੀ।
ਰੱਬਾ ਇਹਨਾਂ ਤੇ ਮਿਹਰ ਕਰੀ, ਇਹਨਾਂ ਦੀ ਮਦਦ ਕਰੀ, ਉਹ ਬੁੜਬੁੜਾਈ। ਧੰਨਵਾਦ।